ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹਿ, ਅਮੁੱਲ ਭਾਇ ਅਮੁੱਲਾ ਸਮਾਹਿ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨ ਜਾਇ, ਆਖ ਆਖ ਰਹੇ ਲਿਵਲਾਏ। ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ। ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ। ਆਖਹਿ ਈਸਰ ਆਖਹਿ ਸਿੱਧ, ਆਖਹਿ ਕੇਤੇ ਕੀਤੇ ਬੁੱਧ। ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ। ਕੇਤੇ ਆਖਹਿ ਆਖਣ ਪਾਹਿ, ਕੇਤੇ ਕਹਿ ਕਹਿ ਉਠ ਉਠ ਜਾਹਿ। ਏਤੇ ਕੀਤੇ ਹੋਰ ਕਰੇ, ਤਾ ਆਖ ਨ ਸਕਹਿ ਕੇਈ ਕੇ। ਜੇਵੜ ਭਾਵੈ ਤੇਵੜ ਹੋਇ, ਨਾਨਕ ਜਾਣੈ ਸਾਚਾ ਸੋਇ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਹੋਈ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਫਿਰ ਤੋਂ ਸਮਾਂ ਬਖਸ਼ਿਆ ਕਿ ਭਾਈ ਜਿਤਨਾ ਸਮਾਂ ਤੈਨੂੰ ਸਵਾਸ ਬਖਸ਼ੇ ਹਨ, ਤੂੰ ਭਗਤੀ ਕਰ ਸਕਦਾ ਹੈ। ਜਿਤਨਾ ਸਮਾਂ ਤੂੰ ਜੀਵਤ ਹੈ, ਤੂੰ ਭਗਤੀ ਕਰ ਸਕਦਾ ਹੈ। ਮੁਬਾਰਕ ਹੈ ਮਨੁੱਖਾ ਜਨਮ, ਇਹ ਮਨੁੱਖਾ ਸਰੀਰ ਤੂੰ ਭਗਤੀ ਕਰ ਸਕਦਾ ਹੈ। ਸਰੀਰ ਤਾਂ ਸਾਨੂੰ ਅਨੇਕਾਂ ਜਨਮਾਂ ਦੇ ਵਿੱਚ ਮਿਲਦੇ ਰਹੇ। ਕਦੀ ਸੱਪ ਦਾ ਸਰੀਰ ਮਿਲਿਆ, ਕਦੀ ਪਹਾੜਾਂ ਦਾ ਸਰੀਰ ਮਿਲਿਆ, ਕਦੀ ਪੰਛੀਆਂ ਦਾ ਸਰੀਰ ਮਿਲਿਆ। ਅਨੇਕਾਂ ਤਰ੍ਹਾਂ ਦੇ ਅਸੀਂ ਸਰੀਰ ਪ੍ਰਾਪਤ ਕੀਤੇ, ਪਰ ਉਹਨਾਂ ਸਰੀਰਾਂ ਵਿੱਚ ਭਗਤੀ ਨਹੀਂ ਹੋ ਸਕਦੀ। ਭਗਤੀ ਸਿਰਫ ਪਰਮੇਸ਼ਵਰ ਦੀ ਇਸ ਮਨੁੱਖਾ ਜਨਮ ਦੇ ਵਿੱਚ, ਇਸ ਕਾਇਆ ਵਿੱਚ ਹੋ ਸਕਦੀ ਹੈ। ਇਸ ਕਰਕੇ ਇਸ ਸਰੀਰ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਨੇਕਾਂ ਤਰ੍ਹਾਂ ਦੇ ਪ੍ਰਮਾਣਾਂ ਦੇ ਨਾਲ ਸੰਬੋਧਨ ਕਰਦੇ ਨੇ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਨਹੀਂ ਆਖਿਆ ਕਿ ਚਾਚਾ ਤਾਇਆ ਭੂਆ ਫਿਫੜ ਮਿਲਣ ਕੀ ਇਹ ਤੇਰੀ ਬਰੀਆ। ਇਹ ਨਹੀਂ ਕਿਹਾ ਕਿ ਫੋਨ ਮਿਲਣ ਕੀ ਬਰੀਆ। ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਜੋ ਕੁਝ ਤੂੰ ਹੁਣ ਕਰਦਾ ਪਿਆ ਇਹ ਪੁਰਾਣੇ ਜਨਮਾਂ ਵਿੱਚ ਵੀ ਕਰਦਾ ਰਿਹਾ। ਤੋ ਪੁਰਾਣੇ ਜਨਮਾਂ ਵਿੱਚ ਜਿਸ ਵੇਲੇ ਕੂਕਰ ਸੀ, ਕੁੱਤੇ ਦੀ ਜੂਨ ਵਿੱਚ ਸੀ, ਉਸ ਵੇਲੇ ਵੀ ਖਾਂਦਾ ਸੀ। ਜਦੋਂ ਪੁਰਾਣੇ ਸਮੇਂ ਦੀਆਂ ਜੂਨਾਂ ਵਿੱਚ ਸੀ, ਉਸ ਵੇਲੇ ਵੀ ਤੂੰ ਖੁਸ਼ ਹੁੰਦਾ ਸੀ। ਜਦੋਂ ਪੁਰਾਣੇ ਸਮੇਂ ਦੀਆਂ ਜੂਨਾਂ ਵਿੱਚ ਸੀ, 84 ਲੱਖ ਜੂਨਾਂ ਵਿੱਚ, ਉਸ ਵੇਲੇ ਵੀ ਤੂੰ ਲੜਦਾ ਸੀ। ਚਲੋ ਜਾਨਵਰਾਂ ਦੀ ਦੁਨੀਆ ਵਿੱਚ ਆਨੰਦ ਕਾਰਜ ਕੁਝ ਹੋਰ ਪ੍ਰਕਾਰ ਦੇ ਹੁੰਦੇ ਨੇ, ਉਹਨਾਂ ਨੂੰ ਸਮਝ ਨਹੀਂ ਹੈ, ਪਰ ਉਹਨਾਂ ਦੇ ਵੀ ਬੱਚੇ ਹੁੰਦੇ ਨੇ। ਜਾਨਵਰ ਵੀ ਜ਼ਿੰਮੇਵਾਰ ਹੁੰਦੇ ਨੇ। ਆਪ ਜੀ ਦੇਖੋ, ਜੋ ਬਾਂਦਰੀ ਹੈ, ਜਿੰਨਾ ਮੋਹ ਜਿੰਨਾ ਪਿਆਰ ਉਹ ਕਰਦੀ ਹੈ, ਕੋਈ ਵੀ ਕਰ ਨਹੀਂ ਸਕਦਾ। ਬੱਚਾ ਮਰ ਜਾਏ ਬਾਂਦਰੀ ਦਾ, ਤੇ ਉਹਨਾਂ ਚਿਰ ਉਹ ਮੁਰਦੇ ਬੱਚੇ ਨੂੰ ਛੱਡਦੀ ਨਹੀਂ ਜਿੰਨਾ ਚਿਰ ਦੂਜਾ ਬੱਚਾ ਨਹੀਂ ਹੋ ਜਾਂਦਾ। ਕੀ ਕੋਈ ਬੰਦਾ, ਕੀ ਕੋਈ ਮਨੁੱਖ ਐਵੇਂ ਕਰ ਸਕਦਾ?
ਜਿੰਨਾ ਮੋਹ ਪ੍ਰਬਲ, ਜਿੰਨੀ ਜ਼ਿੰਮੇਵਾਰੀ ਪ੍ਰਬਲ ਜਾਨਵਰਾਂ ਦੀ ਦੁਨੀਆ ਵਿੱਚ ਦੇਖੀ ਜਾਂਦੀ ਹੈ, ਮਨੁੱਖਾਂ ਦੀ ਦੁਨੀਆ ਵਿੱਚ ਓਨੀ ਨਹੀਂ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੁਰਾਣੇ ਸਮੇਂ ਵਿੱਚ ਤੂੰ ਜੋ ਕਰਦਾ ਰਿਹਾ ਉਹੀ ਹੁਣ ਕਰੀ ਜਾਂਦਾ, ਜੋ ਪਹਿਲਾਂ ਮੰਗਦਾ ਰਿਹਾ ਉਹੀ ਹੁਣ ਮੰਗੀ ਜਾਂਦਾ। ਹੁਣ ਤੂੰ ਰੱਬ ਦੇ ਘਰ ਦੇ ਵਿੱਚੋਂ ਪਰਮੇਸ਼ਵਰ ਦੀ ਭਗਤੀ ਦੀ ਦਾਤ ਮੰਗ। ਐ ਮਨਾ, ਜੇ ਤੂੰ ਰੋਟੀਆਂ ਹੀ ਮੰਗੀ ਗਿਆ, ਜੇ ਤੂੰ ਪੈਸਾ ਹੀ ਮੰਗੀ ਗਿਆ, ਜੇ ਤੂੰ ਸੁੱਖ ਸੁਵਿਧਾ ਹੀ ਮੰਗੀ ਗਿਆ, ਝਾਤ ਮਾਰ। ਅਨੇਕਾਂ ਐਸੇ ਕੁੱਤੇ ਨੇ, ਅਨੇਕਾਂ ਐਸੀਆਂ ਬਿੱਲੀਆਂ ਨੇ। ਅਮਰੀਕਾ ਦੇ ਵਿੱਚ ਕਹਿੰਦੇ ਨੇ ਇੱਕ ਕੁੱਤਾ ਹੈ ਜਿਹਦੇ ਨਾਂ ਦੇ ਉੱਤੇ $1.5 ਬਿਲੀਅਨ ਦੀ ਜਾਇਦਾਦ ਹੈ। ਜਿਸ ਥਾਂ ਦੇ ਵਿੱਚ ਉਹ ਰਹਿੰਦਾ ਹੈ, ਉਸ ਥਾਂ ਦਾ ਕੱਲਾ ਮੁੱਲ, ਭਾਵ ਕਿ ਉਸ ਘਰ ਦਾ ਹੀ ਕੱਲਾ ਮੁੱਲ ਘੱਟੋ ਘੱਟ $40 ਤੋਂ $45 ਮਿਲੀਅਨ ਹੈ ਅਮਰੀਕਨ। ਹੁਣ ਕੁੱਤਾ ਬਹੁਤ ਆਰਾਮ ਦੇ ਵਿੱਚ ਜਿਉਂਦਾ ਪਿਆ ਹੈ। ਕੁੱਤੇ ਦੀ ਡਾਈਟ ਵੀ ਸਪੈਸ਼ਲ ਤਿਆਰ ਕੀਤੀ ਜਾਂਦੀ। ਉਸ ਕੁੱਤੇ ਨੂੰ ਰੋਜ਼ ਹੀ ਸ਼ੈਂਪੂ ਨਾਲ ਨਵਾ ਲਿਆ ਜਾਂਦਾ, ਤੇ ਜੋ ਉਸ ਕੁੱਤੇ ਨੂੰ ਸ਼ੈਂਪੂ ਯੂਜ਼ ਕੀਤਾ ਜਾਂਦਾ ਆ, ਕਹਿੰਦੇ ਨੇ ਕਿ ਉਹ ਇੱਕ ਵਾਰੀ ਜੋ ਉਹਦਾ ਨਹਾਉਣਾ ਹੈ ਉਹ ਘੱਟੋ ਘੱਟ $2,500 ਦਾ ਹੈ। $2,500 ਦਾ ਅਮਰੀਕਨ, ਜੋ ਉਹਦੀ ਸਾਰੀ ਪ੍ਰਕਿਰਿਆ ਹੈ। ਪਹਿਲਾਂ ਕੀ ਲਾਉਣਾ ਹੈ ਜੀ, ਫਿਰ ਬਾਅਦ 'ਚੋਂ ਕੀ ਲਾਉਣਾ ਹੈ, ਕਿਸੇ ਪ੍ਰਕਾਰ ਦੀ ਉਹਦੇ ਵਿੱਚ ਸਮੈਲ ਨਾ ਆਵੇ, ਫਿਰ ਬਾਅਦ 'ਚ ਸਪਰੇਅ ਕਿਹੜੀ ਕਰਨੀ ਹੈ, ਉਹਦੇ ਕੇਸ ਨਾ ਝੜਨ, ਫਿਰ ਇੱਕ ਸਪਰੇਅ ਕੀਤੀ ਜਾਂਦੀ ਹੈ, ਉਹਦੇ ਵਿੱਚ ਬੈਕਟੀਰੀਆ ਪੈਦਾ ਨਾ ਹੋਵੇ, ਫਿਰ ਸਪਰੇਅ ਕੀਤੀ ਜਾਂਦੀ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਕੁੱਤਾ ਭਾਵੇਂ ਕੱਟੇ ਤੇ ਭਾਵੇਂ ਚੱਟੇ, ਦੋਵਾਂ ਹਾਲਤਾਂ ਵਿੱਚ ਮਾੜਾ ਹੀ ਹੁੰਦਾ। ਜੇਕਰ ਸਾਇੰਸ ਦੀ ਗੱਲ ਮੰਨੀਏ, ਸਾਇੰਸ ਕਹਿੰਦੀ ਹੈ ਤੁਸੀਂ ਰੂੜੀ ਦੇ ਢੇਰ ਨੂੰ ਇੰਜੈਕਸ਼ਨ ਲਾਈ ਜਾਓ, ਰੂੜੀ ਦੇ ਢੇਰ ਨੇ ਤੇ ਰੂੜੀ ਦਾ ਢੇਰ ਹੀ ਰਹਿਣਾ। ਇਸ ਕਰਕੇ ਇਹ ਜੋ ਜਾਨਵਰ ਹਨ, ਜਿਤਨਾ ਮਰਜ਼ੀ ਅਸੀਂ ਕਰ ਲਈਏ ਕਿ ਇਹਦੇ ਵਿੱਚੋਂ ਬੈਕਟੀਰੀਆ ਖਤਮ ਹੋ ਜਾਂਦਾ, ਹਾਰਮਫੁਲ ਬੈਕਟੀਰੀਆ ਨਾਸ਼ ਹੋ ਜਾਂਦਾ। ਜਿਹਦਾ ਜਨਮ ਹੀ ਬੈਕਟੀਰੀਆ ਨਾਲ ਹੈ, ਉਹ ਕਿੱਥੋਂ ਨਾਸ਼ ਹੋ ਜਾਏਗਾ। ਦਾਸ ਦਾ ਕਹਿਣ ਦਾ ਅਰਥ ਇਹ ਹੈ ਕਿ ਜੇਕਰ ਸੁੱਖਾਂ ਦੀ ਗੱਲ ਕਰੀਏ, ਅਨੇਕਾਂ ਕੁੱਤੇ, ਅਨੇਕਾਂ ਬਿੱਲੀਆਂ ਐਸੀਆਂ ਨੇ ਜਿਨ੍ਹਾਂ ਦੇ ਚੁਗਿਰਦੇ 10-10, 20-20 ਨੌਕਰ ਹਨ। ਅਸੀਂ ਹੁਣ ਕੀ ਕਹੀਏ ਕਿ ਬੜੇ ਭਾਗਾਂ ਵਾਲੇ ਨੇ। ਰਹਿਣਾ ਤੇ ਉਹਨਾਂ ਨੇ ਕੁੱਤੇ ਹੀ ਆ, ਰਹਿਣਾ ਤੇ ਉਹਨਾਂ ਨੇ ਜਾਨਵਰ ਹੀ ਆ, ਉਹਨਾਂ ਨੇ ਆਪਣਾ ਸੁਭਾਅ ਨਹੀਂ ਛੱਡਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇਕਰ ਬਾਹਰ ਦੇ ਸੁੱਖਾਂ ਨੂੰ ਮੁੱਖ ਰੱਖ ਕੇ ਤੂੰ ਇਹ ਕਹੇ ਕਿ ਪ੍ਰਮਾਤਮਾ ਦੀ ਕਿਰਪਾ ਹੋਈ, ਫਿਰ ਤੇ ਕੁੱਤਿਆਂ ਤੇ ਬੜੀ ਕਿਰਪਾ, ਫਿਰ ਤੇ ਸ਼ੇਰ ਤੇ ਬੜੀ ਕਿਰਪਾ। ਉਹਨੇ ਤੇ ਕੋਈ ਪੈਸਾ ਵੀ ਨਹੀਂ ਦਿੱਤਾ ਤੇ ਜੰਗਲ ਦੇ ਵਿੱਚ ਅਗਲਾ ਰਾਜ ਕਰਦਾ ਪਿਆ ਆ, ਕਿਸੇ ਨੂੰ ਖੰਘਣ ਹੀ ਨਹੀਂ ਦਿੰਦਾ। ਬਿਨਾਂ ਪੈਸੇ ਦਿੱਤੇ ਸਾਰੇ ਜੰਗਲ ਦੀ ਉਹਨੇ ਰਜਿਸਟਰੀ ਕਰਾਈ ਹੋਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਰੀਆਂ ਬਿਰਤੀਆਂ ਫਿਰ ਉਸੇ ਤਲ ਤੇ ਖੜੀਆਂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਦਾ ਸੁੱਖ ਚਾਹੀਦਾ ਹੈ, ਬਾਹਰ ਦਾ ਕੰਫਰਟ ਚਾਹੀਦਾ ਹੈ, ਬਾਹਰ ਦੀ ਜੋ ਸੁੱਖ ਸੁਵਿਧਾ ਹੈ ਉਹ ਚਾਹੀਦੀ ਹੈ, ਪਰ ਤੂੰ ਭੁੱਲ ਨਾ, ਇਹ ਥੋੜੇ ਸਮੇਂ ਵਾਸਤੇ, ਸਦੀਵ ਕਾਲ ਵਾਸਤੇ ਸਿਰਫ ਪਰਮੇਸ਼ਵਰ ਦਾ ਨਾਮ ਹੈ। ਤੇ ਇੱਕ ਹੋਰ ਗੱਲ ਯਾਦ ਰੱਖ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਜੋ ਵੀ ਮੇਰਾ ਪੁੱਤਰ ਬਣੇਗਾ, ਜੋ ਵੀ ਮੇਰਾ ਪੁੱਤਰ ਬਣ ਗਿਆ ਤੇ ਜੋ ਮੈਨੂੰ ਪਿਤਾ ਕਹਾਉਣ ਦੇ ਹੱਕ ਦੇ ਵਿੱਚ ਸਾਹਮਣੇ ਹੱਥ ਜੋੜ ਕੇ ਖੜਾ ਹੈ ਕਿ ਮੈਂ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾਦਾਰ ਹਾਂ, ਉਹ ਯਾਦ ਰੱਖੇ ਉਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਸੱਚੇ ਪਾਤਸ਼ਾਹ, ਅਸੀਂ ਕਮਾ ਲਿਆ ਜੀ, ਘਰੇ ਲੈ ਆਂਦਾ, ਖਾ ਲਿਆ, ਹੰਢਾ ਲਿਆ, ਹੱਸ ਲਿਆ, ਰੋ ਲਿਆ, ਨਾਰਾਜ਼ ਹੋ ਗਏ, ਸੌਂ ਲਿਆ, ਇੱਥੋਂ ਤੱਕ ਹੀ ਜ਼ਿੰਦਗੀ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਹੀਂ ਭਲਿਆ, ਤੇਰੇ ਸਿਰ ਤੇ ਇੱਕ ਜ਼ਿੰਮੇਵਾਰੀ ਹੈ। ਕੀ? ਤੇਰੇ ਜੀਵਨ ਵਿੱਚ ਇੰਨੀ ਕੁ ਪਵਿੱਤਰਤਾ ਹੋਣੀ ਚਾਹੀਦੀ ਹੈ, ਸਭ ਤੋਂ ਪਹਿਲਾਂ ਤੂੰ 5 ਵਿਸ਼ੇ ਵਿਕਾਰਾਂ ਤੋਂ ਰਹਿਤ ਹੋਵੇਂ। ਫਿਰ ਤੇਰੀ ਦੂਜੀ ਜ਼ਿੰਮੇਵਾਰੀ ਇਹ ਹੈ ਕਿ ਜੇ ਕਿਸੇ ਵੇਸਵਾ ਵੱਲ ਤੂੰ ਨਿਗਾਹ ਭਰ ਕੇ ਦੇਖੇ ਤੇ ਉਹਨੂੰ ਸੰਤਨੀ ਬਣਾ ਦੇਵੇ, ਉਹਨੂੰ ਬ੍ਰਹਮ ਗਿਆਨਣ ਬਣਾ ਦੇਵੇ।
ਤੇਰੇ ਜੀਵਨ ਵਿੱਚ ਇਤਨੀ ਪਵਿੱਤਰਤਾ ਹੋਣੀ ਚਾਹੀਦੀ ਹੈ, ਜਿਹੜਾ ਤੇਰੀ ਸੰਗਤ ਕਰੇ ਉਹਦਾ ਅੰਦਰ ਬਾਹਰ ਨਿਰਮਲ ਹੋ ਜਾਏ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਕੀ? ਹੁਣ ਜੇ ਅਸੀਂ ਬਾਹਰ ਮੁਖੀ ਗੱਲ ਕਰੀਏ, ਅਸੀਂ ਕੀ ਕਹਾਂਗੇ ਕਿ ਮਹਾਰਾਜ ਜੀ ਨੇ ਸਾਨੂੰ ਤਲਵਾਰ ਦਿੱਤੀ, ਸਾਨੂੰ ਸ੍ਰੀ ਸਾਹਿਬ ਦਿੱਤੀ, ਸਾਨੂੰ ਕਿਰਪਾਨ ਦਿੱਤੀ। ਪੁਰਾਤਨ ਇਤਿਹਾਸ ਪੜ੍ਹ ਕੇ ਦੇਖੋ, ਰਾਜਪੂਤਾਂ ਦੇ ਕੋਲ ਬਹੁਤ ਬਾਕਮਾਲ ਸ਼ਸਤਰ ਹੋਇਆ ਕਰਦੇ ਸਨ। 6ਵੇਂ ਪਾਤਸ਼ਾਹ ਤੋਂ ਪਹਿਲਾਂ, ਕਲਗੀਧਰ ਪਾਤਸ਼ਾਹ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਦਿੱਤਾ ਕੀ? ਦਸਤਾਰ ਦਿੱਤੀ, ਤੇ ਰਾਜਪੂਤ ਪਹਿਲਾਂ ਦਸਤਾਰਾਂ ਬੰਨ੍ਹਦੇ ਸਨ। ਕਲਗੀਧਰ ਪਾਤਸ਼ਾਹ ਜੀ ਨੇ, ਗੁਰੂ ਮਹਾਰਾਜ ਨੇ ਦਿੱਤਾ ਕੀ? ਦਸਤਾਰ। ਮਹਾਰਾਜ ਜੀ ਨੇ ਦਿੱਤਾ ਕੀ? ਸਾਬਤ ਸੂਰਤ। ਰਾਜਪੂਤ ਪਹਿਲਾਂ ਸਾਬਤ ਸੂਰਤੀ ਹੋਇਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਵੱਡੀ ਬਖਸ਼ਿਸ਼ ਇਹ ਕੀਤੀ ਕਿ ਸਿੱਖ ਨੂੰ ਰੂਹਾਨੀ ਜੀਵਨ ਬਖਸ਼ਿਸ਼ ਕੀਤਾ। ਸਭ ਤੋਂ ਪਹਿਲਾਂ ਸੰਤ ਬਣਾਇਆ, ਫਿਰ ਜਾ ਕੇ ਸਿਪਾਹੀ ਬਣਾਇਆ। ਤੁਸੀਂ ਕਦੀ ਨਹੀਂ ਸੁਣੋਗੇ ਸਿਪਾਹੀ ਸੰਤ ਬਣਾਇਆ। ਹਮੇਸ਼ਾ ਹੀ ਇਹ ਸ਼ਬਦ ਵਰਤਿਆ ਜਾਂਦਾ ਹੈ ਕਿ ਪਹਿਲਾਂ ਸੰਤ ਬਣਾਇਆ, ਫਿਰ ਸਿਪਾਹੀ ਬਣਾਇਆ। ਇਹਦਾ ਅਰਥ ਇਹ ਹੈ ਕਿ ਪਹਿਲਾਂ ਤੇਰੇ ਜੀਵਨ ਦੇ ਵਿੱਚ ਇੰਨੀ ਕੁ ਪਵਿੱਤਰਤਾ ਹੋਵੇ, ਜਿਹੜਾ ਤੇਰੇ ਦਰਸ਼ਨ ਕਰੇ ਉਹਨੂੰ ਠੰਡ ਪੈ ਜਾਏ। ਜਿਹੜਾ ਤਪਦਾ ਹਿਰਦਾ ਤੇਰੇ ਪਾਸ ਆਵੇ, ਉਹਦਾ ਅੰਦਰ ਸ਼ਾਂਤ ਹੋ ਜਾਏ। ਗੁਰੂ ਦੇ ਸ਼ਬਦ ਦੇ ਵਿੱਚ ਬਰਕਤ ਇੰਨੀ ਹੈ, ਤੇ ਜੇ ਤੂੰ ਖੁਦ ਹੀ ਨਾ ਜਪ ਸਕਿਆ ਤੇ ਫਿਰ ਦੱਸ ਤੂੰ ਕਰੇਂਗਾ ਕੀ? ਜਿੰਨਾ ਚਿਰ ਅਸੀਂ ਇਹ ਮੰਨ ਕੇ ਬੈਠੇ ਹਾਂ ਕਿ ਦੇਖੋ ਮੇਰੇ ਆ 4-5 ਚਿੰਟੂ ਮਿੰਟੂ ਹੀ ਮੇਰੇ ਪਰਿਵਾਰ ਦੇ ਜੀ ਨੇ, ਕਹਿੰਦੇ ਨੇ ਉਹਨਾਂ ਚਿਰ ਤੂੰ ਕੋਈ ਐਫਰਟ ਨਹੀਂ ਕਰੇਗਾ। ਜਦੋਂ ਤੈਨੂੰ ਪਤਾ ਲੱਗੇਗਾ ਕਿ ਤੇਰਾ ਗੁਰੂ ਤੇਰੇ ਸਿਰ ਦੇ ਉੱਤੇ, ਤੇਰੇ ਮੋਢਿਆਂ ਦੇ ਬੜੀ ਵੱਡੀ ਜ਼ਿੰਮੇਵਾਰੀ ਛੱਡ ਕੇ ਗਿਆ, ਜਿਤਨੀ ਸਿੱਖ ਕੌਮ ਹੈ, ਜਿਤਨੀ ਸ੍ਰਿਸ਼ਟੀ ਹੈ, ਤੂੰ ਸਾਰਿਆਂ ਦਾ ਭਲਾ ਮੰਗਣਾ ਹੈ। ਤੇ ਜਿਹੜਾ ਆਪਣੀ ਰਸਨਾ ਤੋਂ ਕਦੀ ਭੁੱਲ ਕੇ ਵਾਹਿਗੁਰੂ ਨਹੀਂ ਕਹਿੰਦਾ, ਉਹਦੀ ਅਰਦਾਸ ਕਿਵੇਂ ਸੁਣੀ ਜਾਏਗੀ ਕਿ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਬਾਤ ਇਸ ਤਰ੍ਹਾਂ ਹੈ, ਅਸੀਂ ਸੌਖੇ ਢੰਗ ਨਾਲ ਸਮਝ ਲਈਏ। ਜਿਸ ਤਰ੍ਹਾਂ ਕੋਈ ਗੁਰਮੁਖ ਪਿਆਰਾ ਆਪਣੇ ਘਰ ਤੋਂ ਬਾਹਰ ਨਿਕਲੇ ਤੇ ਬਾਹਰ ਕਰੋੜਾਂ ਹੀ ਲੋਕ ਨੇ, ਸਾਰੇ ਕਹਿੰਦੇ ਨੇ ਭੁੱਖ ਲੱਗੀ ਹੈ, ਭੁੱਖ ਲੱਗੀ ਹੈ। ਤੇ ਹੁਣ ਜਿਹੜਾ ਬੰਦਾ ਅੰਦਰੋਂ ਬਾਹਰ ਨਿਕਲਿਆ, ਜਿਹਦੇ ਉੱਤੇ ਆਸਰਾ ਸਾਰਿਆਂ ਨੇ ਰੱਖਿਆ, ਉਹ ਬਾਹਰ ਨਿਕਲ ਕੇ ਇਹ ਕਹੇ ਤੇਰੇ ਭਾਣੇ ਸਰਬੱਤ ਦਾ ਭਲਾ, ਚੰਗਾ ਜੀ ਅਸੀਂ ਚੱਲੇ ਹਾਂ। ਤੇ ਅਗਲਿਆਂ ਨੇ ਰੋਕ ਲੈਣਾ ਕਿ ਭਾਈ ਕੁਝ ਨਾ ਕੁਝ ਖਾਣ ਨੂੰ ਦੇ, ਭੁੱਖੇ ਆਏ ਹਾਂ ਤੇਰੇ ਦਰ ਤੇ, ਤੂੰ ਗੁਰੂ ਨਾਨਕ ਦਾ ਸਿੱਖ ਹੈ। ਤੇ ਕਹਿੰਦੇ ਨੇ ਉਸ ਵੇਲੇ ਬੰਦੇ ਨੇ ਕਹਿਣਾ ਮੈਂ ਤੇ ਆਪ ਭੁੱਖਾ ਮਰਦਾ ਪਿਆ, ਮੈਂ ਤੁਹਾਨੂੰ ਕੀ ਦੇਵਾਂ, ਮੇਰੀ ਤੇ ਆਪਣੀ ਭੁੱਖ ਸ਼ਾਂਤ ਨਹੀਂ ਹੋਈ। ਕਹਿਣ ਦਾ ਅਰਥ ਇਹ ਹੈ, ਜੇ ਅਸੀਂ ਕਮਾਵਾਂਗੇ, ਜੇਬ ਦੇ ਵਿੱਚ 4 ਕੁ ਟਕੇ ਹੋਣਗੇ, 4 ਕੁ ਛਿੱਲੜ ਹੋਣਗੇ, ਅਸੀਂ ਪਦਾਰਥ ਲਿਆਵਾਂਗੇ, ਫੇਰ ਹੀ ਦੂਜੇ ਨੂੰ ਛਕਾਵਾਂਗੇ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਪਏ ਨੇ ਕਿ ਭਾਈ ਤੂੰ ਖੁਦ ਭਗਤੀ ਕਰੇਂਗਾ, ਖੁਦ ਜਪ ਤਪ ਕਰੇਂਗਾ, ਖੁਦ ਸਿਮਰਨ ਕਰੇਂਗਾ, ਖੁਦ ਗੁਰੂ ਦੇ ਉੱਤੇ ਭਰੋਸਾ ਕਾਇਮ ਕਰੇਂਗਾ, ਫੇਰ ਜਿਸ ਵੇਲੇ ਤੂੰ ਅਰਦਾਸ ਕਰੇਂਗਾ ਤੇਰੇ ਭਾਣੇ ਸਰਬੱਤ ਦਾ ਭਲਾ, ਫੇਰ ਕਿਸੇ ਦਾ ਭਲਾ ਹੋ ਸਕਦਾ ਹੈ। ਜਿਹਦਾ ਆਪਣਾ ਨਹੀਂ ਭਲਾ ਹੋਇਆ, ਦੂਜੇ ਦਾ ਭਲਾ ਕੀ ਕਰੇਗਾ? ਪਰ ਇਹ ਵੀ ਸੱਚ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਐਸੀ ਕੀਤੀ, ਕੋਈ ਨਿਤਨੇਮ ਦੇ ਵਿੱਚ ਪਰਪੱਕਤਾ ਦੇ ਵਿੱਚ ਆ ਜਾਏ, ਅੰਮ੍ਰਿਤ ਵੇਲੇ ਨੂੰ, ਸ਼੍ਰੀ ਰਹਿਰਾ ਸਾਹਿਬ ਜੀ ਦੇ ਸਮੇਂ ਨੂੰ, ਆਰਾਮ ਵੇਲੇ ਦੇ ਸਮੇਂ 'ਚ 7 ਬਾਣੀਆਂ ਦਾ ਨਿਤਨੇਮ ਪਰਤ ਕੇ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਕਰੇ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਵੇਲੇ ਉਸ ਸਿੱਖ ਨੂੰ ਮੇਰੀ ਲੋੜ ਹੋਏਗੀ, ਆਵਾਜ਼ ਮਾਰੇ, ਉਹਦੀ ਆਵਾਜ਼ ਅਜੇ ਸੰਪੂਰਨ ਨਹੀਂ ਹੋਏਗੀ, ਮੈਂ ਸਾਹਮਣੇ ਸੇਵਾ ਵਿੱਚ ਹਾਜ਼ਰ ਹੋ ਜਾਵਾਂਗਾ, ਮੈਂ ਉਸੇ ਵੇਲੇ ਆਵਾਂਗਾ। ਤੇ ਸੱਚ ਇਹ ਹੈ, ਗੁਰੂ ਤਾਂ ਹਰ ਵੇਲੇ ਹਾਜ਼ਰ ਹੈ, ਅਸੀਂ ਹੀ ਹਾਜ਼ਰ ਨਹੀਂ ਹੁੰਦੇ। ਅਸੀਂ ਦੌੜੇ ਫਿਰਦੇ ਹਾਂ ਕਦੀ ਕਿਤੇ ਕਦੀ ਕਿਤੇ। ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਕੋਈ ਪਹੁੰਚ ਜਾਵੇ ਤੇ ਸਾਨੂੰ ਫੋਨ ਕਰਕੇ ਇਹ ਕਹੇ ਕਿ ਮੈਂ ਤਾਂ ਤੁਹਾਡੇ ਘਰ ਵਿੱਚ ਪਹੁੰਚਿਆ ਹਾਂ, ਤੁਸੀਂ ਕਿੱਥੇ ਹੋ? ਤੇ ਅਸੀਂ ਕਹਿਣਾ ਕਿ ਮੈਂ ਜੀ 10 ਕਿਲੋਮੀਟਰ ਦੂਰ ਗਿਆ, ਮੈਂ 20 ਕਿਲੋਮੀਟਰ ਦੂਰ ਗਿਆ, ਮੈਂ ਖੱਬੇ ਗਿਆ, ਮੈਂ ਸੱਜੇ ਗਿਆ। ਫਿਰ ਜੋ ਘਰ ਵਿੱਚ ਪਹੁੰਚਿਆ ਉਹਨੇ ਕਹਿਣਾ ਇਹ ਕਸੂਰ ਤੁਹਾਡਾ ਹੈ, ਮੈਂ ਤਾਂ ਤੁਹਾਡੇ ਘਰ ਵਿੱਚ ਕਈ ਘੰਟਿਆਂ ਤੋਂ ਖੜਾ ਹਾਂ, ਮੈਂ ਤੁਹਾਡੀ ਵੇਟ ਕਰਦਾ ਪਿਆ ਹਾਂ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ।
ਮਹਾਰਾਜ ਜੀ ਕਹਿੰਦੇ ਨੇ ਉਹ ਜਲ ਥਲ ਮਹੀਲ ਪੂਰਿਆ, ਉਹ ਤਾਂ ਇੱਕ ਇੱਕ ਕਣ ਵਿੱਚ ਵਸਿਆ ਹੋਇਆ ਹੈ। ਤੇ ਗੁਰੂ ਨੇ ਤੇ ਤੈਨੂੰ ਵਚਨ ਕੀਤਾ ਹੈ ਕਿ ਭਲਿਆ ਜਿਸ ਵੇਲੇ ਤੂੰ ਫਤਿਹ ਬੁਲਾਵੇਂਗਾ ਮੈਂ ਆਵਾਂਗਾ ਸਾਹਮਣੇ, ਜਿਸ ਵੇਲੇ ਤੂੰ ਵਾਹਿਗੁਰੂ ਕਹੇਂਗਾ, ਮੈਨੂੰ ਯਾਦ ਕਰੇਂਗਾ, ਮੈਂ ਆਵਾਂਗਾ ਸਾਹਮਣੇ। ਇਹਦਾ ਅਰਥ ਇਹ ਹੈ ਕਿ ਤੇਰੇ ਨੇਤਰਾਂ ਅੱਗੇ ਜਿਹੜਾ ਪਰਦਾ ਪਿਆ ਹੈ ਉਹ ਪਰਦਾ ਪਾਸੇ ਹੋ ਜਾਏਗਾ। ਉਹ ਪਰਦਾ ਜਿਸ ਵੇਲੇ ਪਾਸੇ ਹੋਵੇਗਾ ਤੇ ਉਸੇ ਵੇਲੇ ਪਤਾ ਲੱਗੇਗਾ ਕਿ ਮਨਾ ਜਿਹਨੂੰ ਤੂੰ ਆਵਾਜ਼ ਦਿੰਦਾ ਪਿਆ ਸੀ ਉਹਨੇ ਤਾਂ ਤੈਨੂੰ ਗੋਦ ਵਿੱਚ ਚੁੱਕਿਆ ਹੋਇਆ, ਵੇਖ ਤੈਨੂੰ ਕਿੱਥੋਂ ਕਿੱਥੋਂ ਬਚਾਇਆ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਜੋ ਅਸਾਂ ਨੇ ਪੌੜੀ ਸ਼ਰਵਣ ਕੀਤੀ ਹੈ ਨਾ ਜੀ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਜੇਕਰ ਅਸੀਂ ਪਰਮੇਸ਼ਵਰ ਦੇ ਗੁਣਾਂ ਦੀ ਕੀਮਤ ਪਾਈਏ, ਅਮੁੱਲ ਗੁਣ ਅਮੁੱਲ ਵਪਾਰ। ਵੇਖੋ ਅਸੀਂ ਇਹ ਪੰਕਤੀ ਕਿੰਨੀ ਵਾਰੀ ਪੜ੍ਹੀ, ਤਕਰੀਬਨ ਹਰ ਇੱਕ ਸਿੱਖ ਨੂੰ ਇਹ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਹੈ। ਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤਾ, ਜਿਸ ਸਿੱਖ ਨੂੰ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਕੰਠ ਨਹੀਂ ਉਹ ਸਿੱਖ ਜਿਉਂਦਾ ਕਿਉਂ ਹੈ। ਜਿਸ ਨੂੰ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਯਾਦ ਨਹੀਂ, ਜੇ ਉਹ ਜਿਉਂਦਾ ਪਿਆ ਹੈ ਇਹਦੇ ਨਾਲੋਂ ਚੰਗਾ ਮਰ ਜਾਂਦਾ। ਕਿਉਂ ਜੀ, ਤੁਸੀਂ ਮਾਰ ਕੇ ਹੀ ਖੁਸ਼ ਜੇ ਮਹਾਰਾਜ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰੀ ਸੱਚਖੰਡ ਦੀ ਤਾਕਤ, ਖੰਡਾਂ ਬ੍ਰਹਿਮੰਡਾਂ ਨੂੰ ਚਲਾਉਣ ਵਾਲੀ ਸ਼ਕਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਸਾਰੀ ਦੀ ਸਾਰੀ ਕਮਾਈ ਸ਼੍ਰੀ ਜਪਜੀ ਸਾਹਿਬ ਵਿੱਚ ਟਿਕਾ ਦਿੱਤੀ। ਤੇ ਸਿੱਖ ਹੁਣ 5-10 ਮਿੰਟ ਕੱਢ ਕੇ ਜਪਜੀ ਸਾਹਿਬ ਪੜ੍ਹ ਵੀ ਨਹੀਂ ਸਕਦਾ। ਇਹ ਇੰਨਾ ਨਾ ਸ਼ੁਕਰ ਹੈ। ਇਹਦੇ ਗੁਰੂ ਨੇ ਤੇ ਸਾਰਾ ਆਪਣਾ ਜੀਵਨ, ਕਈ ਯੁੱਗਾਂ ਦੀ ਤਪੱਸਿਆ ਇਹਦੇ ਤੋਂ ਕੁਰਬਾਨ ਕੀਤੀ, ਇਹਦੀ ਝੋਲੀ ਵਿੱਚ ਪਾਈ। ਤੇ ਇਹ ਇੰਨਾ ਐਫਰਟ ਕਰਕੇ ਰਾਜ਼ੀ ਨਹੀਂ ਜਿਸ ਤਰ੍ਹਾਂ ਸਾਡੀ ਝੋਲੀ ਵਿੱਚ ਨਾ ਕੋਈ ਵਸਤੂ ਪਈ ਹੋਵੇ ਨਾ। ਫੋਰ ਐਗਜ਼ਾਮਪਲ ਸਾਡੀ ਝੋਲੀ ਵਿੱਚ ਸੇਬ ਹੀ ਪਿਆ ਹੋਵੇ, ਤੇ ਹੁਣ ਸੇਬ ਤੱਕ ਅਸੀਂ ਜੇ ਹੱਥ ਲੈ ਕੇ ਜਾਵਾਂਗੇ ਫੇਰ ਹੀ ਹੱਥ ਵਿੱਚ ਆਵੇਗਾ, ਕਿ ਜਾਂ ਫਿਰ ਸੇਬ ਨੂੰ ਕਹਾਂਗੇ ਲੈ ਤੂੰ ਸੇਬ ਹੈ, ਤੂੰ ਭੁੱਖ ਮਿਟਾ ਦਿੰਦਾ, ਹੁਣ ਤੂੰ ਕੰਮ ਕਰ, ਮੂੰਹ ਅਸੀਂ ਖੋਲਣਾ ਨਹੀਂ, ਆਪਣੇ ਆਪ ਅੰਦਰ ਚਲਾ ਜਾ, ਤੇਰੀ ਜ਼ਿੰਮੇਵਾਰੀ ਬਣਦੀ ਹੈ ਭਾਈ, ਤੂੰ ਜੋ ਮਰਜ਼ੀ ਕਰ ਸਕਦਾ ਹੈ। ਹੇ ਐਪਲ, ਤੂੰ ਢਿੱਡ 'ਚ ਆਪਣੇ ਆਪ ਚਲਾ ਜਾ, ਪੇਟ ਵਿੱਚ ਆਪਣੇ ਆਪ ਚਲਾ ਜਾ, ਕਿਉਂਕਿ ਅਸੀਂ ਕੁਝ ਨਹੀਂ ਕਰਨਾ। ਸਾਡੇ ਕੋਲ ਹੁਣ ਕਿਹੜਾ ਬੰਦਾ ਇੰਨੀ ਸ਼ਕਤੀ ਦੇਵੇ ਕਿ ਅਸੀਂ ਪਹਿਲਾਂ ਹੱਥ ਦੇ ਨਾਲ ਐਪਲ ਫੜੀਏ, ਬੜੀ ਮਿਹਨਤ ਕਰਨੀ ਪੈਂਦੀ ਹੈ। ਫਿਰ ਅਸੀਂ ਮੂੰਹ ਦੇ ਵਿੱਚ ਪਾਈਏ, ਮੂੰਹ ਖੋਲ੍ਹਣਾ ਪੈਣਾ, ਫਿਰ ਚਬਾਉਣਾ ਪੈਣਾ, ਫਿਰ ਲੰਘਾਉਣਾ ਪੈਣਾ। ਕਿਹੜਾ ਬੰਦਾ ਇੰਨੀ ਮਸ਼ੱਕਤ ਕਰੇ, ਇੰਨਾ ਐਫਰਟ ਕਰੇ। ਸੇਬ ਲੋੜ ਤੈਨੂੰ ਆ ਤੇ ਤੂੰ ਆਪਣੇ ਆਪ ਹੀ ਅੰਦਰ ਚਲਾ ਜਾ। ਸੇਬ ਨੇ ਕਹਿਣਾ ਮੈਨੂੰ ਕੀ ਲੋੜ, ਮੈਂ ਤੇ ਚੰਗਾ ਭਲਾ ਦਰਖਤ ਨਾਲ ਲੱਗਾ ਸੀ, ਬ੍ਰਿਕਸ਼ ਨਾਲ ਲੱਗਾ ਸੀ, ਤੇਰੇ ਸੁੱਖ ਵਾਸਤੇ ਮੈਂ ਉਸ ਬ੍ਰਿਕਸ਼ ਨਾਲੋਂ ਟੁੱਟਿਆ ਤੇ ਤੂੰ ਇੰਨੀ ਵੀ ਮਿਹਨਤ ਕਰਕੇ ਰਾਜੀ ਨਹੀਂ। ਸਾਡਾ ਹਾਲ ਐਸਾ ਹੀ ਹੈ। ਸਾਡੇ ਗੁਰੂ ਮਹਾਰਾਜ ਨੇ ਸਾਡੀ ਝੋਲੀ ਵਿੱਚ ਦੀਨ ਦੁਨੀਆ ਦੀਆਂ ਬਖਸ਼ਿਸ਼ਾਂ ਪਾਈਆਂ, ਅਸੀਂ ਬਸ ਹੱਥ ਅੱਗੇ ਕਰਕੇ ਤੇ ਉਸ ਭੋਜਨ ਨੂੰ ਛਕਣ ਵਾਸਤੇ ਹਲਕਾ ਜਿਹਾ ਵੀ ਐਫਰਟ ਨਹੀਂ ਕਰਦੇ। ਜਿਸ ਘਰ ਦੇ ਵਿੱਚ ਬੱਚਿਆਂ ਨੂੰ ਸ਼੍ਰੀ ਜਪਜੀ ਸਾਹਿਬ ਕੰਠ ਹੋਏਗਾ, ਜਿਸ ਘਰ ਦੇ ਵਿੱਚ ਇੱਕ ਸਵਾਣੀ ਨੂੰ ਜਪਜੀ ਸਾਹਿਬ ਕੰਠ ਹੋਏਗਾ, ਤੇ ਉਸ ਘਰ ਦੇ ਵਿੱਚ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਤੱਖ ਹੀ ਪ੍ਰਗਟ ਹੋਣਗੇ। ਉੱਥੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਵਰਤੇਗੀ। ਤੇ ਜੇਕਰ ਸਿੱਖ ਨੂੰ ਜਪਜੀ ਸਾਹਿਬ ਹੀ ਨਹੀਂ ਕੰਠ ਹੈ ਤੇ ਫਿਰ ਤੇ ਸੋਚਣਾ ਪਏਗਾ ਕਿ ਉਹ ਸਿੱਖ ਹੈ। ਜੇ ਆਪਾਂ ਨੂੰ ਹੋਰ ਚੀਜ਼ਾਂ ਕੰਠ ਹੋ ਸਕਦੀਆਂ ਨੇ, ਆਪਾਂ ਨੂੰ ਗੱਲਾਂ ਬਾਤਾਂ ਕੰਠ ਹੋ ਜਾਂਦੀਆਂ ਨੇ। ਫਲਾਣੇ ਨੇ ਮੈਨੂੰ ਗਾਲ ਕੱਢੀ, ਮੈਂ ਪਾਰਟੀ ਵਿੱਚ ਗਿਆ, ਉਹਨੇ ਮੇਰੇ ਕੱਪੜਿਆਂ ਤੇ ਤੰਜ ਕੱਸਿਆ, ਉਹਨੇ ਮੈਨੂੰ ਕਮੈਂਟ ਕੀਤਾ ਤੇ ਮੈਨੂੰ ਇਹਦੀ ਗੱਲ ਸਾਰੀ ਜ਼ਿੰਦਗੀ ਨਹੀਂ ਭੁੱਲਣੀ। ਅੱਛਾ, ਇੰਨੀ ਇਕਾਗਰਤਾ, ਇੰਨਾ ਧਿਆਨ ਤੂੰ ਉਹਦੇ ਉੱਤੇ ਪਰਪੱਕਤਾ ਦੇ ਨਾਲ ਦਿੱਤਾ, ਇੰਨੀ ਤੂੰ ਆਪਣੀ ਇਕਾਗਰਤਾ ਇੱਕ ਸੰਸਾਰੀ ਬੰਦੇ ਦੇ ਬੈਡ ਬਿਹੇਵੀਅਰ ਉੱਤੇ ਦਿੱਤੀ, ਗਲਤ ਵਿਵਹਾਰ ਤੇ ਦਿੱਤੀ। ਜੇ ਹਲਕੀ ਜਿਹੀ ਤੂੰ ਇਕਾਗਰਤਾ ਗੁਰੂ ਦੀ ਬਾਣੀ ਵਾਲੇ ਪਾਸੇ ਲਾਉਂਦਾ ਤੇ ਹੁਣ ਨੂੰ ਤੂੰ ਗੁਰੂ ਦਾ ਰੂਪ ਹੋਇਆ ਹੋਣਾ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਲਿਆ ਸੰਸਾਰੀ ਸੁੱਖ ਕਦੀ ਸੰਸਾਰੀ ਚੀਜ਼ਾਂ ਦੇ ਨਾਲ
ਰੱਬ ਦੀਆਂ ਬਖਸ਼ਿਸ਼ਾਂ ਨਹੀਂ ਨਾਜ਼ਲ ਹੁੰਦੀਆਂ, ਤੇ ਜਦ ਕਿ ਇਹ ਸੁੱਖ ਵੀ ਤੇ ਰੱਬ ਦੇ ਦਿੱਤੇ ਨੇ। ਤੇ ਜੇ ਉਹਦੀਆਂ ਦਾਤਾਂ ਨੂੰ ਦੇਖ ਕੇ ਕੋਈ ਦਾਤੇ ਦੀ ਭਗਤੀ ਵਿੱਚ ਜੁੜੇ ਨਾ, ਤੇ ਉਹਦੇ ਤੋਂ ਵੱਡਾ ਅਕਿਰਤ ਘਣ ਕੋਈ ਨਹੀਂ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲੇਹੋ ਰੱਬ ਅੰਤਰਜਾਮੀ। ਕਹਿਣ ਦਾ ਅਰਥ ਅਸੀਂ ਲੂਣ ਹਰਾਮੀ ਆ ਜੀ, ਅਸੀਂ ਗੁਰੂਆਂ ਦਾ ਲੂਣ ਖਾ ਕੇ ਹਰਾਮ ਕੀਤਾ। ਕਹਿਣਾ ਪਏਗਾ। ਜੇ ਅਸੀਂ ਕਹੀਏ ਜੀ ਲੈ ਅਸੀਂ ਤਾਂ ਮਹਾਰਾਜ ਨੂੰ ਮੰਨਦੇ ਹਾਂ, ਅਸੀਂ ਕਦੇ ਪੀਰਾਂ ਪੂਰਾਂ ਦੀ ਜਗ੍ਹਾ ਤੇ ਨਹੀਂ ਜਾਂਦੇ, ਅਸੀਂ ਟੱਲ ਨਹੀਂ ਖੜਕਾਉਂਦੇ ਜੀ, ਅਸੀਂ ਕਦੀ ਗੁਰੂ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਿਆ। ਉਹ ਜੇ ਟੇਕਿਆ ਹੁੰਦਾ ਤੇ ਭਗਤੀ ਨਾ ਕਰਦਾ। ਜੇ ਕਿਤੇ ਤੂੰ ਮੱਥਾ ਟੇਕਿਆ ਹੁੰਦਾ ਤੇ ਸ਼੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਦਾ। ਜੇ ਕਿਤੇ ਮੱਥਾ ਟੇਕਿਆ ਹੁੰਦਾ ਤੇ ਗੁਰੂ ਮਹਾਰਾਜ ਜੀ ਦੇ ਪ੍ਰਤੀ ਆਪਣਾ ਜੀਵਨ ਸਮਰਪਿਤ ਕਰ ਲੈਂਦਾ। ਸੱਚੇ ਪਾਤਸ਼ਾਹ ਜੀ ਭਲੀ ਕਰਨ, ਦਾਸ ਕਥਾ ਨਹੀਂ ਕਰਦਾ ਪਿਆ, ਕਿਉਂਕਿ ਦਾਸ ਨੂੰ ਲੋੜ ਹੀ ਨਹੀਂ ਹੈ, ਕਿਉਂਕਿ ਕਥਾ ਹੁੰਦੀ ਹੈ ਆਪਣੇ ਵਾਸਤੇ। ਇਹ ਤਾਂ ਗੁਰਮੁਖਾਂ ਨੇ ਹੁਕਮ ਕੀਤਾ ਕਿ ਜੇਕਰ ਸੱਚੇ ਪਾਤਸ਼ਾਹ ਜੀ ਨੇ ਇੱਕ ਅੱਧਾ ਕਿਣਕਾ ਝੋਲੀ ਦੇ ਵਿੱਚ ਟਿਕਾਇਆ ਹੈ ਤੇ ਉਹ ਆਪ ਜੀ ਕਿਣਕੇ ਨੂੰ ਆਸੇ-ਪਾਸੇ ਗੁਰੂ ਦੀ ਆਗਿਆ ਅਨੁਸਾਰ ਪ੍ਰਚਾਰਿਤ ਕਰੋ, ਪ੍ਰਸਾਰਿਤ ਕਰੋ। ਇਹ ਤਾਂ ਸੱਚ ਇਹ ਹੈ, ਕਈ ਵਾਰ ਬੋਲਣ ਨੂੰ ਚਿੱਤ ਨਹੀਂ ਕਰਦਾ ਤੇ ਇੰਜ ਚਿੱਤ ਕਰਦਾ ਕਿ ਕੋਈ ਮੇਰੇ ਕੋਲ ਆਵੇ ਵੀ ਨਾ। ਅਸੀਂ ਫੋਨ ਬੰਦ ਕਰਕੇ ਤੇ ਅਸੀਂ ਆਪਣੇ ਕਮਰੇ ਦੇ ਵਿੱਚ ਬੈਠੀਏ, ਈਵਨ ਕਿ ਇੱਥੋਂ ਤੱਕ ਕਿ ਘਰ ਦਾ ਕੋਈ ਜੀਅ ਵੀ ਨਾ ਬੁਲਾਵੇ, ਕਿਉਂਕਿ ਗੁਰੂ ਦੀ ਬਾਣੀ 'ਚ ਤਾਕਤ ਹੀ ਇੰਨੀ ਹੈ, ਸ਼ਕਤੀ ਇੰਨੀ ਹੈ। ਗੁਰੂ ਦੀ ਮਹਾਰਾਜ ਜੀ ਦੀ ਜਿਸ ਵੇਲੇ ਅੰਦਰ ਦੀ ਸ਼ਕਤੀ ਪ੍ਰਗਟ ਹੁੰਦੀ ਹੈ, ਬਾਹਰ ਦੀਆਂ ਚੀਜ਼ਾਂ ਵਾਲੇ ਪਾਸੇ ਤੇ ਅੱਖਾਂ ਖੁੱਲਦੀਆਂ ਹੀ ਨਹੀਂ, ਅੰਦਰ ਦੇ ਰਸ ਦੇ ਨਾਲ ਜੁੜ ਜਾਂਦੀਆਂ ਨੇ। ਜੋ ਜ਼ੁਬਾਨ ਹੈ ਇਹ ਵੀ ਅੰਤਰਮੁਖੀ ਹੋ ਜਾਂਦੀ ਹੈ, ਤੇ ਜੋ ਨੇਤਰ ਨੇ ਇਹ ਅੰਤਰਮੁਖੀ ਹੋ ਕੇ ਉਸ ਮਾਲਕ ਦੇ ਦਰਸ਼ਨ ਦੀਦਾਰਿਆਂ ਦੇ ਵਿੱਚ ਆਪਣਾ ਆਪ ਕੁਰਬਾਨ ਕਰ ਦਿੰਦੀਆਂ ਹਨ। ਤੇ ਜੇਕਰ ਅਸੀਂ ਕਹੀਏ ਜੀ ਇਹ ਕਥਾਵਾਚਕ ਨੇ, ਇਹ ਗਿਆਨੀ ਨੇ, ਇਹਨਾਂ ਨੂੰ ਬੜੀ ਸੂਝ ਸਮਝ ਹੈ, ਜਿੰਨਾ ਚਿਰ ਭਗਤੀ ਨਹੀਂ, ਜਿੰਨਾ ਚਿਰ ਜਪ ਤਪ ਨਹੀਂ, ਜਿੰਨਾ ਚਿਰ ਸੇਵਾ ਸਿਮਰਨ ਨਹੀਂ, ਜਿੰਨਾ ਚਿਰ ਅੰਦਰ ਦਾ ਰਸ ਨਹੀਂ, ਹਰ ਇੱਕ ਕੀਤੀ ਹੋਈ ਧਰਮ ਦੀ ਕਿਰਿਆ ਪਖੰਡ ਬਣ ਜਾਂਦੀ ਹੈ। ਇਸ ਕਰਕੇ ਦਾਸ ਕਥਾ ਨਹੀਂ ਕਰਦਾ ਪਿਆ, ਦਾਸ ਤਾਂ ਆਪਣੇ ਹਿਰਦੇ ਨੂੰ, ਆਪਣੀ ਅੰਤਰ ਆਤਮਾ ਨੂੰ ਤਰਲਾ ਕਰਦਾ ਪਿਆ ਹੈ ਕਿ ਐ ਮਨਾ ਜਿੰਨਾ ਚਿਰ ਸਾਹ ਹਨ ਤੂੰ ਬੰਦਗੀ ਦੇ ਵਿੱਚ ਹੀ ਰਹਿ, ਤੂੰ ਸੇਵਾ ਸਿਮਰਨ ਵਿੱਚ ਹੀ ਰਹਿ, ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਦਾ ਭੋਗ ਪੈ ਜਾਣਾ। ਤੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੱਲ ਆਈਏ। ਮਹਾਰਾਜ ਜੀ ਨੇ ਅੱਜ 26ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕੀਤੀ, ਅਮੁੱਲ ਗੁਣ। ਭਾਈ ਪਰਮੇਸ਼ਵਰ ਦੇ ਜੋ ਗੁਣ ਹਨ, ਜੋ ਸਾਨੂੰ ਉਹਨੇ ਬਖਸ਼ੇ ਹਨ, ਉਹਨਾਂ ਦਾ ਮੁੱਲ ਨਹੀਂ ਪੈ ਸਕਦਾ। ਅਸੀਂ ਕਹਾਂਗੇ ਜੀ ਸਾਨੂੰ ਕਿਹੜਾ ਗੁਣ ਬਖਸ਼ ਦਿੱਤਾ। ਹੁਣ ਦਾਸ ਗੁਰੂ ਦੀ ਆਗਿਆ ਵਿੱਚ, ਗੁਰੂ ਦੀ ਬਖਸ਼ਿਸ਼ ਨਾਲ ਰਸਨਾ ਤੋਂ ਕੁਝ ਨਾ ਕੁਝ ਬੋਲਦਾ ਪਿਆ ਹੈ, ਤੇ ਅਸੀਂ ਰੱਬ ਨੂੰ ਕੋਈ ਇਹਦਾ ਮੁੱਲ ਤਾਰਿਆ ਹੈ ਕਿ ਮੈਂ ਜੀ 5 ਦਿਨਾਂ ਦੇ ਵਿੱਚ ਇੰਨੇ ਅੱਖਰ ਬੋਲਣੇ ਨੇ ਤੇ ਤੁਸੀਂ ਦੱਸੋ ਵੀ ਮੈਂ ਤੁਹਾਨੂੰ ਕਿੰਨੇ ਕੁ ਪੈਸੇ ਦੇਵਾਂ, ਮੈਂ ਤੁਹਾਡੀ ਕੀ ਸੇਵਾ ਕਰਾਂ। ਸਾਡਾ ਬੋਲਣਾ ਸਾਨੂੰ ਫ੍ਰੀ ਮਿਲਿਆ ਹੈ, ਇਸੇ ਕਰਕੇ ਸਾਨੂੰ ਕਦਰ ਨਹੀਂ ਹੈ। ਜਦੋਂ ਕੋਈ ਚੀਜ਼ ਫ੍ਰੀ ਮਿਲ ਜਾਏ ਨਾ, ਬੰਦੇ ਨੂੰ ਕਦਰ ਨਹੀਂ ਹੁੰਦੀ, ਤੇ ਜਦੋਂ ਬੰਦਾ ਮਿਹਨਤ ਕਰਦਾ ਇੱਕ ਇੱਕ ਸੈਂਟ ਇੰਜ ਲੱਗਦਾ ਕਿ ਇਹ ਬਹੁਤ ਕੀਮਤੀ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਸੁਣਦਾ ਪਿਆ ਕਿ ਤੂੰ ਪਰਮਾਤਮਾ ਜੀ ਦੇ ਅੱਗੇ ਪੈਸੇ ਰੱਖ ਕੇ ਆਖਿਆ ਜੀ ਮੈਂ ਨਾ 10,000 ਅੱਖਰ ਸੁਣਨੇ ਨੇ, ਤੇ ਇਸ ਕਰਕੇ 10,000 ਅੱਖਰ 10,000 ਸ਼ਬਦ ਸੁਣਨ ਦੀ ਦੱਸੋ ਜੀ ਕਿੰਨੀ ਕੁ ਕੀਮਤ ਹੈ। ਸਾਨੂੰ ਸਭ ਕੁਝ ਮਿਲਿਆ ਹੀ ਫ੍ਰੀ ਹੈ। ਆਪ ਜੀ ਨੂੰ ਪਤਾ ਹੋਏਗਾ ਜੋ ਕੈਮਰਾ ਹੁੰਦਾ ਹੈ, ਤੁਸੀਂ ਉਹਨੂੰ ਕੰਟੀਨਿਊਟੀ ਦੇ ਨਾਲ ਜੇ 50 ਤੋਂ 60 ਘੰਟੇ ਚਲਾਓ ਤੇ ਉਸ ਵੇਲੇ ਬਲਾਸਟ ਹੋ ਜਾਂਦਾ ਹੈ, ਸੜ ਜਾਂਦਾ ਹੈ, ਉਹਨੂੰ ਵੀ ਆਰਾਮ ਚਾਹੀਦਾ। ਤੇ ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ, ਜੇ ਅੰਦਰ ਦਾ ਰਸ ਮਿਲ ਜਾਏ ਸਾਲਾਂ ਬੱਧੀ ਤੁਸੀਂ ਅੱਖ ਬੰਦ ਨਾ ਵੀ ਕਰੋ ਤੇ ਤਾਂ ਵੀ ਖੇਡ ਵਰਤਦੀ ਰਹਿੰਦੀ ਹੈ। ਅੱਖਾਂ ਦਾ ਲੈਂਸ ਕਦੀ ਖਰਾਬ ਨਹੀਂ ਹੋਇਆ। ਤੇ ਜਿੰਨੀ ਵਾਰੀ ਅਸੀਂ ਅੱਖਾਂ ਚਮਕਾਉਂਦੇ ਹਾਂ
ਅਸੀਂ ਬਲਿੰਕ ਕਰਦੇ ਹਾਂ, ਸਾਡੀਆਂ ਅੱਖਾਂ ਬਲਿੰਕਿੰਗ ਕਰਦੀਆਂ ਨੇ। ਇੰਨੀ ਵਾਰੀ ਤੁਸੀਂ ਕਿਸੇ ਵੀ ਪੇਚ ਨੂੰ ਬਾਰ-ਬਾਰ ਤੁਸੀਂ ਲਾਓ, ਸਕਰੂ ਡਰਾਈਵਰ ਦੇ ਨਾਲ ਤੁਸੀਂ ਕਦੀ ਉਹਨੂੰ ਫਿਕਸ ਕਰੋ, ਕਦੀ ਬਾਹਰ ਕੱਢੋ, ਉਹਦੀਆਂ ਚੂੜੀਆਂ ਮਰ ਜਾਣਗੀਆਂ। ਮਹਾਰਾਜ ਜੀ ਕਹਿੰਦੇ ਨੇ ਦੇਖ ਉਹਦੇ ਗੁਣ ਕਿੰਨੇ ਨੇ, ਤੈਨੂੰ ਬਖਸ਼ਿਆ ਕੀ ਤੂੰ ਨਾ ਸ਼ੁਕਰਿਆ, ਅਜੇ ਤੱਕ ਤੂੰ ਧੰਨਵਾਦ ਨਹੀਂ ਕਰਦਾ। ਧੰਨਵਾਦ ਕਰ ਭਗਤੀ ਕਰਕੇ, ਧੰਨਵਾਦ ਕਰ ਆਪਣੇ ਗੁਰੂ ਦੇ ਬਚਨਾਂ ਨੂੰ ਜਪ ਕੇ। ਹੁਣ ਤੁਸੀਂ ਕੋਈ ਵੀ ਕੈਮਰਾ ਫੜੋ, ਉਹਦਾ ਸ਼ਟਰ ਤੁਸੀਂ ਹਜ਼ਾਰਾਂ ਵਾਰ ਇੱਕ ਦਿਨ ਦੇ ਵਿੱਚ ਕਦੀ ਖੋਲੋ ਕਦੀ ਬੰਦ ਕਰੋ, ਕਦੀ ਖੋਲੋ ਕਦੀ ਬੰਦ ਕਰੋ। ਅਸੀਂ ਅੱਖਾਂ ਨੂੰ ਵੇਖੋ ਸਾਫ਼ ਕਰਦੇ ਹਾਂ ਨਾ ਜੀ। ਜੇ ਅੱਖਾਂ ਥੱਕ ਗਈਆਂ ਤੇ ਅਸੀਂ ਅੱਖਾਂ 'ਤੇ ਹੱਥ ਰੱਖ ਕੇ ਤੇ ਜੋ ਅੰਦਰ ਫਲੂਇਡ ਹੁੰਦਾ ਹੈ ਤੇ ਉਹਦੇ ਉੱਤੇ ਜਦੋਂ ਅੱਖਾਂ ਦੇ ਉੱਤੇ ਸਾਡੇ ਹੱਥ ਜਾਂਦੇ ਨੇ ਤੇ ਉਸੇ ਵੇਲੇ ਸਾਨੂੰ ਆਰਾਮ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਹੱਥਾਂ ਵਿੱਚ ਵਾਈਬ੍ਰੇਸ਼ਨ ਹੈ। ਸਾਡੇ ਹੱਥਾਂ ਦੇ ਵਿੱਚ ਅਗੰਮੀ ਸ਼ਕਤੀ ਹੈ, ਪੂਰੇ ਸਰੀਰ ਵਿੱਚ ਸ਼ਕਤੀ ਭਰੀ ਹੋਈ ਹੈ। ਅਸੀਂ ਅੱਖਾਂ ਨੂੰ ਮਲ ਵੀ ਲੈਂਦੇ ਹਾਂ, ਅਸੀਂ ਅੱਖਾਂ ਨੂੰ ਕੱਪੜੇ ਨਾਲ ਵੀ ਸਾਫ਼ ਕਰ ਲੈਂਦੇ ਹਾਂ ਤੇ ਬਾਰ-ਬਾਰ ਅਸੀਂ ਅੱਖਾਂ ਨੂੰ ਮਲੀ ਵੀ ਜਾਈਏ ਤਾਂ ਵੀ ਇਹਦੇ ਅੰਤਰਮੁਖੀ ਝਰੀਟਾਂ ਨਹੀਂ ਪੈਂਦੀਆਂ। ਕਿਸੇ ਕੈਮਰੇ ਦੇ ਲੈਂਸ ਦੇ ਅੱਗੇ ਤੁਸੀਂ ਜੇ ਕੱਪੜਾ ਮਾਰ ਦਿਓ ਨਾ, ਥੋੜ੍ਹਾ ਜਿਹਾ ਉਬੜ ਖੱਬੜ ਜਿਹਾ ਕੱਪੜਾ, ਤੇ ਝਰੀਟਾਂ ਪੈ ਜਾਣਗੀਆਂ, ਲੈਂਸ ਖਰਾਬ ਹੋ ਜਾਂਦਾ। ਭਾਵੇਂ ਉਹ ਕੈਮਰਾ 5 ਕਰੋੜ ਦਾ ਕਿਉਂ ਨਾ ਹੋਵੇ, ਉਸ ਕੈਮਰੇ ਦੇ ਲੈਂਸ ਨੂੰ ਬੜਾ ਸਾਂਭ ਕੇ ਰੱਖਣਾ ਪੈਂਦਾ ਹੈ। ਤੇ ਦਾਤੇ ਨੇ ਲੈਂਸ ਬਖਸ਼ੇ ਨੇ, ਅਸੀਂ ਕਦੀ ਧੰਨਵਾਦ ਹੀ ਨਹੀਂ ਕੀਤਾ। ਐਪਲ ਦਾ ਨਵਾਂ ਮਾਡਲ ਆ ਜਾਏ, ਹਾਹਾਕਾਰ ਮਚ ਜਾਂਦੀ ਆ, ਪਹਿਲਾਂ ਹੀ ਬੁਕਿੰਗ ਸ਼ੁਰੂ ਹੋ ਜਾਂਦੀ ਆ। ਤੇ ਜੋ ਬੰਦੇ ਦੇ ਅੱਖਾਂ ਦਾ ਪਿਕਸਲ ਹੈ ਉਹ 720 ਪਿਕਸਲ ਹੈ, 720 ਪਿਕਸਲ। ਤੇ ਜੋ ਵੱਡੇ ਵੱਡੇ ਕੈਮਰੇ ਨੇ ਉਹਨਾਂ ਦੀ ਜੋ ਰੇਂਜ ਹੈ ਕਿੱਥੋਂ ਕੁ ਤੱਕ ਹੈ, HQ, HD, ਫੁੱਲ HD, 4K, ਵਟਐਵਰ। ਪਰ ਕੈਮਰੇ ਵਾਲੀਆਂ ਕੰਪਨੀਆਂ ਨੇ ਇਹ ਗੱਲ ਕੀਤੀ ਕਿ ਜਿੰਨਾ ਪਿਕਸਲ ਮਨੁੱਖ ਦੀ ਅੱਖ ਦਾ ਪਰਮੇਸ਼ਵਰ ਨੇ ਬਖਸ਼ਿਆ ਹੈ, ਟਿਕਾਇਆ ਹੈ, 7-8 ਹਜ਼ਾਰ ਸਾਲ ਬਾਅਦ ਸ਼ਾਇਦ ਕਿਤੇ ਮਨੁੱਖ ਦੀ ਅੱਖ ਦੇ ਪਿਕਸਲ ਦਾ ਕਿਤੇ 10ਵਾਂ 15ਵਾਂ ਹਿੱਸਾ ਇਹ ਸੰਸਾਰ ਦੇ ਵਿੱਚ ਇਨਵੈਂਸ਼ਨ ਹੋਵੇ। ਉਹ ਕਹਿਣ ਲੱਗੇ ਜੋ ਪਿਕਸਲ ਪਰਮੇਸ਼ਵਰ ਨੇ ਬੰਦੇ ਦੀ ਅੱਖ ਵਿੱਚ ਟਿਕਾ ਦਿੱਤਾ ਨਾ, ਉਹ ਪਿਕਸਲ ਸੰਸਾਰ ਦਾ ਬੰਦਾ ਬਣਾ ਹੀ ਨਹੀਂ ਸਕਦਾ। ਇਹ ਉਹਦੀ ਦਾਤਾਂ ਨੇ। ਅਸੀਂ ਹੁਣ ਜੇ ਇਹ ਕਹੀਏ ਕਿ ਰੱਬ ਜੀ ਦੱਸੋ ਜੀ ਕਿੰਨੀ ਪੇਮੈਂਟ ਚਾਹੀਦੀ ਆ, ਤੇ 720 ਪਿਕਸਲ ਜਿੰਨੀ ਤੇ ਸਾਡੇ ਕੋਲ ਪੇਮੈਂਟ ਹੈ ਨਹੀਂ, ਪੈਸੇ ਹੈ ਨਹੀਂ। ਤੁਸੀਂ ਐਵੇਂ ਕਰੋ ਜਿਵੇਂ ਉਹ ਐਪਲ ਕੰਪਨੀ ਦੇ ਹੁੰਦੇ ਨੇ ਨਾ ਕੈਮਰੇ 12 ਮੈਗਾਪਿਕਸਲ, ਤੁਸੀਂ 12 ਮੈਗਾਪਿਕਸਲ ਕਰ ਦਿਓ ਫੁੱਲ HD। ਇਸ ਢੰਗ ਦੇ ਨਾਲ ਤੇ ਅਸੀਂ ਸਾਰੇ ਅੰਨੇ ਹੀ ਹੋਣੇ ਸੀ, ਇਸ ਢੰਗ ਨਾਲ ਅਸੀਂ ਸਾਰੇ ਬੋਲੇ ਹੋਣੇ ਸੀ, ਇਸ ਢੰਗ ਨਾਲ ਸਾਰੇ ਗੂੰਗੇ ਹੀ ਹੋਣੇ ਸੀ, ਕਿਉਂਕਿ ਅਸੀਂ ਕੁਝ ਦੇ ਹੀ ਨਹੀਂ ਸਕਦੇ। ਮਹਾਰਾਜ ਜੀ ਕਹਿੰਦੇ ਨੇ ਕਿ ਸੱਜਣਾ ਤੂੰ ਆਪਣੇ ਆਪ ਵੱਲ ਦੇਖੇ, ਤੈਨੂੰ ਮਹਿਸੂਸ ਹੋਣਾ ਤੂੰ ਤੇ ਦੁਨੀਆ ਤੇ ਸਭ ਤੋਂ ਵੱਡਾ ਭਿਖਾਰੀ, ਤੇ ਤੂੰ ਕਹਿੰਦਾ ਕਿ ਮੈਂ ਕੁਝ ਦੇ ਵੀ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਵੇਲੇ ਤੇਰੀ ਬਾਂਹ ਵੱਢੀ ਜਾਏ ਤੇ ਉਸ ਵੇਲੇ ਸਟੀਲ ਦੇ ਹੱਥ ਲਾਏ ਜਾਂਦੇ ਨੇ, ਆਇਰਨ ਦੇ ਹੱਥ ਲਾਏ ਜਾਂਦੇ ਨੇ, ਲੱਕੜ ਦੇ ਹੱਥ ਲਾਏ ਜਾਂਦੇ ਨੇ, ਪਲਾਸਟਿਕ ਦੇ ਹੱਥ ਲਾਏ ਜਾਂਦੇ ਨੇ। ਉਹ ਲੱਗ ਵੀ ਜਾਣ, ਪਰ ਜੋ ਤੇਰੇ ਹੱਥ ਰੱਬ ਨੇ ਤੈਨੂੰ ਬਖਸ਼ੇ ਨੇ, ਕੀੜੀ ਤੁਰੇ ਤੇ ਤੈਨੂੰ ਪਤਾ ਲੱਗ ਜਾਂਦਾ ਉਹਨੂੰ ਪਲਾਸਟਿਕ ਜਾਂ ਫਿਰ ਸਟੀਲ ਵਾਲੇ ਹੱਥ ਦੇ ਉੱਤੇ ਭਾਵੇਂ ਹਾਥੀ ਨੱਚਦਾ ਫਿਰ ਤੈਨੂੰ ਪਤਾ ਹੀ ਨਹੀਂ ਲੱਗਣਾ। ਕਹਿਣ ਦਾ ਅਰਥ ਇਹ ਹੈ ਅਮੁੱਲ ਗੁਣ। ਪਰਮੇਸ਼ਵਰ ਜੀ ਦੇ ਗੁਣ ਐਸੇ ਹਨ ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਕੀਮਤ ਪਾਈ ਨਹੀਂ ਜਾ ਸਕਦੀ, ਕੀਮਤ ਤਾਰੀ ਨਹੀਂ ਜਾ ਸਕਦੀ। ਮਾਇਆ ਦੇ ਕੇ ਉਸ ਗੁਣ ਨੂੰ ਅਸੀਂ ਖਰੀਦ ਨਹੀਂ ਸਕਦੇ। ਹੁਣ ਇਸ ਢੰਗ ਦੇ ਨਾਲ ਹੁਣ ਦਾਸ ਕੱਲੀ ਸਰੀਰ ਦੀ ਗੁਣਵੱਤਾ ਨੂੰ ਬਿਆਨ ਕਰੇ, ਸਾਨੂੰ ਘੱਟੋ ਘੱਟ 200-300 ਘੰਟੇ ਚਾਹੀਦੇ ਨੇ। ਜੇ ਇਕੱਲਾ ਅਸੀਂ ਸਰੀਰ ਦੇ ਗੁਣਾਂ ਦਾ ਵਿਖਿਆਨ ਕਰੀਏ, ਘੱਟੋ ਘੱਟ 200-300 ਘੰਟੇ, ਇਹ ਵੀ ਸ਼ਾਇਦ ਘੱਟ ਪੈ ਜਾਣੇ ਨੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਮੁੱਲ ਗੁਣ, ਪਰਮੇਸ਼ਵਰ ਦੇ ਗੁਣਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ, ਉਹ ਅਮੋਲਕ ਹਨ। ਅਮੁੱਲ ਵਪਾਰ, ਤੇ ਜੋ ਇਹਨਾਂ ਦੇ ਗੁਣਾਂ ਦੇ ਵਪਾਰ ਕਰਨ ਵਾਲੇ ਹਨ
ਉਹ ਵੀ ਅਮੋਲਕ ਹਨ, ਉਹਨਾਂ ਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਮਹਾਰਾਜ ਜੀ ਗੁਣਾਂ ਦੇ ਵਪਾਰੀ ਕੌਣ ਨੇ? ਤੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ। ਕਿਸੇ ਨੇ ਤੇ ਤਾਂਬੇ ਦਾ ਵਪਾਰ ਕੀਤਾ, ਕਿਸੇ ਨੇ ਕਾਂਸੀ ਦਾ ਵਪਾਰ ਕੀਤਾ, ਕਿਸੇ ਨੇ ਲੌਂਗ ਦਾ ਵਪਾਰ ਕੀਤਾ, ਕਿਸੇ ਨੇ ਸੁਪਾਰੀ ਦਾ ਵਪਾਰ ਕੀਤਾ, ਪਰ ਜਿਹੜੇ ਸੰਤ ਮਹਾਪੁਰਸ਼ ਭਗਤ ਹਨ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਦਾ ਵਪਾਰ ਕੀਤਾ, ਪਰਮੇਸ਼ਵਰ ਦੇ ਗੁਣਾਂ ਦਾ ਵਪਾਰ ਕੀਤਾ। ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਬ ਹਮਾਰੀ, ਹਰ ਕੇ ਨਾਮ ਕੇ व्यापारी, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਹਿਣ ਲੱਗੇ ਹੁਣ ਸੰਸਾਰ ਕੌਡੀਆਂ ਪ੍ਰਤੀਤ ਹੁੰਦਾ ਹੈ। ਆਪ ਜੀ ਜਪ ਤਪ ਜਿਸ ਵੇਲੇ ਕਰੀ ਜਾਓਗੇ ਅੰਦਰ ਐਸੀ ਖੇਡ ਵਰਤ ਜਾਂਦੀ ਹੈ ਤੇ ਬੜੀ ਛੇਤੀ ਵਰਤਦੀ ਹੈ, ਬਸ਼ਰਤੇ ਸਾਡੇ ਅੰਦਰ ਚਾਉ ਹੋਵੇ ਸਹੀ ਮਿਲਣ ਦਾ ਉਸ ਮਾਲਕ ਨੂੰ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਅਮੁੱਲ ਗੁਣ। ਇਸ ਅਮੁੱਲ ਖਰੂਫ ਨੂੰ ਬੋਲਣ ਲੱਗਿਆਂ ਮੰਮੇ ਉੱਤੇ ਅਧਕ ਲੱਗੇਗਾ। ਬੋਲਣ ਦੇ ਵਿੱਚ, ਪ੍ਰਨਾਊਂਸ ਕਰਨ ਦੇ ਵਿੱਚ ਇਹ ਆਏਗਾ ਅਮੁੱਲ ਗੁਣ। ਗੁਣ ਕਹਿਣਾ ਹੈ, ਗੁਣ, ਗੁਣ ਨਹੀਂ। ਜੇ ਗੁਣ ਕਹਾਂਗੇ ਫਿਰ ਨੰਨਾ ਪੈ ਜਾਏਗਾ, ਹੈ ਇਹ ਅਣਾਣ। ਅਮੁੱਲ ਗੁਣ, ਅਮੁੱਲ ਵਪਾਰ। ਪਰਮੇਸ਼ਵਰ ਦੇ ਜੋ ਗੁਣ ਹਨ ਉਹ ਅਮੋਲਕ ਹਨ, ਉਹਨਾਂ ਅਸੀਂ ਇੱਕ ਵੀ ਗੁਣ ਦੀ ਕੀਮਤ ਨਹੀਂ ਪਾ ਸਕਦੇ, ਇੱਕ ਵੀ ਗੁਣ ਦੀ ਕੀਮਤ ਨਹੀਂ ਪਾ ਸਕਦੇ। ਤੇ ਪਰਮੇਸ਼ਵਰ ਦਾ ਜੋ ਵਪਾਰ ਕਰਦੇ ਨੇ, ਜੋ ਵਪਾਰ ਦੇ ਗਾਹਕ ਨੇ ਸੰਤ ਮਹਾਪੁਰਖ, ਕਹਿੰਦੇ ਨੇ ਉਹ ਵੀ ਅਮੋਲਕ ਹਨ, ਉਹਨਾਂ ਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਵੀ ਸਤਿਕਾਰਯੋਗ ਹਨ। ਇਸ ਕਰਕੇ ਸਤਿਕਾਰਯੋਗ ਹਨ ਕਿ ਉਹਨਾਂ ਨੂੰ ਗੁਣਾਂ ਦੀ ਸਮਝ ਪੈ ਗਈ, ਉਹਨਾਂ ਨੇ ਗੁਣਾਂ ਦਾ ਆਪਣੇ ਅੰਦਰੋਂ ਸਵਰੂਪ ਦੇਖ ਲਿਆ, ਆਪਣੇ ਅੰਦਰੋਂ ਪ੍ਰਕਾਸ਼ ਦੇਖ ਲਿਆ, ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਐ ਮਨਾ ਤੂੰ ਤੇ ਬੜਾ ਵੱਡਾ ਨਾ ਸ਼ੁਕਰ ਹੈ, ਤੂੰ ਸ਼ੁਕਰਾਨਾ ਹੀ ਨਹੀਂ ਕਰਦਾ, ਇੰਨਾ ਕੁਝ ਤੈਨੂੰ ਦਿੱਤਾ ਹੈ। ਨੀਂਦ ਦਾ ਆਉਣਾ ਵੀ ਸਭ ਤੋਂ ਵੱਡਾ ਸ਼ੁਕਰਾਨਾ ਹੈ। ਨੀਂਦ ਦਾ ਆਉਣਾ ਉਹਦਾ ਬੜਾ ਵੱਡਾ ਗੁਣ ਹੈ। ਅਨੇਕਾਂ ਲੋਕ ਐਸੇ ਨੇ ਜਿਹੜੇ ਬਿਲੀਅਨਰ ਹਨ, ਜਿਨ੍ਹਾਂ ਕੋਲ ਬਿਲੀਅਨ ਡਾਲਰ ਹੈ, ਨੀਂਦ ਹੀ ਨਹੀਂ ਆਉਂਦੀ ਉਹਨਾਂ ਨੂੰ। 5-5 ਗੋਲੀਆਂ ਖਾਂਦੇ ਨੇ, ਫਿਰ 2 ਘੰਟੇ ਬਾਅਦ ਜਾਗ ਖੁੱਲ ਜਾਂਦੀ, ਫਿਰ 5-5 ਗੋਲੀਆਂ ਖਾਂਦੇ ਨੇ, ਉਹ ਅੰਦਰੋਂ ਖੋਖਲੇ ਹੋ ਚੁੱਕੇ ਨੇ, ਨੀਂਦ ਵਾਸਤੇ ਤਰਸਦੇ ਨੇ। ਤੇ ਸਾਡੇ ਤੇ ਵੈਸੇ ਬੜੀ ਮਹਾਰਾਜ ਦੀ ਮਿਹਰ ਆ, ਅਸੀਂ ਤੇ ਪਾਠ ਕਰਦੇ ਕਰਦੇ ਵੀ ਸੌਂ ਜਾਈਦਾ, ਹੈ ਤੇ ਮਿਹਰ ਹੀ ਆ ਨਾ। ਪਰ ਤੂੰ ਓਵੇਂ ਸੋਵੇਂ, ਉਹ ਤੇਰਾ ਸੌਣਾ ਤੇਰੀ ਮੌਤ ਆ। ਪਰ ਜੇ ਪਾਠ ਕਰਦੇ ਕਰਦੇ ਨੀਂਦ ਆ ਜਾਏ ਸਜਣਾ, ਉਹ ਵੀ ਤੇਰੀ ਭਗਤੀ ਆ, ਉਹ ਵੀ ਤੇਰੀ ਭਗਤੀ ਆ। ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੇ ਸੋਈ ਸਾਰ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਹਦੇ ਇੱਕ ਇੱਕ ਗੁਣ ਵੱਲ ਦੇਖ, ਇੱਕ ਇੱਕ ਗੁਣ ਵੱਲ। ਤੇ ਜਿਸ ਵੇਲੇ ਤੂੰ ਇੱਕ ਇੱਕ ਗੁਣ ਵੱਲ ਦੇਖੇਂਗਾ ਤੇ ਤੂੰ ਮਹਿਸੂਸ ਕਰੇਂਗਾ ਕਿ ਮੇਰੇ ਤੋਂ ਵੱਡਾ ਅਕਿਰਤ ਕਣ, ਮੇਰੇ ਤੋਂ ਵੱਡਾ ਲੂਣ ਹਰਾਮੀ ਹੀ ਕੋਈ ਨਹੀਂ। ਇੰਨੀਆਂ ਵੱਡੀਆਂ ਵੱਡੀਆਂ ਉਹਨੇ ਦਾਤਾਂ ਦਿੱਤੀਆਂ ਤੇ ਤੂੰ ਅਜੇ ਤੱਕ ਸ਼ੁਕਰਾਨਾ ਨਹੀਂ ਕਰਦਾ। ਵੇਖੋ ਅਸੀਂ ਤੁਰਦੇ ਹਾਂ, ਪੈਰਾਂ ਦੇ ਵਿੱਚ ਸੱਤਿਆ ਹੈ। ਅਸੀਂ ਕਾਰ ਨੂੰ ਜਿਸ ਵੇਲੇ ਤੋਰਦੇ ਹਾਂ ਤੇ ਕਾਰ ਦੀ ਕਦੀ ਸਰਵਿਸ ਕਰਵਾਉਣੀ ਪੈਂਦੀ, ਕਦੀ ਟਾਇਰ ਚੇਂਜ ਕਰਵਾਉਣੇ ਪੈਂਦੇ, ਕਦੀ ਉਹਦੇ ਵਿੱਚ ਆਇਲ ਪਾਉਣਾ ਪੈਂਦਾ, ਤਰ੍ਹਾਂ ਤਰ੍ਹਾਂ ਦੀਆਂ ਉਹਦੇ ਵਿੱਚ ਸਾਨੂੰ ਸੇਵਾਵਾਂ ਨਿਭਾਉਣੀਆਂ ਪੈਂਦੀਆਂ। ਤੇ ਜੇ ਵਿੱਚ ਤੇਲ ਨਾ ਹੋਵੇ ਤੇ ਉਹ ਕਾਰ ਚੱਲਦੀ ਕੋਈ ਨਹੀਂ। ਵੇਖੋ ਰੱਬ ਨੇ ਸਾਨੂੰ ਪੈਰ ਦਿੱਤੇ, 100 ਸਾਲ ਤੱਕ ਪੈਰ ਘਸਿਆ ਕੋਈ ਨਹੀਂ। ਅਸੀਂ ਇੰਜ ਥੋੜ੍ਹਾ ਕਰਦੇ ਹਾਂ ਕਿ 5 ਕੁ ਸਾਲ ਆਪਾਂ ਜੀ ਸਰੀਰ ਨੂੰ ਯੂਜ਼ ਕਰ ਲਿਆ ਆਪਣੇ ਨੂੰ, ਹੁਣ 5 ਸਾਲ ਬਾਅਦ ਨਾ ਹੁਣ ਟਾਇਰ ਚੇਂਜ ਕਰੀਏ, ਪੈਰ ਚੇਂਜ ਕਰੀਏ, ਨਵੇਂ ਪੈਰ ਲਵਾਈਏ। ਅਸੀਂ ਕਦੀ ਕਹਿੰਦੇ ਹਾਂ, ਅਸੀਂ ਕਦੀ ਕਹਿੰਦੇ ਹਾਂ ਕਿ ਨਾਸਾਂ ਚੇਂਜ ਕਰਾ ਲਈਏ, ਹੁਣ ਆਪਣੀਆਂ ਅਫੀਨੀਆਂ ਤੋਂ ਤਿੱਖੀਆਂ ਕਰ ਲਈਏ, ਤਿੱਖੀਆਂ ਤੋਂ ਫੀਨੀਆਂ ਕਰ ਲਈਏ। ਆਖੇ ਜੀ 30 ਸਾਲ ਹੋ ਗਏ ਨੇ, ਹੁਣ ਹੱਥ ਹੀ ਚੇਂਜ ਕਰ ਲਈਏ, ਐਕਸਪਾਇਰ ਹੋ ਗਿਆ। ਵੇਖੋ ਪਰਮੇਸ਼ਵਰ ਨੇ ਕਿੰਨੀ ਵੱਡੀ ਬਖਸ਼ਿਸ਼ ਕੀਤੀ ਸਾਡੇ ਤੇ। ਜਦ ਕਿ ਬੰਦਾ ਉਹਦੀਆਂ ਦਾਤਾਂ ਨੂੰ ਕਤਲ ਕਰਦਾ ਹੈ, ਕੱਟਦਾ ਵੱਢਦਾ ਹੈ। ਉਹ ਕਰਦੇ ਨੇ ਨਾ ਜੀ ਆਪਣੇ ਭਰਵੱਟਿਆਂ ਨੂੰ, ਜਿਹਨੂੰ ਆਈਬ੍ਰੋ ਕਹਿੰਦੇ ਆ, ਉਹ ਕਤਲ ਥ੍ਰੈਡ ਦੇ ਨਾਲ ਕਤਲ ਕੀਤਾ ਜਾਂਦਾ ਹੈ।
ਤੇ ਜੋ ਸੱਜਣ ਦਾੜੀ ਕਤਲ ਕਰਦੇ ਨੇ, ਪਰਮੇਸ਼ਵਰ ਦੀ ਜੋ ਬਖਸ਼ਿਸ਼ ਹੈ, ਵੇਖੋ ਪਰਮੇਸ਼ਵਰ ਬਖਸ਼ਿਸ਼ ਕਰ ਰਿਹਾ, ਕਤਲ ਕਰੀ ਜਾਂਦੇ ਨੇ। ਤੇ ਅੱਗੋਂ ਪਰਮੇਸ਼ਵਰ ਪਤਾ ਕੀ ਕਹਿੰਦਾ, ਲਾਲਾ ਜ਼ੋਰ ਜਿੰਨਾ ਲੋੜਾ, ਤੂੰ ਜਿੰਨਾ ਮਰਜ਼ੀ ਜ਼ੋਰ ਲਾਈ ਜਾ, ਇਹ ਕੇਸ ਆਉਂਦੇ ਆਉਂਦੇ ਥੱਕਣਗੇ ਨਹੀਂ, ਤੇਰੀਆਂ ਕੈਂਚੀਆਂ ਖੁੰਡੀਆਂ ਹੋ ਜਾਣਗੀਆਂ। ਲਾਲਾ ਤੂੰ ਜ਼ੋਰ ਜਿੰਨਾ ਲਾਉਣਾ। ਤੇ ਜੇਕਰ ਅਸੀਂ ਕੇਸ ਕਤਲ ਨਾ ਕਰੀਏ, ਪਰਮੇਸ਼ਵਰ ਦੀ ਆਗਿਆ ਦੇ ਵਿੱਚ ਰਹੀਏ, ਤੇ ਫਿਰ ਕੇਸ ਇਤਨੇ ਨਹੀਂ ਵੱਧਦੇ ਜਿਤਨੇ ਇੱਕ ਕੱਟਣ ਵਾਲੇ ਦੇ ਵੱਧਦੇ ਨੇ। ਤੇ ਆਪ ਜੀ ਨੂੰ ਪਤਾ ਹੋਏਗਾ, ਜੋ ਸੂਰਜ ਦੀਆਂ ਖਤਰਨਾਕ ਕਿਰਨਾਂ ਹਨ, ਜੋ 9 ਵਜੇ ਤੋਂ ਬਾਅਦ ਅਖਤਿਆਰ ਹੁੰਦੀਆਂ ਹਨ, ਜਿਨ੍ਹਾਂ ਦੇ ਰਾਹੀਂ ਸਾਡੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ, ਉਹਨਾਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕੇਸ ਕਰਦੇ ਨੇ। ਇਸੇ ਕਰਕੇ ਪਿੱਛੇ ਜੇ ਅਮਰੀਕਾ ਦੇ ਕਾਲਿਆਂ ਨੇ ਇੱਕ ਕੰਮ ਕੀਤਾ ਸੀ। ਉਹਨਾਂ ਨੂੰ ਜਿਸ ਵੇਲੇ ਸਾਇੰਸ ਦੇ ਵਿੱਚ ਇਹ ਖੋਜ ਹੋਈ ਕਿ ਭਾਈ ਜਿਹੜੀਆਂ ਦਾੜੀ ਤੇ ਮੁੱਛਾਂ ਹਨ, ਇਹ ਜੇਕਰ ਅਸੀਂ ਰੱਖੀਏ ਤੇ ਅਸੀਂ ਕੈਂਸਰ ਤੋਂ ਬਚ ਸਕਦੇ ਹਾਂ, ਅਸੀਂ ਸਕਿਨ ਦੀਆਂ ਪ੍ਰੋਬਲਮਸ ਤੋਂ ਬਚ ਸਕਦੇ ਹਾਂ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਕਾਲਿਆਂ ਨੇ ਦਾੜੀਆਂ ਰੱਖ ਲਈਆਂ ਜੀ, ਕਾਲਿਆਂ ਨੇ ਦਾੜੇ ਰੱਖ ਲਏ, ਕਾਲਿਆਂ ਨੇ ਮੁਸ਼ਹਿਰੇ ਰੱਖ ਲਏ, ਮੁੱਛਾਂ ਰੱਖ ਲਈਆਂ। ਤੇ ਸਾਡੇ ਬੰਦੇ ਕਹਿੰਦੇ ਆ, ਨਹੀਂ ਮਹਾਰਾਜ ਅਸੀਂ ਤੁਹਾਡੀ ਨਹੀਂ ਗੱਲ ਮੰਨਣੀ, ਚਲਾਉਣੀ ਅਸੀਂ ਆਪਣੀ ਹੋਈ ਆ। ਫਿਰ ਮਹਾਰਾਜ ਕਹਿੰਦੇ, ਫਿਰ ਚੱਕ ਫਿਰ ਬਿਮਾਰੀਆਂ, ਚੱਕ ਫਿਰ ਤਕਲੀਫਾਂ। ਕਿਉਂ? ਕਿਉਂਕਿ ਅਸੀਂ ਸ਼ਬਦ ਪੜ੍ਹਦੇ ਨਾ, ਆਪੇ ਬੀਜ ਆਪੇ ਹੀ ਖਾਓ। ਇਸ ਪੰਕਤੀ ਦੀ ਵਿਆਖਿਆ 100 ਸਾਲ ਕੀਤੀ ਜਾ ਸਕਦੀ ਹੈ, 100 ਸਾਲ, ਕਿਉਂਕਿ ਬੰਦੇ ਦਾ ਸਾਰਾ ਜੀਵਨ ਹੀ ਇਹਦੇ ਤੇ ਖੜਾ ਹੈ। ਜੇ ਤੂੰ ਸ਼੍ਰੀ ਜਪਜੀ ਸਾਹਿਬ ਬੀਜਿਆ ਹੋਏਗਾ, ਉਹਦੇ ਵਿੱਚੋਂ ਗੁਰੂ ਨਾਨਕ ਦਾ ਪ੍ਰਕਾਸ਼ ਹੋਏਗਾ, ਪਰਮ ਪ੍ਰਕਾਸ਼ ਪਰਮੇਸ਼ਵਰ ਦਾ ਪ੍ਰਕਾਸ਼ ਹੋਏਗਾ। ਤੇ ਜੇ ਤੂੰ ਬੀਜਿਆ ਹੀ ਲੈਗ ਪੀਸ ਹੋਏਗਾ ਤੇ ਉਹਦੇ ਵਿੱਚੋਂ ਦੂਜੇ ਨੂੰ ਤਕਲੀਫ ਦਿੱਤੀ, ਦੂਜੇ ਦਾ ਮਾਸ ਖਾਧਾ, ਹੁਣ ਜਦੋਂ ਤੈਨੂੰ ਘਰ 'ਚ ਤਕਲੀਫ ਹੋਏਗੀ ਤੇ ਫਿਰ ਤੈਨੂੰ ਪਤਾ ਲੱਗੇਗਾ ਕਿ ਦੂਜੇ ਨੂੰ ਦੁੱਖ ਦੇਣਾ ਕੀ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਜੈਸਾ ਬੀਜੇਗਾ ਵੈਸਾ ਹੀ ਵੱਢੇਗਾ। ਹੁਣ ਅਸੀਂ ਆਪਣੇ ਘਰ ਵਿੱਚ ਕਿੱਕਰ ਬੀਜ ਲਈਏ, ਕਿੱਕਰ ਦਾ ਦਰਖਤ, ਤੇ ਅਸੀਂ ਗੁਆਂਢੀਆਂ ਨੂੰ ਹੋਕਾ ਦਈਏ, ਹੋ ਜਾਓ ਤਿਆਰ, ਬੀਜ ਦਿੱਤਾ ਜੇ ਕਿੱਕਰ। ਲੜੇ ਸੀ ਨਾ ਤੁਸੀਂ ਪਿੱਛੇ ਜੇ ਮੇਰੇ ਨਾਲ, ਕੰਡੇ ਤੁਹਾਨੂੰ ਹੀ ਵੱਜਣੇ ਆ। ਤੇ ਗੁਆਂਢੀਆਂ ਨੇ ਕਹਿਣਾ, ਸੱਜਣਾ ਬੀਜਿਆ ਤੂੰ, ਬੀਜਿਆ ਆਪਣੇ ਘਰ ਦੇ ਵਿਹੜੇ ਵਿੱਚ, ਤੇ ਜਦੋਂ ਹਨੇਰੀ ਆਏਗੀ ਟਾਹਣੀਆਂ ਟੁੱਟਣਗੀਆਂ ਤੇ ਕੰਡੇ ਵੀ ਤੈਨੂੰ ਹੀ ਵੱਜਣੇ ਆ, ਕਿਉਂਕਿ ਬੀਜਿਆ ਤੂੰ। ਸੋਚਦੇ ਅਸੀਂ ਇਹੀ ਹਾਂ ਕਿ ਮਾੜਾ ਕਰਮ ਸਾਡੇ ਕੋਲੋਂ ਹੋ ਗਿਆ, ਚਲੋ ਮਹਾਰਾਜ ਮਾਫ ਕਰੀ, ਤੇ ਦੂਜੇ ਕੋਲੋਂ ਹੋ ਗਿਆ, ਇਹਨੂੰ ਰੱਬ ਸਜ਼ਾ ਦੇਗਾ। ਇਹ ਰੱਬ ਨੇ ਵੇਖੇ ਨੂੰ ਬਖਸ਼ਣਾ ਨਹੀਂ। ਉਹ ਰੱਬ ਤੇ ਸੁਭਾਅ ਹੀ ਇਹ ਬਖਸ਼ਿੰਦ ਲੈ ਕੇ ਬੈਠਾ ਹੈ। ਤੂੰ ਆਪਣੇ ਗੁਰੂ ਤੋਂ ਦੂਰ ਚਲਾ ਗਿਆ, ਤੂੰ ਕਿੱਕਰ ਬੀਜਿਆ ਤੇ ਕੰਡੇ ਵੀ ਤੈਨੂੰ ਹੀ ਖਾਣੇ ਪੈਣੇ ਨੇ। ਜੇ ਤੂੰ ਅੰਬ ਦਾ ਬ੍ਰਿਕਸ਼ ਬੀਜਿਆ ਹੁੰਦਾ ਤੇ ਫਿਰ ਜਾ ਕੇ ਫਲ ਮਿਲਣਾ ਸੀ। ਗੁਰੂ ਕੀ ਬਾਣੀ ਹਿਰਦੇ ਵਿੱਚ ਬੀਜੇਗਾ ਤੇ ਬਖਸ਼ਿਸ਼ ਤਾਂ ਹੀ ਹੋਣੀ ਆ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਅਨੇਕਾਂ ਹੀ ਪਰਮੇਸ਼ਵਰ ਦੇ ਗੁਣ ਹਨ ਤੇ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਤੇ ਆਪ ਜੀ ਨੂੰ ਦਾਸ ਬੇਨਤੀ ਕਰੇ, ਜੋ ਭਰਵੱਟੇ ਕਤਲ ਕਰਦੇ ਨੇ ਨਾ, ਉਹਨਾਂ ਦੇ ਉੱਤੇ ਰਿਸਰਚ ਕੀਤੀ ਗਈ। ਤੇ ਜਿੱਥੇ ਰਿਸਰਚ ਕੀਤੀ ਗਈ ਕੈਲੀਫੋਰਨੀਆ ਦੇ ਵਿੱਚ, ਉਹ ਕਹਿੰਦੇ ਨੇ ਕਿ ਸਭ ਤੋਂ ਵੱਧ ਦਿਮਾਗੀ ਪਰੇਸ਼ਾਨੀ ਉਹਨਾਂ ਨੂੰ ਹੁੰਦੀ ਆ ਜਿਹੜੇ ਆਪਣੇ ਭਰਵੱਟੇ ਕਤਲ ਕਰਦੇ। ਭਰਵੱਟੇ ਕਤਲ ਕਰਦੇ ਨੇ। ਉਹ ਕਹਿੰਦੇ ਨੇ ਕਿ ਜੋ ਭਰਵੱਟਿਆਂ ਦੇ, ਜੋ ਪਰਮੇਸ਼ਵਰ ਨੇ ਭਰਵੱਟੇ ਬਖਸ਼ੇ ਨੇ ਨਾ, ਆਈਬਰੋ ਬਖਸ਼ੇ ਨੇ, ਜਿਸ ਵੇਲੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ 9 ਵਜੇ ਤੋਂ ਬਾਅਦ, ਇਹ ਸਾਡਾ ਬਚਾਅ ਕਰਦੇ ਨੇ ਭਰਵੱਟੇ। ਸਿਰ ਦੇ ਕੇਸ, ਸਿਰ ਦੇ ਉੱਤੇ ਦਸਤਾਰ। ਤੇ ਕਹਿੰਦੇ ਨੇ ਜੇਕਰ ਭਰਵੱਟੇ ਤੁਸੀਂ ਕਤਲ ਕਰੀ ਜਾਓ, ਇਹਦਾ ਅਸਰ ਦਿਮਾਗ ਤੱਕ ਹੁੰਦਾ ਹੈ। ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ ਹੈ, ਬੰਦੇ ਦੇ ਅੰਦਰ ਖਿਆਲਾਤਾਂ ਦਾ ਫਲੋ ਤੇਜ਼ ਹੋ ਜਾਂਦਾ ਹੈ। ਇੰਝ ਸਮਝ ਲਵੋ, ਹੁਣ ਬੰਦੇ ਨੂੰ ਪਿਆਸ ਲੱਗੀ ਹੈ ਤੇ ਦਰਿਆ ਦੇ ਪੁਲ ਤੇ ਜਾ ਕੇ ਇੱਕ ਸੱਜਣ ਦੂਜੇ ਸੱਜਣ ਨੂੰ ਕਹੇ ਪਿਆਸ ਲੱਗੀ, ਤੇ ਨਾਲ ਹੀ ਦੂਜਾ ਬੰਦਾ ਧੱਕਾ ਮਾਰ ਕੇ ਕਹੇ ਪੀ ਲਾ ਹੁਣ ਪਾਣੀ। ਦਰਿਆ ਭਰਿਆ ਪਿਆ ਹੈ, ਦਰਿਆ ਬੜੀ ਤੇਜ਼ੀ ਨਾਲ ਵਗ ਰਿਹਾ ਹੈ,
ਉਹ ਬੰਦਾ ਡਿੱਗਦਾ ਡਿੱਗਦਾ ਆਖੇਗਾ ਕਿ ਪਾਣੀ ਦਾ ਗਲਾਸ ਮੰਗਿਆ ਸੀ, ਜੋ ਫਲੋ ਪਾਣੀ ਦਾ ਵਹਾ ਇੱਕ ਕੈਦ ਵਿੱਚ ਹੋਵੇ, ਕਿਸੇ ਡਿਸਪਲਿਨ ਦੇ ਵਿੱਚ ਹੋਵੇ, ਜਿੰਨਾ ਕਿ ਮੈਨੂੰ ਚਾਹੀਦਾ। ਪਾਣੀ ਤੇ ਤੂੰ ਮੈਨੂੰ ਦਿੱਤਾ, ਪਰ ਇਹ ਬੇਕਾਬੂ ਪਾਣੀ ਹੈ। ਇਸੇ ਢੰਗ ਦੇ ਨਾਲ ਬੇਕਾਬੂ ਪਾਣੀ ਹੋਵੇ, ਮੌਤ ਹੋ ਜਾਂਦੀ ਹੈ। ਜਦੋਂ ਖਿਆਲਾਂ ਦਾ ਵਹਾਅ ਤੇਜ਼ ਹੋ ਜਾਏ, ਫਿਰ ਬੰਦਾ ਐਂਗਜ਼ਾਇਟੀ ਦਾ ਸ਼ਿਕਾਰ ਹੋ ਜਾਂਦਾ ਹੈ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਡਿਪਰੈਸ਼ਨ ਤੋਂ ਬਾਅਦ ਫਿਰ ਮੈਂਟਲੀ ਅਪਸੈਟ ਹੋ ਜਾਂਦਾ ਹੈ। ਫਿਰ ਇਸੇ ਢੰਗ ਦੇ ਨਾਲ ਅੱਗੇ ਤੋਂ ਅੱਗੇ ਫਿਰ ਬਿਮਾਰੀਆਂ ਪੈਦਾ ਹੋਈ ਜਾਂਦੀਆਂ ਨੇ। ਅਸੀਂ ਉਹਦੀ ਦਾਤਾਂ ਨੂੰ ਦੇਖ ਕੇ ਸ਼ੁਕਰਾਨਾ ਤੇ ਕੀ ਕਰਨਾ ਸੀ, ਅਸੀਂ ਕਤਲ ਹੀ ਕਰੀ ਜਾਂਦੇ ਹਾਂ। ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਨ। ਜੋ ਵੀ ਪਰਮੇਸ਼ਵਰ ਨੇ ਸਾਨੂੰ ਸਰੀਰ ਦੇ ਉੱਤੇ ਬਖਸ਼ਿਆ ਤਾਂ ਕੋਈ ਕਾਰਨ ਆ। ਬਿਨਾਂ ਕਾਰਨ ਤੋਂ ਤਾਂ ਧਰਤੀ ਦੇ ਉੱਤੇ ਘਾਹ ਵੀ ਪੈਦਾ ਨਹੀਂ ਹੁੰਦਾ, ਬਿਨਾਂ ਕਾਰਨ ਤੋਂ। ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅਮੁੱਲ ਵਪਾਰੀਏ। ਪਰਮੇਸ਼ਵਰ ਦੇ ਗੁਣਾਂ ਦਾ ਵਪਾਰ, ਉਹਦਾ ਕੀਮਤ ਨਹੀਂ ਪਾਇਆ ਜਾ ਸਕਦਾ, ਉਹ ਅਮੋਲਕ ਹੈ, ਅਮੁੱਲਕ ਹੈ। ਤੇ ਕਹਿੰਦੇ ਨੇ ਜੋ ਵਪਾਰ ਕਰਨ ਵਾਲੇ ਨੇ ਉਹ ਵੀ ਅਮੋਲਕ ਹਨ, ਉਹਨਾਂ ਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਤੇ ਵਪਾਰ ਦਾ ਅਰਥ ਇਹ ਹੈ, ਐਸਾ ਕਾਰਜ ਜਿਹਦੇ ਵਿੱਚ ਲਾਹਾ ਹੋਵੇ। ਸਵਾਸ ਮਿਲ ਗਏ, ਫ੍ਰੀ 'ਚ ਹੀ ਮਿਲੇ। ਤੇ ਜੇ ਹੁਣ ਤੂੰ ਰੱਬ ਨਹੀਂ ਕਰੇਗਾ ਤੇ ਫਿਰ ਤੇਰੇ ਸਵਾਸਾਂ ਦਾ ਜਿਹੜਾ ਮੁੱਲ ਹੈ ਤੈਨੂੰ ਉੱਪਰ ਜਾ ਕੇ ਮਾਈਨਸ ਦੇ ਵਿੱਚ ਦੱਸਣਾ ਪਏਗਾ। ਸਾਡਾ ਬੈਂਕ ਮਾਈਨਸ 'ਚ ਹੋ ਜਾਏ ਨਾ, ਬੈਂਕ ਅਕਾਊਂਟ, ਤਾਂ ਸਾਨੂੰ ਟੈਨਸ਼ਨ ਹੋ ਜਾਂਦੀ ਆ ਕਿ ਮਾਈਨਸ ਵਿੱਚ ਚਲਾ ਗਿਆ, ਸਾਡੀ ਲਿਮਿਟ ਜਿਹੜੀ ਸੀ ਨਾ ਮਾਈਨਸ 'ਚ ਚਲੀ ਗਈ। ਤੇ ਮਹਾਰਾਜ ਜੀ ਕਹਿੰਦੇ ਨੇ ਤੂੰ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖ, ਇੱਕ ਦਿਨ 'ਚ 24,000 ਸਵਾਸ ਲੈਂਦਾ ਹੈ, ਤੇ ਤੂੰ ਜੇ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਨਹੀਂ ਨਾ ਕਰਦਾ, ਇਹ 24,000 ਸਵਾਸ ਤੇਰੇ ਸਫਲੇ ਨਹੀਂ ਮੰਨੇ ਜਾਣੇ। ਤੇ ਦੇਖ ਕਿੰਨਾ ਮਾਈਨਸ ਵਿੱਚ। ਇੱਥੇ ਤੇ ਮਾਈਨਸ ਦੇ ਆંકੜੇ ਖਤਮ ਹੋ ਜਾਂਦੇ ਆ ਜਿਸ ਹਿਸਾਬ ਨਾਲ ਤੂੰ ਜ਼ਿੰਦਗੀ ਬਸਰ ਕਰਦਾ ਪਿਆ। ਦਾਤਾ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਵਰ ਦੇ ਗੁਣ ਅਮੋਲਕ ਹਨ, ਉਹਦਾ ਵਪਾਰ ਅਮੋਲਕ ਹੈ। ਤੇ ਜੋ ਵਪਾਰ ਕਰਨ ਵਾਲੇ ਸੰਤ ਮਹਾਂਪੁਰਖ ਹਨ ਉਹ ਵੀ ਅਮੋਲਕ ਹਨ। ਤੇ ਉਸ ਪਰਮੇਸ਼ਵਰ ਦੇ ਗੁਣਾਂ ਦੇ ਜਿਹੜੇ ਖਜ਼ਾਨੇ ਨੇ ਉਹਨਾਂ ਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਕੀ ਮੁੱਲ ਪਾਵਾਂਗੇ ਜੀ, ਕੀ ਮੁੱਲ ਪਾਵਾਂਗੇ? ਉਹ ਦਾਤਾ ਜਿਸ ਵੇਲੇ ਦੇਖਦਾ ਹੈ ਕਿ ਇਸ ਬੰਦੇ ਨੇ ਧਰਤੀ ਤੇ ਤੁਰਨਾ, ਜੇ ਗ੍ਰੈਵਿਟੀ ਨਾ ਪੈਦਾ ਕੀਤੀ ਇਹਨੇ ਤਾਂ ਡਿੱਗਦਾ ਫਿਰਨਾ ਹੈ, ਡਿੱਗਦਾ ਹੀ ਫਿਰਨਾ ਹੈ। ਇੱਕ ਕਦਮ ਜਦੋਂ ਚੁੱਕ ਕੇ ਰੱਖਣਾ ਆ ਤੇ ਨਾਲ ਹੀ ਹਵਾ ਵਿੱਚ ਇਹਨੇ ਕਦੀ ਸੱਜੇ ਜਾਣਾ ਕਦੀ ਖੱਬੇ ਜਾਣਾ। ਪਰਮੇਸ਼ਵਰ ਨੇ ਗ੍ਰੈਵਿਟੀ ਪੈਦਾ ਕੀਤੀ, ਬ੍ਰਹਿਮੰਡ ਨੂੰ ਇੱਕ ਸ਼ਕਤੀ ਬਖਸ਼ਿਸ਼ ਕੀਤੀ, ਬ੍ਰਹਿਮੰਡ ਦੇ ਵਿੱਚੋਂ ਹਵਾ ਪੈਦਾ ਕੀਤੀ ਜੀ। ਤੇ ਪਰਮੇਸ਼ਵਰ ਤੇ ਇੰਜ ਸਾਂਭ ਰੱਖਦਾ ਜਿਸ ਤਰ੍ਹਾਂ ਮਾਂ ਬੱਚੇ ਨੂੰ, ਨਿਊ ਬੋਰਨ ਬੇਬੀ ਨੂੰ ਸਾਂਭ ਰੱਖਦੀ ਹੈ। ਤੇ ਜੇ ਬੱਚਾ ਹੁਣ ਅਚੇਤ ਹੀ ਰਹੇ ਤੇ ਫਿਰ ਉਹ ਬੱਚਾ ਹੀ ਮੰਨਿਆ ਜਾਏਗਾ ਨਾ, ਭਾਵ ਕਿ ਜਿਹਨੂੰ ਸਮਝ ਹੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਅਮੁੱਲ ਆਵਹਿ ਅਮੁੱਲ ਲੈ ਜਾਹਿ, ਅਮੁੱਲ ਪਾਇ ਅਮੁੱਲਾ ਸਮਾਹਿ। ਅਮੁੱਲ ਆਵਹਿ ਅਮੁੱਲ ਲੈ ਜਾਹਿ। ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜੋ ਸੰਸਾਰ ਦੇ ਉੱਤੇ ਭਗਤੀ ਕਰਨ ਵਾਸਤੇ ਆਉਂਦੇ ਨੇ, ਗੁਣਾਂ ਨੂੰ ਵਿਹਾਜਣ ਵਾਸਤੇ ਆਉਂਦੇ ਨੇ। ਤੇ ਪਰਮੇਸ਼ਵਰ ਦੇ ਗੁਣ ਪ੍ਰਗਟ ਕਿਵੇਂ ਹੁੰਦੇ ਹਨ? ਗੁਰੂ ਕੇ ਸ਼ਬਦ ਦੇ ਜਾਪ ਦੇ ਵਿੱਚੋਂ, ਗੁਰੂ ਦੇ ਸ਼ਬਦ ਦੇ ਸਿਮਰਨ ਦੇ ਵਿੱਚੋਂ, ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦੇ ਵਿੱਚੋਂ ਹੀ ਉਹ ਸਾਰੇ ਗੁਣ ਪ੍ਰਗਟ ਹੁੰਦੇ ਹਨ। ਤੇ ਮਹਾਰਾਜ ਜੀ ਕਹਿੰਦੇ ਨੇ ਅਮੁੱਲ ਲੈ ਜਾਹੇ। ਤੇ ਜੋ ਸੰਤ ਮਹਾਂਪੁਰਸ਼ ਹਨ, ਸਾਧੂ ਸੰਤ ਹਨ, ਉਹਨਾਂ ਦੇ ਭਾਗ ਇੰਨੇ ਵੱਡੇ ਹਨ, ਇੰਨੀਆਂ ਵੱਡੀਆਂ ਆਪਣੇ ਮਸਤਕ ਦੇ ਉੱਤੇ ਬਖਸ਼ਿਸ਼ਾਂ ਲੈ ਕੇ ਆਏ ਨੇ ਕਿ ਉਹ ਸੰਸਾਰ ਤੇ ਆ ਕੇ ਭਗਤੀ ਕਰਕੇ ਤੇ ਭਗਤੀ ਦਾ ਸੌਦਾ ਲੈ ਕੇ ਜਾਂਦੇ ਨੇ, ਭਗਤੀ ਦਾ ਭੰਡਾਰਾ ਲੈ ਕੇ ਜਾਂਦੇ ਨੇ। ਫਿਰ ਅੱਗੇ ਕਹਿਣ ਲੱਗੇ ਅਮੁੱਲ ਭਾਏ। ਤੇ ਪਰਮੇਸ਼ਵਰ ਨੇ ਉਹਨਾਂ ਦੇ ਅੰਦਰ ਭਾਏ ਪੈਦਾ ਕੀਤਾ। ਭਾਏ ਦਾ ਅਰਥ ਹੁੰਦਾ ਹੈ ਪ੍ਰੇਮ। ਉਹ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਸ਼ੁਕਰਾਨਾ ਹੀ ਕਰੀ ਜਾਂਦੇ ਨੇ। ਅਸੀਂ ਨਾ ਇੱਕ ਸ਼ਬਦ ਪੜ੍ਹਦੇ ਹਾਂ, ਉਹ ਹੁਣ ਹਰ ਥਾਂ ਤੇ ਲਿਖਿਆ ਹੈ, ਲਿਖਿਆ ਹੁੰਦਾ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ। ਅਸੀਂ ਇਹ ਪੜ੍ਹਦੇ ਹਾਂ।
ਅਸਲ ਵਿੱਚ ਹਰ ਵੇਲੇ ਸਿਮਰਨ ਹੀ ਚਾਹੀਦਾ ਹੈ। ਸਿਮਰਨ ਦੇ ਵਿੱਚੋਂ ਹੀ ਸ਼ੁਕਰਾਨਾ ਨਿਕਲਣਾ ਹੈ, ਸਿਮਰਨ ਦੇ ਵਿੱਚੋਂ ਹੀ ਅਰਦਾਸ ਨਿਕਲਣੀ ਹੈ। ਤੇ ਜੇਕਰ ਸਿਮਰਨ ਨਹੀਂ ਹੋਏਗਾ, ਨਾ ਤੇ ਸਾਨੂੰ ਸ਼ੁਕਰਾਨੇ ਦਾ ਪਤਾ ਲੱਗਣਾ, ਨਾ ਸਾਨੂੰ ਅਰਦਾਸ ਦਾ ਪਤਾ ਲੱਗਣਾ ਹੈ। ਸਿਮਰਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਜੋ ਪਹਿਲੀ ਅਸ਼ਟਪਦੀ ਹੈ, ਜ਼ਰੂਰ ਪੜ੍ਹਿਆ ਕਰੀਏ, ਕਿਉਂਕਿ ਪਹਿਲੀ ਅਸ਼ਟਪਦੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਨਾ ਕਿ ਦੱਸ ਤੈਨੂੰ ਕੀ ਚਾਹੀਦਾ ਹੈ, ਤੇ ਆ ਲੈ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ। ਪੜ੍ਹਿਓ ਜ਼ਰੂਰ। ਦਾਸ ਦੇ ਚਿੱਤ ਵਿੱਚ ਪਹਿਲਾ ਖਿਆਲ ਸੀ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਵਿਆਖਿਆ ਅਸੀਂ ਆਪਸ ਵਿੱਚ ਸਾਂਝੀ ਕਰ ਲਈਏ, ਘੱਟੋ ਘੱਟ ਬੰਦਾ ਸ਼ੁਕਰਾਨੇ ਵਿੱਚ ਤੇ ਜੁੜੇ। ਪਰ ਫਿਰ ਖਿਆਲ ਆਇਆ ਕਿ ਜੋ ਲੜੀਵਾਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਥਾ ਦੀ, ਇਸੇ ਕਥਾ ਦੌਰਾਨ ਵਿੱਚ ਹੀ ਅਸੀਂ ਉਹ ਪ੍ਰਮਾਣ ਲਾ ਕੇ, ਉਹ ਸ਼ਬਦ ਲਾ ਕੇ ਅਸੀਂ ਸਾਂਝੀ ਵਾਲਤਾ ਦੇ ਨਾਲ ਅਸੀਂ ਆਪਸ ਵਿੱਚ ਵਿਚਾਰ ਕਰਾਂਗੇ ਕਿ ਵਾਕਈ ਪਹਿਲੀ ਅਸ਼ਟਪਦੀ ਤੇ 6ਵੀਂ ਅਸ਼ਟਪਦੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਵੈਸੇ ਤੇ ਸਾਰਾ ਪਾਠ ਹੀ ਪੜ੍ਹਨਾ ਚਾਹੀਦਾ। ਮਹਾਰਾਜ ਜੀ ਨੇ ਖਜ਼ਾਨਾ ਬਖਸ਼ਿਸ਼ ਕੀਤਾ, ਸਾਨੂੰ ਇੰਨੀ ਕਦਰ ਨਹੀਂ ਹੈ। ਪਰ ਜਿਸ ਵੇਲੇ ਕੋਈ ਜਾਗ ਜਾਂਦਾ, ਉਹਨੂੰ ਪਤਾ ਲੱਗਦਾ ਇਹ ਤਾਂ ਸੱਚਖੰਡ ਦੀ ਸਾਰੀ ਤਾਕਤ ਇਸ ਧਰਤੀ ਉੱਤੇ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਕੀਤੀ। ਕਾਹਦੇ ਵਾਸਤੇ? ਸਾਡੇ ਵਾਸਤੇ। ਤੇ ਅਸੀਂ ਫੇਰ ਭੁੱਖੇ ਮਰੀ ਜਾਂਦੇ ਹਾਂ, ਅਸੀਂ ਫੇਰ ਚੀਕਾਂ ਮਾਰੀ ਜਾਂਦੇ ਹਾਂ, ਅਸੀਂ ਫੇਰ ਦੁਖੀ ਹਾਂ ਜੀ, ਅਸੀਂ ਫਿਰ ਵਾਸ਼ਨਾਗ੍ਰਸਤ ਜੀਵਨ ਜਿਉਂਦੇ ਪਏ ਹਾਂ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਵਪਾਰ ਕਰਦੇ ਨੇ ਉਹ ਵੀ ਅਮੋਲਕ ਹਨ। ਉਹ ਪਰਮੇਸ਼ਵਰ ਦੇ ਪਿਆਰ ਵਿੱਚ ਜੀਵਨ ਬਸਰ ਕਰਦੇ ਨੇ। ਤੇ ਫਿਰ ਅਮੁੱਲਾ ਸਮਾਹੇ, ਅਮੁੱਲਾ ਕੌਣ ਹੈ? ਪਰਮੇਸ਼ਵਰ। ਅਮੁੱਲਾ ਕੌਣ ਹੈ? ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਤੇ ਜੇ ਮੁੱਲ ਪਾਇਆ ਜਾ ਸਕਦਾ ਹੁੰਦਾ, ਸਭ ਤੋਂ ਅਮੀਰ ਬੰਦੇ ਨੇ ਰੱਬ ਨੂੰ ਆਪਣੇ ਘਰ ਵਿੱਚ ਸਾਂਭ ਕੇ ਰੱਖਣਾ ਹੀ। ਰੱਬ ਅਮੀਰਾਂ ਦਾ ਨਹੀਂ ਹੈ, ਰੱਬ ਹੈ ਭਾਵਨਾ ਵਾਲਿਆਂ ਦਾ। ਮਹਾਰਾਜ ਜੀ ਕਹਿੰਦੇ ਨੇ ਅਮੁੱਲਾ ਸਮਾਹੇ। ਤੇ ਜਿਸ ਵੇਲੇ ਸੰਤ ਮਹਾਂਪੁਰਖ ਸਿਮਰਨ ਕਰੀ ਜਾਂਦੇ ਨੇ, ਕਰ ਕਰਕੇ ਉਹ ਪਰਮੇਸ਼ਵਰ ਜੀ ਦੇ ਵਿੱਚ ਲੀਨ ਹੋ ਜਾਂਦੇ ਹਨ। ਸਿਮਰਨ ਬਖਸ਼ਿਆ ਗੁਰੂ ਮਹਾਰਾਜ ਜੀ ਨੇ, ਸ਼ੁਕਰਾਨਾ ਕਰਨਾ ਚਾਹੀਦਾ ਹੈ। ਫਿਰ ਸਿਮਰਨ ਕਰਦੇ ਗੁਰੂ ਮਹਾਰਾਜ ਜੀ ਨੇ ਆਪਣਾ ਬਚਨ ਪੂਰਾ ਕਰਨਾ ਹੈ। ਸਿਮਰਨ ਦੌਰਾਨ ਮਹਾਰਾਜ ਜੀ ਨੇ ਖੁਦ ਹਾਜ਼ਰ ਹੋ ਜਾਣਾ ਹੈ, ਖੁਦ ਪ੍ਰਗਟ ਹੋ ਜਾਣਾ ਹੈ। ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਵੇਲੇ ਸਿਮਰਨ ਕਰਦੇ ਹਾਂ। ਫਿਰ ਬਾਅਦ ਵਿੱਚ ਗੁਰੂ ਦੇ ਸ਼ਬਦ ਦੇ ਵਿੱਚੋਂ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ, ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਗੁਣਾਂ ਦੇ ਪ੍ਰਕਾਸ਼ ਦੇ ਵਿੱਚੋਂ ਸਾਨੂੰ ਆਤਮਿਕ ਬਲ ਮਿਲਦਾ ਹੈ, ਫਿਰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਫਿਰ ਆਤਮਿਕ ਬਲ ਜਿਸ ਵੇਲੇ ਪ੍ਰਬਲ ਹੁੰਦਾ ਹੈ, ਫਿਰ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਤੇ ਜੇ ਕੋਈ ਲੀਨ ਨਹੀਂ ਹੋਇਆ, ਇਹਦਾ ਅਰਥ ਇਹ ਹੈ ਅੰਦਰ ਵੀਕਨੈਸ ਬਹੁਤ ਪ੍ਰਬਲ ਹੈ, ਅੰਦਰ ਬਹੁਤ ਕਮਜ਼ੋਰ ਹੋ ਚੁੱਕਾ ਹੈ। ਜਿਸ ਵੇਲੇ ਕੋਈ ਬੰਦਾ ਬਹੁਤ ਜ਼ਿਆਦਾ ਵੀਕ ਹੋ ਜਾਏ ਨਾ, ਤੇ ਆਖਿਆ ਜਾਂਦਾ ਹੈ ਇਹਨੂੰ ਪਨੀਰ ਨਾ ਖਵਾ ਦਿਓ, ਇਹਨੇ ਸਾਰਾ ਪਨੀਰ ਬਾਹਰ ਆ ਜਾਣਾ, ਵੋਮਿਟਿੰਗ ਕਰ ਦੇਣੀ, ਉਲਟੀ ਕਰ ਦੇਣੀ। ਕਿਉਂ? ਇਹਦਾ ਅੰਦਰ ਉਸ ਚੀਜ਼ ਨੂੰ ਮੰਨ ਨਹੀਂ ਰਿਹਾ, ਇਹਦਾ ਅੰਦਰ ਭੋਜਨ ਨੂੰ ਅੰਦਰ ਟਿਕਾ ਨਹੀਂ ਰਿਹਾ, ਪਚਾ ਨਹੀਂ ਰਿਹਾ, ਐਕਸੈਪਟ ਨਹੀਂ ਕਰ ਰਿਹਾ। ਕਿਉਂ ਨਹੀਂ ਕਰ ਰਿਹਾ? ਬਿਮਾਰ ਆ ਜੀ, ਬੜਾ ਭਿਅੰਕਰ ਬਿਮਾਰ, ਭਿਆਨਕ ਬਿਮਾਰੀ ਲੱਗੀ। ਤੇ ਕੀ ਕੀਤਾ ਜਾਏ? ਕਹਿੰਦੇ ਨੇ ਕਿ ਤੁਸੀਂ ਹੁਣ ਡ੍ਰਿਪ ਲਾਓ, ਗਲੂਕੋਜ਼ ਲਾਓ, ਸ਼ਕਤੀ ਤੇ ਮਿਲਦੀ ਰਹੇ। ਇਸ ਕਰਕੇ ਸਾਡੇ ਅੰਦਰ ਗੁਰੂ ਕੀ ਬਾਣੀ ਨਹੀਂ ਟਿਕਦੀ। ਇਹਦਾ ਅਰਥ ਇਹ ਹੈ ਕਿ ਅਸੀਂ ਭਿਅੰਕਰ ਬਿਮਾਰ ਹਾਂ ਤੇ ਸਿਮਰਨ ਕਰਦੇ ਰਹੀਏ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੂੰ ਪੁੱਛਿਆ ਸੀ ਕਿ ਬਾਬਾ ਜੀ ਕਿਰਪਾ ਕਰਕੇ ਦੱਸੋ ਵੀ ਸਿਮਰਨ ਕਿਵੇਂ ਕਰੀਦਾ? ਕੀ ਇੰਜ ਕਰੀਦਾ? ਵਾਹਿਗੁਰੂ ਇੰਜ ਕਰੀਦਾ, ਵਾਹਿਗੁਰੂ 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 ਕਿੰਜ ਕਰੀਦਾ? ਵਾਹ ਗੁਰੂ ਇੰਜ ਕਰੀਦਾ। ਤੇ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਚਨ ਕੀਤਾ, ਭਾਈ ਇੱਕ ਗੱਲ ਦੱਸ, ਜਿਸ ਵੇਲੇ ਤੈਨੂੰ ਭੁੱਖ ਲੱਗਦੀ ਹੈ ਤੂੰ ਪ੍ਰਸ਼ਾਦਾ ਕਿਵੇਂ ਛਕਦਾ? ਭਾਵੇਂ ਪ੍ਰਸ਼ਾਦਾ ਤੂੰ ਕਾਹਲੀ ਨਾਲ ਛਕ ਲੈ, ਤੇਰੀ ਭੁੱਖ ਨੂੰ ਖਤਮ ਕਰੇਗਾ, ਤ੍ਰਿਪਤੀ ਬਖਸ਼ੇਗਾ। ਭਾਵੇਂ ਤੂੰ ਆਰਾਮ ਨਾਲ ਚਬਾ ਕੇ ਛਕ ਲੈ, ਤਾਂ ਵੀ ਤੇਰੀ ਭੁੱਖ ਮਿਟੇਗੀ। ਭਾਵੇਂ ਤੂੰ ਤੁਰਦਾ ਛਕ, ਤੁਰਦਾ ਹੋਇਆ ਤੇਰੇ ਕੋਲ ਸਮਾਂ ਨਹੀਂ ਹੈ, ਤਾਂ ਵੀ ਭੁੱਖ ਮਿਟੇਗੀ। ਭਾਵੇਂ ਚੌਂਕੜਾ ਮਾਰ ਕੇ ਛਕ, ਤਾਂ ਵੀ ਭੁੱਖ ਮਿਟੇਗੀ। ਇੱਥੋਂ ਤੱਕ ਕਹਿੰਦੇ ਨੇ
ਕਿ ਜੇਕਰ ਤੂੰ ਬੈਲ ਗੱਡੀ ਦੇ ਵਿੱਚ ਜਾਵੇਂ, ਕਾਰ ਵਿੱਚ ਜਾਵੇਂ, ਤਾਂ ਵੀ ਭੁੱਖ ਮਿਟੇਗੀ। ਹੁਣ ਬਾਹਰ ਦਾ ਲਾਈਫ ਸਟਾਈਲ, ਕਾਰ ਦੇ ਵਿੱਚ ਹੀ ਸਾਰਾ ਕੁਝ ਖਾਈ ਪੀ ਜਾਂਦੇ ਨੇ। ਤੇ ਕਦੀ ਕਿਸੇ ਨੇ ਇਹ ਸ਼ਬਦ ਕਹੇ, ਭੁੱਖ ਲੱਗੀ ਆ, ਹੁਣ ਚੌਂਕੜਾ ਮਾਰਨਾ ਪੈਣਾ, ਤੇ ਚੌਂਕੜਾ ਮਾਰ ਕੇ ਤੇ ਪੂਰਾ ਧਿਆਨ ਇਕਾਗਰ ਕਰਨਾ ਪੈਣਾ। ਧਿਆਨ ਇਕਾਗਰ ਕਰਕੇ ਫਿਰ ਕੋਈ ਚੀਜ਼ ਛਕਾਂਗੇ ਤੇ ਫਿਰ ਭੁੱਖ ਮਿਟੇਗੀ। ਸੱਜਣਾ, ਭਾਵੇਂ ਤੇਰਾ ਧਿਆਨ ਪ੍ਰਸ਼ਾਦੇ 'ਚ ਹੋਵੇ ਨਾ ਹੋਵੇ, ਭੁੱਖ ਤਾਂ ਵੀ ਮਿਟੇਗੀ। ਤੂੰ ਵਾਹਿਗੁਰੂ ਵਾਹਿਗੁਰੂ ਜਪੀ ਜਾ, ਭਾਵੇਂ ਕਾਲੀ ਕਾਲੀ ਜਪ, ਭਾਵੇਂ ਆਰਾਮ ਨਾਲ ਜਪ, ਪਰ ਤੇਰੀ ਰਸਨਾ ਜਪੇ, ਤੇਰੇ ਕੰਨ ਸੁਣਨ, ਅੰਦਰ ਤੇਰੇ ਤ੍ਰਿਪਤੀ ਆਏਗੀ ਹੀ ਆਏਗੀ। ਤੂੰ ਸੰਸਾਰੀ ਕੋਈ ਕੱਦੂ ਦਾ ਬੀਜ ਬੀਜੇ, ਸੰਸਾਰੀ ਤੌਰ ਤੇ ਤੂੰ ਲੌਕੀ ਦਾ ਬੀਜ ਬੀਜੇ, ਤਰ੍ਹਾਂ ਦਾ ਬੀਜ ਬੀਜੇ, ਤੇ ਜੇਕਰ ਸੰਸਾਰੀ ਬੀਜ ਪ੍ਰਫੁੱਲਤ ਹੋ ਜਾਂਦੇ ਨੇ, ਇਹ ਤਾਂ ਗੁਰੂ ਕੀ ਬਾਣੀ, ਇਲਾਹੀ ਬਾਣੀ, ਕੀ ਇਹ ਨਹੀਂ ਪ੍ਰਫੁੱਲਤ ਹੋਏਗੀ? ਕੀ ਗੁਰੂ ਮੰਤਰ ਅੰਦਰੋਂ ਪ੍ਰਗਟ ਨਹੀਂ ਹੋਏਗਾ? ਇਸ ਕਰਕੇ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਕਿਵੇਂ ਕਰਨਾ ਹੈ ਜੀ, ਇਹਦਾ ਤਰੀਕਾ ਦੱਸੋ, ਤਰੀਕਾ ਦੱਸੋ। ਕਦੀ ਅਸੀਂ ਇਹ ਕਿਹਾ ਸਾਹ ਕਿਵੇਂ ਲੈਣਾ, ਖੱਬੇ ਪਾਸਿਓਂ ਲੈਣਾ ਕਿ ਸੱਜੇ ਪਾਸਿਓਂ ਲੈਣਾ, ਕਿ ਇਕੱਠਾ ਹੀ ਖਿੱਚ ਲੈਣਾ? ਤੇ ਸਾਹ ਖਿੱਚਣ ਤੋਂ ਬਾਅਦ ਕਿੰਨੇ ਸੈਕਿੰਡ ਬਾਅਦ ਫਿਰ ਛੱਡਣਾ ਹੈ? ਕਿਤੇ ਇੰਝ ਹੀ ਨਾ ਹੋਵੇ ਕਿ ਢਿੱਡ ਪਕਾਨੇ ਵਾਂਗ ਫੁੱਲ ਜੇ ਤੇ ਸਾਡਾ ਢਿੱਡ ਹੀ ਪਾੜ ਜੇ। ਹੱਦ ਹੋ ਗਈ। ਤੂੰ ਬਾਕੀ ਸਾਰੇ ਸੰਸਾਰੀ ਕੰਮਾਂ 'ਚ ਬੜਾ ਸਿਆਣਾ ਹੈ ਤੇ ਬਹਾਨੇ ਲੱਭਦਾ ਹੈ। ਤਰੀਕਾ ਕੀ ਹੈ, ਢੰਗ ਕੀ ਹੈ? ਤੈਨੂੰ ਉਬਾਸੀ ਆਈ ਹੈ, ਦੱਸ। ਤੂੰ ਕਦੀ ਪੁੱਛਿਆ ਕਿ ਉਬਾਸੀ ਆਈ ਹੈ, ਕਿਵੇਂ ਅਸੀਂ ਉਬਾਸੀ ਲੈਣੀ ਜੀ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਹਦੇ ਵਿੱਚ ਇਹ ਨਹੀਂ ਆਖਿਆ ਕਿ ਸਤਨਾਮ ਜਪ ਸਲੋ ਸਲੋ ਜਪ, ਸਤਨਾਮ ਜਪ ਫਾਸਟ ਫਾਸਟ ਜਪ। ਕਹਿੰਦੇ ਬਸ ਤੂੰ ਜਪ। ਹੁਣ ਮਾਂ ਭਾਵੇਂ ਗੁੱਸੇ 'ਚ ਬੋਲੇ, ਆਪਣੇ ਬੱਚੇ ਨੂੰ ਆਵਾਜ਼ ਮਾਰੇ, ਭਾਵੇਂ ਪਿਆਰ 'ਚ ਬੋਲੇ, ਆਵਾਜ਼ ਮਾਰੇ, ਭਾਵੇਂ ਖਿੱਚ ਕੇ ਬੋਲੇ, ਆਵਾਜ਼ ਮਾਰੇ, ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਮਾਂ ਆਵਾਜ਼ ਮਾਰਦੀ ਪਈ। ਕਈ ਵਾਰੀ ਮਾਂ ਆਵਾਜ਼ ਨਾ ਵੀ ਮਾਰੇ ਤੇ ਤਾਂ ਵੀ ਮਾਂ ਦੀ ਅੱਖ ਦੀ ਘੂਰ ਦੇ ਨਾਲ ਹੀ ਬੱਚਾ ਸਮਝ ਜਾਂਦਾ ਕਿ ਮਾਂ ਪਿਆਰ ਵਿੱਚ ਹੈ ਕਿ ਗੁੱਸੇ ਵਿੱਚ ਆ। ਤੇ ਜੇ ਸੰਸਾਰੀ ਮਾਂ ਆਵਾਜ਼ ਮਾਰੇ, ਇੱਕ ਬੱਚਾ ਆਵਾਜ਼ ਮਾਰੇ, ਰੋ ਕੇ ਮਾਰੇ, ਹੱਸ ਕੇ ਮਾਰੇ, ਖੁਸ਼ੀ 'ਚ ਮਾਰੇ, ਤੇ ਜੇ ਮਾਂ ਨੂੰ ਸਮਝ ਲੱਗ ਜਾਂਦੀ ਆ, ਅਸੀਂ ਇੱਥੇ ਗੁਰੂ ਮਹਾਰਾਜ ਨੂੰ ਆਵਾਜ਼ ਮਾਰਾਂਗੇ ਕਿ ਗੁਰੂ ਮਹਾਰਾਜ ਨੂੰ ਪਤਾ ਨਹੀਂ ਲੱਗੇਗਾ? ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਤੂੰ ਨਾਮ ਜਪ, ਅਮੁੱਲ ਭਾਏ, ਅੰਦਰੋਂ ਪ੍ਰੇਮ ਪ੍ਰਗਟ ਹੋਏਗਾ ਜਿਹਦਾ ਮੁੱਲ ਕੋਈ ਨਹੀਂ। ਤੇ ਅਮੁੱਲਾ ਸਮਾਹੇ ਉਸ ਪਰਮੇਸ਼ਵਰ ਅਮੋਲਕ ਦੇ ਵਿੱਚ ਤੂੰ ਸਮਾ ਜਾਏਗਾ। ਤੇ ਉਹ ਸਮਾਉਣ ਵਾਲੀ ਜੋ ਬਿਰਤੀ, ਸਮਾਉਣ ਵਾਲੀ ਜੋ ਕੰਡੀਸ਼ਨ ਅਵਸਥਾ ਹੈ, ਉਹਦਾ ਵੀ ਮੁੱਲ ਕੋਈ ਨਹੀਂ। ਇਸ ਕਰਕੇ ਹੱਥ ਜੋੜ ਕੇ ਸ਼ੁਕਰਾਨਾ ਹੀ ਕਰੀ ਜਾ, ਸ਼ੁਕਰਾਨਾ ਹੀ ਕਰੀ ਜਾ। ਤੇਰੇ ਕੋਲ ਲੱਖਾਂ ਹੀ ਐਸੇ ਰੀਜ਼ਨ ਹਨ, ਲੱਖਾਂ ਹੀ ਐਸੇ ਕਾਰਨ ਹਨ ਜਿਹਦੇ ਕਰਕੇ ਤੂੰ ਸ਼ੁਕਰਾਨਾ ਕਰੇ। ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ। ਪਰਮੇਸ਼ਵਰ ਨੇ ਜੋ ਧਰਮ ਸਿਰਜਿਆ ਹੈ, ਧਰਮ ਕੀ ਸ਼ਬਦ ਸੰਬੋਧਨ ਕਰਦਾ ਹੈ, ਇਹਦਾ ਅਰਥ ਹੁੰਦਾ ਹੈ ਧੱਦਾ ਧਾਰਨ, ਰਾਰਾ ਰਹਿਤ, ਤੇ ਅੱਗੇ ਆ ਗਿਆ ਮੰਮਾ ਅੱਖਰ ਮਰਿਆਦਾ। ਧਾਰਨ ਰਹਿਤ ਮਰਿਆਦਾ। ਮਰਿਆਦਾ ਕਹਿੰਦੇ ਨੇ ਡਿਸਿਪਲਿਨ ਨੂੰ, ਤੇ ਡਿਸਿਪਲਿਨ ਦਾ ਅਰਥ ਹੁੰਦਾ ਇਕੁਐਲਿਟੀ। ਇਕੁਐਲਿਟੀ ਦਾ ਅਰਥ ਜਿਹਦੇ ਵਿੱਚ ਨਾ ਤੇ ਬਹੁਤੀ ਦੌੜ ਭੱਜ ਹੋਵੇ ਤੇ ਨਾ ਹੀ ਬਿਲਕੁਲ ਸੁਸਤ ਹੋਣਾ ਹੋਵੇ। ਕਹਿੰਦੇ ਨੇ ਕਿ ਪਰਮੇਸ਼ਵਰ ਨੇ ਜੋ ਧਰਮ ਸਿਰਜਿਆ ਹੈ, ਜੋ ਕਾਨੂੰਨ ਸਿਰਜਿਆ ਹੈ, ਬਾ ਕਮਾਲ ਹੈ। ਜੇ ਸੂਰਜ ਅੱਧਾ ਇੰਚ ਆਪਣੀ ਥਾਂ ਤੋਂ ਥੋੜਾ ਜਿਹਾ ਧਰਤੀ ਵੱਲ ਹੋਵੇ, ਸਾਇੰਟਿਸਟ ਕਹਿੰਦੇ ਨੇ ਧਰਤੀ ਸੁਆਹ ਹੋ ਸਕਦੀ ਹੈ, ਅੱਧਾ ਇੰਚ। ਤੇ ਜੇ 1 ਇੰਚ ਥੋੜਾ ਅੱਗੇ ਹੋਵੇ, ਧਰਤੀ ਠੰਡੀ ਪੈ ਸਕਦੀ ਹੈ। ਕਿਹੜੀ ਸ਼ਕਤੀ ਹੈ ਕਿ ਸੂਰਜ ਨੂੰ ਟਿਕਾਇਆ ਹੋਇਆ? ਕਿਹੜੀ ਸ਼ਕਤੀ ਹੈ? ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਤੂੰ ਆਪਣੇ ਘਰਾਂ ਨੂੰ ਵੇਖ, ਪਿੱਲਰ ਦੇ ਦੇ ਕੇ ਖੜਾ ਕਰਦਾ ਹੈ।
10-15 ਮਰਲੇ ਦਾ ਘਰ ਹੁੰਦਾ ਹੈ, ਤੂੰ ਕਹਿੰਦਾ ਹੈ ਕਿ ਇੱਥੇ ਡਾਊਨ ਬੀਮ ਦੇ ਦਿਓ, ਇੱਥੇ ਪਿੱਲਰ ਦੇ ਦਿਓ, ਇਹ 2 ਫੁੱਟ ਦਾ ਚਾਹੀਦਾ, ਘਰ ਦੇ ਚਾਰੇ ਕਾਰਨਰ ਦੇ ਉੱਤੇ ਚਾਹੀਦਾ, ਵਿਚਕਾਰ ਚਾਹੀਦਾ, ਸਾਰੇ ਪਾਸੇ ਚਾਹੀਦਾ। ਉਹ ਦੇਖ ਰੱਬ ਦੀ ਸ਼ਕਤੀ ਨੂੰ ਭਰੋਸਾ ਕਰ ਸਜਣਾ, ਜਿਹੜੇ ਅਸਮਾਨ ਥੱਲੇ ਤੂੰ ਜਿਉਂਦਾ ਪਿਆ ਹੈ, ਇਹਨੂੰ ਕੋਈ ਪਿੱਲਰ ਨਹੀਂ ਹੈ, ਇਹਨੂੰ ਕੋਈ ਥੰਬ ਨਹੀਂ ਹੈ। ਇਸ ਨੂੰ ਕਿੰਨੇ ਟਿਕਾਇਆ? ਪਰਮੇਸ਼ਵਰ ਦੀ ਸ਼ਕਤੀ ਨੇ। ਤੇ ਸ਼ਕਤੀ ਕੀ ਹੈ? ਸ਼ਕਤੀ ਹੈ ਧਰਮ। ਧਰਮ ਕੀ ਹੈ? ਧਰਮ ਹੈ ਡਿਸਿਪਲਿਨ। ਡਿਸਿਪਲਿਨ ਕੀ ਹੈ? ਇਕੁਐਲਿਟੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਿਨ ਥੰਮਾਂ ਤੋਂ ਜੇਕਰ ਪਰਮੇਸ਼ਵਰ ਨੇ ਗਗਨ ਨੂੰ ਟਿਕਾਇਆ ਹੋਇਆ, ਤੂੰ ਭਰੋਸਾ ਕਰ, ਜਿੰਨੇ ਵੀ ਪਲੈਨਟ ਹਨ, ਜਿੰਨੇ ਵੀ ਗ੍ਰਹਿ ਨਕਸ਼ਤਰ ਹਨ, ਉਹਨਾਂ ਉੱਤੇ ਵੀ ਕੋਈ ਪਿੱਲਰ ਨਹੀਂ ਹੈ। 27 ਸਾਲ ਪਹਿਲਾਂ ਨਾਸਾ ਨੇ ਇਹ ਸਾਹਮਣੇ ਗੱਲ ਰੱਖੀ ਕਿ ਦੇਖੋ ਜੋ ਮੰਗਲ ਗ੍ਰਹਿ ਹੈ, ਇਹਨੂੰ ਕੋਈ ਸਪੋਰਟ ਨਹੀਂ, ਕਿਸੇ ਤਰ੍ਹਾਂ ਦਾ ਇਹਨੂੰ ਆਸਰਾ ਨਹੀਂ, ਬਸ ਇੱਕ ਊਰਜਾ ਹੈ ਜੋ ਇਸ ਨੂੰ ਟਿਕਾ ਕੇ ਬੈਠੀ ਹੈ। ਪੁੱਛਣ ਵਾਲਾ ਹੋਵੇ ਕਿ ਭਾਈ ਤੂੰ ਇਕੱਲਾ ਇਹਦੀ ਗੱਲ ਕਰਦਾ, ਇਸ ਸ੍ਰਿਸ਼ਟੀ ਵਿੱਚ ਹਰ ਇੱਕ ਚੀਜ਼ ਉਹਦੀ ਊਰਜਾ, ਉਹਦੀ ਸ਼ਕਤੀ ਨਾਲ ਟਿਕੀ ਹੋਈ ਹੈ। ਉਹਦੀ ਸ਼ਕਤੀ ਤੋਂ ਬਿਨਾਂ ਕੋਈ ਚੀਜ਼ ਟਿਕ ਹੀ ਨਹੀਂ ਸਕਦੀ। ਧਰਤੀ ਤੇ ਰੇਂਗਣ ਵਾਲੀ ਕੀੜੀ ਵੀ ਉਹਦੀ ਸ਼ਕਤੀ ਦੇ ਨਾਲ ਰੇਂਗਦੀ ਪਈ ਹੈ। ਧਰਤੀ ਦੇ ਉੱਤੇ ਚੱਲਣ ਵਾਲੀ ਕੀੜੀ, ਧਰਤੀ ਉੱਤੇ ਚੱਲਣ ਵਾਲੇ ਸਾਰੇ ਜੀਵ, ਪਾਣੀ ਵਿੱਚ ਚੱਲਣ ਵਾਲੇ ਜੀਵ, ਉਹ ਪਰਮੇਸ਼ਵਰ ਦੀ ਸ਼ਕਤੀ ਦੇ ਨਾਲ ਚੱਲਦੇ ਪਏ ਹਨ। ਆਪਣੀ ਸ਼ਕਤੀ ਨਾਲ ਕੋਈ ਨਹੀਂ ਚੱਲ ਸਕਦਾ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਵਰ ਦਾ ਜੋ ਧਰਮ ਦਾ ਨਿਯਮ ਹੈ, ਉਹਦਾ ਵੀ ਮੁੱਲ ਕੋਈ ਨਹੀਂ, ਕਿਉਂਕਿ ਸਮਝ ਹੀ ਨਹੀਂ ਆਉਂਦਾ। ਅਮੁੱਲ ਦੀਵਾਨ। ਤੇ ਪਰਮੇਸ਼ਵਰ ਨੇ ਇੱਕ ਦਰਬਾਰ ਲਾਇਆ ਹੈ, ਪਰਮੇਸ਼ਵਰ ਨੇ ਕਚਹਿਰੀ ਲਾਈ ਹੈ। ਪਰਮੇਸ਼ਵਰ ਨਿਆਂ ਪੂਰਾ ਕਰਦਾ। ਇੰਜ ਨਹੀਂ ਕਰਦਾ ਕਿ ਕਿਸੇ ਕੋਲ ਪੈਸੇ ਵੱਧ ਨੇ ਤੇ ਉਹਨੇ ਰੱਬ ਨੂੰ ਰਿਸ਼ਵਤ ਦਿੱਤੀ ਤੇ ਰੱਬ ਨੇ ਕਹਿਣਾ ਓਕੇ ਵੀ ਆਪਣੀ ਯਾਰੀ ਪੈ ਗਈ ਆ, ਹੁਣ ਟੈਨਸ਼ਨ ਕੋਈ ਨਹੀਂ, ਕਰੀ ਜਾ ਪਾਪ ਜਿੰਨੇ ਕਰਨੇ। ਤੇ ਗਰੀਬ ਬੰਦਾ ਵਿਚਾਰਾ ਜਿਹੜਾ ਆਪ ਸੁੱਕਾ ਪ੍ਰਸ਼ਾਦਾ ਛਕਦਾ, ਤੇ ਰੱਬ ਨੇ ਕਹਿਣਾ ਕਿ ਮੇਰਾ ਜੀ ਕਰਦਾ ਤੈਨੂੰ ਭਸਮ ਹੀ ਕਰ ਦਿਆਂ, ਤੂੰ ਤੇ ਮੈਨੂੰ ਰਿਸ਼ਵਤ ਹੀ ਨਹੀਂ ਦਿੰਦਾ, ਰਿਸ਼ਵਤ ਦੇ ਮੈਨੂੰ। ਪਰਮੇਸ਼ਵਰ ਦੀ ਜੋ ਕਚਹਿਰੀ ਹੈ, ਪਰਮੇਸ਼ਵਰ ਦਾ ਜੋ ਦਰਬਾਰ ਹੈ, ਪਰਮੇਸ਼ਵਰ ਦੀ ਜੋ ਦਰਗਾਹ ਹੈ, ਪਰਮੇਸ਼ਵਰ ਦੀ ਜੋ ਕੋਰਟ ਹੈ, ਉਸ ਕੋਰਟ ਦੇ ਵਿੱਚ ਸਾਰਿਆਂ ਵਾਸਤੇ ਨਿਆਂ ਇੱਕ ਬਰਾਬਰ ਹੈ। ਪਰਮੇਸ਼ਵਰ ਦੀ ਕਚਹਿਰੀ, ਉਹਦੀ ਕੋਈ ਕੀਮਤ ਨਹੀਂ, ਉਹਦੀ ਕੋਈ ਸਿਫਤ ਨਹੀਂ ਕਰ ਸਕਦਾ, ਉਹ ਮੁੱਲ ਤੋਂ ਰਹਿਤ ਹੈ। ਤੇ ਕਹਿੰਦੇ ਨੇ ਮੁੱਲ ਤੋਂ ਰਹਿਤ ਇਕੱਲੀ ਕਚਹਿਰੀ ਨਹੀਂ, ਅਮੁੱਲ ਤੁੱਲ। ਤੇ ਪਰਮੇਸ਼ਵਰ ਨੇ ਹੱਥ ਵਿੱਚ ਤੱਕੜੀ ਫੜੀ ਹੋਈ ਹੈ। ਤੁੱਲ ਦਾ ਅਰਥ ਹੁੰਦਾ ਹੈ ਤੋਲਣ ਵਾਲੀ ਕੋਈ ਵੀ ਐਸੀ ਚੀਜ਼ ਜਿਹਦੇ ਨਾਲ ਬਰਾਬਰਤਾ ਤੋਲੀ ਜਾਵੇ, ਵਾਧ ਘਾਟ ਤੋਲੀ ਜਾਵੇ, ਉਹਨੂੰ ਆਖਿਆ ਜਾਂਦਾ ਹੈ ਤੱਕੜੀ। ਅਮੁੱਲ ਤੁੱਲ ਜੋ ਪਰਮੇਸ਼ਵਰ ਸਾਡੇ ਜੀਵਾਂ ਦਾ ਲੇਖਾ ਜੋਖਾ ਕਰਦੇ ਨੇ, ਕਹਿੰਦੇ ਨੇ ਕਿ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਕੋਈ ਵਡਿਆਈ ਨਹੀਂ ਕਰ ਸਕਦਾ। ਅਮੁੱਲ ਪ੍ਰਵਾਨ। ਤੇ ਪਰਮੇਸ਼ਵਰ ਜਿਸ ਸ਼ਕਤੀ ਦੇ ਨਾਲ ਉਹਨਾਂ ਦੇ ਲੇਖੇ ਜੋਖੇ ਨੂੰ ਕਰਦਾ ਹੈ, ਸਾਰਿਆਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਉਹਨਾਂ ਨੂੰ ਪਿਆਰ ਕਰਦਾ, ਉਹਨਾਂ ਨੂੰ ਉਸ ਢੰਗ ਦੇ ਨਾਲ ਅੱਗੇ ਹੋਰ ਜੂਨਾਂ 'ਚ ਪਾ ਦਿੰਦਾ ਹੈ। ਕਹਿੰਦੇ ਨੇ ਕਿ ਉਹ ਵੀ ਤੋਲਣ ਵਾਲੀ ਕਿਰਿਆ ਵੀ ਕਿਸੇ ਕੀਮਤ ਵਿੱਚ ਨਹੀਂ ਆਉਂਦੀ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹਦੀ ਕੋਈ ਸਿਫਤ ਨਹੀਂ ਕਰ ਸਕਦਾ, ਉਹਨੂੰ ਸਹੀ ਢੰਗ ਨਾਲ ਸਮਝ ਨਹੀਂ ਸਕਦਾ, ਕਿਉਂਕਿ ਪਰਮੇਸ਼ਵਰ ਜਿੰਨਾ ਵੱਡਾ ਹੈ ਓਨੀ ਹੀ ਵੱਡੀ ਉਹਦੀ ਕਚਹਿਰੀ ਹੈ। ਜਿੰਨੀ ਵੱਡੀ ਕਚਹਿਰੀ ਹੈ ਓਨੀ ਹੀ ਵੱਡੀ ਉਹਦੀ ਤੱਕੜੀ ਹੈ, ਜਿੰਨੀ ਵੱਡੀ ਉਹਦੀ ਤੱਕੜੀ ਹੈ ਓਨਾ ਹੀ ਵੱਡਾ ਉਹਦਾ ਵੱਟਾ ਹੈ। ਇੱਥੇ ਪ੍ਰਵਾਨ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਦੇ ਨਾਲ ਇੱਕ ਤੱਕੜੀ ਨੂੰ ਬੈਲੈਂਸ ਕੀਤਾ ਜਾਂਦਾ ਹੈ। ਪ੍ਰਵਾਨ ਦਾ ਅਰਥ ਹੈ ਕੋਈ ਵੀ ਪਦਾਰਥ ਜੋ ਦੂਸਰੀ ਚੀਜ਼ ਨੂੰ ਬੈਲੈਂਸ ਕਰੇ ਤੇ ਇਹ ਦੱਸੇ ਕਿ ਇਹ ਚੀਜ਼ ਦਾ weight ਇੰਨਾ ਹੈ। ਪ੍ਰਵਾਨ ਦਾ ਅਰਥ ਹੈ ਵੱਟਾ, ਪ੍ਰਵਾਨ ਦਾ ਅਰਥ ਹੈ ਐਸੀ ਮਾਪਦੰਡ ਦੀ ਇਕਾਈ ਜਿਹਦੇ ਨਾਲ ਦੂਸਰੇ ਪਦਾਰਥ ਦੀ ਜਾਣਕਾਰੀ ਹੋ ਸਕੇ ਕਿ ਇਹ ਪਾਈਆ ਹੈ, ਕਿਲੋ ਹੈ, 2 ਕਿਲੋ ਹੈ। ਕਹਿੰਦੇ ਨੇ ਪਰਮੇਸ਼ਵਰ ਦਾ ਜੋ ਨਿਯਮ ਦਾ ਵੱਟਾ ਹੈ ਉਹ ਵੀ ਅਮੋਲਕ ਹੈ, ਉਹਦਾ ਵੀ ਪਾਰ ਨਹੀਂ ਪਾਇਆ ਜਾ ਸਕਦਾ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ
ਅਮੁੱਲ ਫੁਰਮਾਨ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਅਮੁੱਲ ਬਖਸ਼ੀਸ। ਇਹਨੂੰ ਬਖਸ਼ਿਸ਼ ਨਹੀਂ ਕਹਿਣਾ। ਕਈ ਕਹਿ ਦਿੰਦੇ ਨੇ ਅਮੁੱਲ ਬਖਸ਼ੀਸ਼, ਸੱਸੇ ਦੇ ਪੈਰ 'ਚ ਬਿੰਦੀ ਨਹੀਂ ਹੈ, ਆਪਾਂ ਬਖਸ਼ੀਸ਼ ਨਹੀਂ ਕਹਿ ਸਕਦੇ। ਅਸੀਂ ਕਦੀ ਕਿਹਾ ਸ਼ੇਰ, ਸ਼ੇਰ ਆ ਗਿਆ, ਸ਼ੇਰ ਬੜਾ ਦਲੇਰ ਹੁੰਦਾ। ਸਾਨੂੰ ਪਤਾ ਹੈ ਕਿ ਸੱਸੇ ਦੇ ਪੈਰ 'ਚ ਬਿੰਦੀ ਹੁੰਦੀ ਆ, ਉਹਨੂੰ ਅਸੀਂ ਸ਼ੇਰ ਹੀ ਕਹਿੰਦੇ ਹਾਂ। ਤੇ ਅਸੀਂ ਕਦੀ ਕਹਿੰਦੇ ਹਾਂ ਸ਼ੇਬ, ਸ਼ੇਬ ਕਹਿੰਦੇ ਸ਼ੇਬ ਖਾਣਾ, ਸ਼ੇਬ। ਅਸੀਂ ਬੜੇ ਸਿਆਣੇ, ਅਸੀਂ ਕਹਿੰਦੇ ਸੇਬ ਹੁੰਦਾ ਹੈ ਜੀ, ਇਹ ਐਪਲ ਹੁੰਦਾ, ਇਹ ਸੇਬ ਹੁੰਦਾ। ਤੇ ਅਸੀਂ ਜਦੋਂ ਸੇਬ ਦੇਖੀ ਉਹਨੂੰ ਸ਼ੇਬ ਨਹੀਂ ਕਹਿੰਦੇ, ਜਦੋਂ ਅਸੀਂ ਸ਼ੇਰ ਦੇਖੀ ਉਹਨੂੰ ਸ਼ੇਰ ਨਹੀਂ ਕਹਿੰਦੇ। ਜਦੋਂ ਗੁਰੂ ਕੀ ਬਾਣੀ ਦੇਖੀ, ਅਸੀਂ ਆਪਣੀ ਮਰਜ਼ੀ ਨਾਲ ਨਾ, ਅਸੀਂ ਆਪਣੇ ਝੋਲੇ ਭਰੇ ਪਏ ਨੇ ਬਿੰਦੀਆਂ ਦੇ, ਤੇ ਬਿੰਦੀਆਂ ਦੇ ਝੋਲੇ ਫੜ ਕੇ ਆਪਣੀ ਮਰਜ਼ੀ ਨਾਲ ਲਾ ਦਿੰਦੇ ਆ। ਮਹਾਰਾਜ ਜੀ ਇੱਥੇ ਵੀ ਬਿੰਦੀ ਚਾਹੀਦੀ ਸੀ, ਇੱਥੇ ਵੀ ਚਾਹੀਦੀ ਸੀ, ਤੁਹਾਨੂੰ ਨਹੀਂ ਸੀ ਪਤਾ, ਸੀ ਤੁਹਾਨੂੰ ਦੱਸਦੇ। ਇਸ ਕਰਕੇ ਇੱਥੇ ਬਖਸ਼ਿਸ਼ ਨਹੀਂ ਕਹਿਣਾ, ਅਮੁੱਲ ਬਖਸ਼ੀਸ। ਖੱਖਾ ਕਲੀਅਰ ਹੋਵੇ, ਅਮੁੱਲ ਬਖਸ਼ੀਸ। ਪਰਮੇਸ਼ਵਰ ਦੀ ਜੋ ਬਖਸ਼ਿਸ਼ ਹੈ, ਜੋ ਉਹਦੀ ਦਇਆ ਹੈ, ਉਹਦੀ ਰਹਿਮਤ ਹੈ, ਉਹਦਾ ਸਾਡੇ ਤੇ ਤਰਸ ਹੈ, ਕਹਿੰਦੇ ਉਹਦੀ ਕੋਈ ਕੀਮਤ ਨਹੀਂ। ਤਰਸ ਵਿੱਚ ਆ ਕੇ ਉਹਨੇ ਸਾਨੂੰ ਸਾਰਾ ਕੁਝ ਦਿੱਤਾ ਜੀ। ਆਪ ਜੀ ਕਿਤੇ ਸਾਹ ਲੈਣ ਦੀ ਪ੍ਰਕਿਰਿਆ ਨੂੰ ਸਾਇੰਸ ਦੇ ਹਿਸਾਬ ਨਾਲ ਤੇ ਯੋਗ ਮਤ ਦੇ ਹਿਸਾਬ ਨਾਲ ਦੇਖੋ ਨਾ, ਤੇ ਸਿਰਫ ਸਾਹ ਲੈਣ ਦੀ ਪ੍ਰਕਿਰਿਆ ਵਿੱਚ ਹੀ ਹੈਰਾਨਗੀ ਹੋ ਜਾਂਦੀ ਹੈ ਕਿ ਪਰਮੇਸ਼ਵਰ ਨੇ ਕਿੰਨੀ ਕਿਰਪਾ ਕੀਤੀ ਹੈ, ਕਿੰਨੀ ਕਿਰਪਾ ਕੀਤੀ ਹੈ। ਜਦੋਂ ਅਸੀਂ ਚਾਹ ਜਾਂ ਫਿਰ ਕੋਈ ਵੀ ਚੀਜ਼ ਪੀਣ ਵਾਲੀ ਅਸੀਂ ਪੁਣਦੇ ਹਾਂ, ਤੇ ਅਸੀਂ ਕਹਿੰਦੇ ਹਾਂ ਜਾਲੀ ਲਿਆਓ। ਉਹ ਜਾਲੀਆਂ ਅਸੀਂ ਸਾਰੀ ਜ਼ਿੰਦਗੀ ਦੇ ਵਿੱਚ ਕਿੰਨੀ ਵਾਰੀ ਟੁੱਟਦੀਆਂ ਨੇ, ਖਰਾਬ ਹੋ ਜਾਂਦੀਆਂ ਨੇ। ਤੇ ਰੱਬ ਨੇ ਸਾਡੇ ਨੱਕ ਦੇ ਵਿੱਚ ਕੇਸਾਂ ਦੀ ਜਾਲੀ ਲਾਈ ਹੈ। ਕਦੀ ਅਸੀਂ ਕਿਹਾ ਸਾਡੀ ਜਾਲੀ ਜਿਹੜੀ ਹੈ ਨਾ, ਇਹ ਟੁੱਟ ਗਈ ਆ ਤੇ ਹੁਣ ਕੇਸ ਲਿਆ ਕੇ ਤੇ ਨੱਕ ਦੇ ਵਿੱਚ ਲਾਈਏ? ਵੇਖੋ, ਸ਼ੁਕਰ ਆ ਰੱਬ ਨੇ ਸਾਡੇ ਤੇ ਅਜੇ ਫੇਰ ਵੀ ਤਰਸ ਕੀਤਾ। ਅਸੀਂ ਭਰਵੱਟੇ ਮੁੰਨ ਛੱਡੇ, ਆਈਬਰੋ ਬਣਾ ਲਏ, ਅਸੀਂ ਦਾੜੀ ਕੇਸ ਉਹ ਵੀ ਕਤਲ ਕਰ ਲਿਆ। ਸ਼ੁਕਰ ਆ ਸਾਨੂੰ ਇੰਨੀ ਸਮਝ ਹੈ ਕਿ ਨੱਕ ਦੇ ਕੇਸ ਜਿਹੜੇ ਆ ਨਾ, ਉਹ ਵੀ ਕਢਾ ਕੇ ਉਹ ਵੀ ਨਾ ਅਸੀਂ ਪੁੱਟ ਦਈਏ। ਜੇ ਕੋਈ ਇਸ ਤਰ੍ਹਾਂ ਨੱਕ ਦੇ ਕੇਸਾਂ ਦੀ ਜੋ ਜਾਲੀ ਹੈ ਨਾ ਜੀ, ਕੋਈ ਉਹ ਉਖਾੜ ਦੇਗਾ ਨਾ, ਤੇ ਪੂਰਾ ਸਰੀਰ ਮਿੱਟੀ ਨਾਲ ਭਰ ਜਾਏਗਾ। ਤੁਹਾਨੂੰ ਪਤਾ ਹੋਏਗਾ, ਪੂਰਾ ਸਰੀਰ ਮਿੱਟੀ ਨਾਲ ਭਰ ਜਾਏਗਾ ਤੇ ਬੰਦੇ ਦੀ ਮੌਤ ਹੋ ਸਕਦੀ ਹੈ। ਕਿਉਂਕਿ ਸਾਡੀ ਜੋ ਅਸੀਂ ਸਾਹ ਲੈਣ ਦੀ ਪ੍ਰਕਿਰਿਆ ਹੈ, ਉਹਦੇ ਵਿੱਚ ਜਦੋਂ ਅਸੀਂ ਸਾਹ ਖਿੱਚਦੇ ਹਾਂ, ਤੇ ਕਹਿੰਦੇ ਨੇ ਇੱਕੋ ਵਾਰ ਜੋ ਬੰਦਾ ਨੋਰਮਲ ਸਾਹ ਲੈਂਦਾ ਆ, ਉਹਦੇ ਵਿੱਚ ਜੋ ਛੋਟੇ ਛੋਟੇ ਡਸਟ ਦੇ ਪਾਰਟੀਕਲ ਹੁੰਦੇ ਨੇ ਨਾ, ਛੋਟੇ ਛੋਟੇ ਕਣ ਹੁੰਦੇ ਨੇ, ਕਹਿੰਦੇ ਉਹ ਘੱਟੋ ਘੱਟ 7 ਅਰਬ ਦੇ ਕਰੀਬ ਹੁੰਦੇ ਨੇ। 7 ਅਰਬ, 7 ਅਰਬ ਦੇ ਕਰੀਬ ਜੋ ਡਸਟ ਦੇ ਕਣ ਹੁੰਦੇ ਨੇ, ਉਹ ਅਸੀਂ ਇੱਕ ਸਾਹ ਵਿੱਚ ਲੈਂਦੇ ਹਾਂ। ਤੇ ਜੇ ਨੱਕ ਦੀ ਜਾਲੀ ਰੱਬ ਨੇ ਨਾ ਲਾਈ ਹੁੰਦੀ, ਤੇ ਸਾਡੇ ਸਰੀਰਾਂ ਦੇ ਵਿੱਚ ਮਿੱਟੀ ਨਹੀਂ ਭਰ ਜਾਣੀ ਸੀ। ਅਸੀਂ ਕਹਿਣਾ ਸੀ ਉਹ ਫਿਰ ਇਸ ਤਰ੍ਹਾਂ ਹੋ ਗਿਆ ਨਾ, ਨੱਕ ਦੀ ਜਾਲੀ ਉਹਦੀ ਐਕਸਪਾਇਰ ਹੋ ਗਈ ਸੀ, ਉਹ ਮਿੱਟੀ ਭਰ ਗਈ ਤੇ ਬੰਦੇ ਨੇ ਮਰਨਾ ਹੀ ਸੀ। ਫਿਰ ਪੂਰੇ ਸਰੀਰ 'ਚ ਮਿੱਟੀ ਭਰ ਜਾਣੀ ਸੀ। ਤੇ ਰੱਬ ਦੀ ਇੱਕ ਵੀ ਦਾਤ ਵੱਲ ਧਿਆਨ ਦਈਏ ਤੇ ਅਸੀਂ ਤੇ ਸ਼ੁਕਰਾਨਾ ਹੀ ਕਰੀ ਜਾਣਾ ਹੈ, ਸ਼ੁਕਰਾਨੇ ਦੇ ਵਿੱਚ ਜੁੜ ਜਾਵਾਂਗੇ। ਮਹਾਰਾਜ ਜੀ ਕਹਿੰਦੇ ਨੇ, ਭਾਈ ਸ਼ੁਕਰ ਕਰ, ਸ਼ੁਕਰ ਕਰ, ਤੈਨੂੰ ਰੱਬ ਦੀਆਂ ਦਾਤਾਂ ਪ੍ਰਵਾਨ ਨਹੀਂ, ਤੇ ਜੇ ਪ੍ਰਵਾਨ ਨਹੀਂ ਤਾਂ ਫਿਰ ਬਿਮਾਰੀਆਂ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦੇ। ਕੇਸਾਂ ਨੂੰ ਕਦੀ ਵੀ ਅਸੀਂ ਰੰਗ ਨਾ ਲਾਈਏ। ਤੁਹਾਨੂੰ ਪਤਾ ਹੋਏਗਾ, ਜਿਹੜੇ ਬੰਦੇ ਕੇਸਾਂ ਨੂੰ ਜਾਂ ਦਾੜੇ ਨੂੰ ਰੰਗ ਲਾਉਂਦੇ ਨੇ ਨਾ ਜੀ, ਅੱਗੇ ਜਾ ਕੇ ਜਿਸ ਵੇਲੇ 60+ ਹੁੰਦੇ ਨੇ, ਨਾਲ ਹੀ ਕੈਂਸਰ ਦੇ ਕਣ ਅੰਦਰੋਂ ਜਗਣੇ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਜਿੰਨੀਆਂ ਵੀ ਡਾਈਆਂ ਹਨ, ਜਿੰਨੇ ਵੀ ਕਲਰ ਕਰਨ ਵਾਲੇ ਪ੍ਰੋਡਕਟ ਹਨ, ਉਹਨਾਂ ਦੇ ਵਿੱਚ ਉਹਨਾਂ ਨੇ ਐਸੇ ਕੈਮੀਕਲ ਪਾਏ ਹੁੰਦੇ ਨੇ, ਜਦੋਂ ਉਸ ਕੇਸਾਂ ਦੇ ਵਿੱਚ ਲਾਈਦਾ ਹੈ। ਆਪ ਜੀ ਨੂੰ ਪਤਾ ਹੋਏਗਾ, ਸਿਰ ਦੇ ਕਿਸੇ ਵੀ ਪਾਸੇ ਦੇ ਵਿੱਚ ਕੇਸ ਦੇ ਉੱਤੇ ਅਸੀਂ ਇੱਕ ਡ੍ਰੌਪ ਸੁੱਟ ਦਈਏ ਨਾ, ਤੇ ਕਹਿੰਦੇ ਨੇ ਕਿ ਉਹ 1 ਮਿਲੀ ਸੈਕਿੰਡ ਨੂੰ 100 ਹਿੱਸਿਆਂ 'ਚ ਡਿਵਾਈਡ ਕਰ ਦਿਓ, ਇੰਨੀ ਤੇਜ਼ੀ ਨਾਲ ਨਾ ਸਾਡੇ ਬ੍ਰੇਨ ਦੇ ਚੁਗਿਰਦੇ ਘੁੰਮ ਜਾਂਦਾ, ਇੰਨੀ ਤੇਜ਼ੀ ਦੇ ਨਾਲ ਸਰੀਰ ਤੇ ਅਸਰ ਕਰਦਾ ਹੈ। ਤੇ ਫਿਰ ਆਉਣ ਵਾਲੇ ਸਮੇਂ 'ਚ ਕੈਂਸਰ ਹੋਣਾ ਹੀ ਹੋਣਾ ਹੈ, ਕਿਉਂਕਿ ਇਮਿਊਨਿਟੀ ਵੀਕ ਹੋ ਜਾਣੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਲਾਉਣਾ ਨਹੀਂ ਚਾਹੀਦਾ। ਮਹਾਰਾਜ ਜੀ ਕਹਿੰਦੇ ਨੇ, ਤੂੰ ਕੇਸ ਤੇ ਕਾਲੇ ਕਰ ਲਏ ਆ, ਤੇ ਹੁਣ ਝੁਰੜੀਆਂ ਕਿਵੇਂ ਠੀਕ ਕਰੇਗਾ, ਰਿੰਕਲਸ ਕਿਵੇਂ ਠੀਕ ਕਰੇਗਾ?
ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈਐ ਕੋ ਰਹੈ ਨਾ ਭਰੀਐ ਪਾਈਐ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਤੂੰ ਬੁਢਾਪੇ ਨੂੰ ਕਿਵੇਂ ਰੋਕੇਂਗਾ, ਬੁਢਾਪੇ ਵਾਸਤੇ ਕਿਹੜੀ ਡਾਈ ਹੈ। ਇਸ ਕਰਕੇ ਤੂੰ ਜੋ ਹੇਅਰ ਕਲਰ ਹੈ ਇਹਨਾਂ ਤੋਂ ਦੂਰੀ ਬਣਾ, ਕਿਉਂਕਿ ਜਦੋਂ ਵੀ ਅਟੈਕ ਹੋਇਆ ਜਾਂ ਤੈਨੂੰ ਕੈਂਸਰ ਹੋਏਗਾ ਜਾਂ ਤੇਰੇ ਅੰਦਰ ਰਸੌਲੀਆਂ ਪੈਦਾ ਸ਼ੁਰੂ ਹੋ ਜਾਣਗੀਆਂ ਜਾਂ ਬ੍ਰੇਨ ਹੈਮਰੇਜ ਹੋ ਜਾਏਗਾ। ਤਕਰੀਬਨ ਅਸੀਂ ਸਾਇੰਸ ਦੇ ਹਿਸਾਬ ਨਾਲ ਚੱਲੀਏ ਤੇ 28 ਬਿਮਾਰੀਆਂ ਲੱਗਦੀਆਂ ਨੇ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਬਿਮਾਰੀਆਂ ਐਸੀਆਂ ਚੜ੍ਹਦੀ ਕਲਾ ਵਾਲੀਆਂ ਨੇ ਕਿ ਬਸ ਬੰਦੇ ਦੀ ਮੌਤ ਹੀ ਹੁੰਦੀ ਹੈ, ਮੌਤ ਹੀ ਹੁੰਦੀ ਆ। ਤੇ ਅਸੀਂ ਕਹੀਏ ਰੱਬ ਨੇ ਮੌਤ ਦਿੱਤੀ, ਰੱਬ ਨੇ ਕਿੱਥੋਂ ਦਿੱਤੀ? ਰੱਬ ਨੇ ਤੈਨੂੰ ਕਿਹਾ ਕਿ ਬੇਟਾ ਆ ਲੈ ਕਲਰ, ਤੂੰ ਥੋੜੇ ਜਿਹੇ ਬਰਾਊਨ ਕਰ ਲਾ ਵਾਲ, ਤੂੰ ਥੋੜੇ ਜਿਹੇ ਕੇਸ ਕਾਲੇ ਕਰ ਲਾ। ਰੱਬ ਨੇ ਚਿੱਟੇ ਕੀਤੇ, ਤੈਨੂੰ ਐਕਸੈਪਟ ਹੀ ਨਹੀਂ ਹੈ। ਬੜੀ ਹੈਰਾਨਗੀ ਦੀ ਗੱਲ ਹੈ। ਤੇ ਜੇ ਹੁਣ ਤੂੰ ਚਿੱਟੇ ਨੂੰ ਕਾਲਿਆਂ ਵਾਲੇ ਪਾਸੇ ਤੁਰ ਪਿਆ ਤੇ ਹੁਣ ਅੰਦਰ ਵੀਕਨੈਸ ਇੰਨੀ ਆ ਜਾਏਗੀ ਜਿਹਦਾ ਤੂੰ ਅੰਦਾਜ਼ਾ ਵੀ ਨਹੀਂ ਲਾ ਸਕਦਾ। ਨਰਵਸ ਸਿਸਟਮ ਵੀਕ ਹੋ ਜਾਏਗਾ। ਇਸ ਕਰਕੇ ਜੈਸਾ ਪਰਮੇਸ਼ਵਰ ਤੈਨੂੰ ਹੁਕਮ ਵਿੱਚ ਰੱਖਣਾ ਚਾਹੁੰਦਾ, ਹੁਕਮ ਵਿੱਚ ਆ ਜਾ ਜੀ। ਅਸੀਂ ਕਈ ਵਾਰੀ ਪਤਾ ਕੀ ਕਹਿ ਦਿੰਦੇ ਆ, ਭੋਲੇ ਭਾਅ 'ਚ ਕਹਿੰਦੇ ਆ ਜੀ ਮੈਂ ਅੱਜ ਤੋਂ ਨਾ ਕੇਸ ਰੱਖਣੇ ਸ਼ੁਰੂ ਕਰ ਦਿੱਤੇ ਆ, ਹੁਣ ਮੈਂ ਦਾੜੀ ਨਹੀਂ ਕਟਾਉਂਦਾ। ਤੈਨੂੰ ਰੱਖਣ ਦੀ ਲੋੜ ਨਹੀਂ, ਤੂੰ ਬਸ ਕਟਾਣਾ, ਇਹਨੇ ਆਪੇ ਆਈ ਜਾਣਾ ਹੈ, ਆਪੇ ਹੀ ਆਈ ਜਾਣਾ ਆ, ਕਿਉਂਕਿ ਰੱਬ ਭੇਜ ਰਿਹਾ, ਰੱਬ ਭੇਜ ਰਿਹਾ ਆ। ਤੇ ਜੇ ਭੇਜ ਰਿਹਾ ਆ ਕੋਈ ਬੜਾ ਵੱਡਾ ਰੀਜ਼ਨ ਆ, ਕੋਈ ਬਹੁਤ ਵੱਡਾ ਕਾਰਨ ਆ। ਤੇ ਜੇ ਮਾਈਕਰੋਸਕੋਪ ਦੇ ਨਾਲ ਅਸੀਂ ਆਪਣੇ ਸਰੀਰ ਉੱਤੇ ਦੇਖੀਏ ਨਾ, ਜੋ ਮਾਈਨਸ ਵਿੱਚ ਮਾਈਕਰੋਸਕੋਪ ਹੁੰਦਾ ਹੈ, ਤੇ ਸਾਨੂੰ ਆਪਣੇ ਪੂਰੇ ਸਰੀਰ ਦੇ ਉੱਤੇ ਕੇਸ ਹੀ ਕੇਸ ਦਿਸਣਗੇ ਤੇ ਉਹਨਾਂ ਕੇਸਾਂ ਕਰਕੇ ਬਚੇ ਫਿਰਦੇ ਆ। ਨਹੀਂ ਤਾਂ ਹੁਣ ਨੂੰ ਤੇ ਅਸੀਂ ਇੱਕ ਵੀ ਸੂਰਜ ਦੀ ਕਿਰਨ ਨਹੀਂ ਸੀ ਝੱਲ ਸਕਦੇ। ਖੈਰ ਰਹੋ ਵਿਚਾਰ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਅਮੁੱਲ ਬਖਸ਼ੀਸ ਪਰਮੇਸ਼ਵਰ ਦੀਆਂ ਦਾਤਾਂ, ਤਰਸ ਉਹਦਾ ਕੀਮਤ ਪਰੇ ਹੈ, ਕੋਈ ਕੀਮਤ ਨਹੀਂ ਪਾ ਸਕਦਾ। ਅਮੁੱਲ ਨਿਸ਼ਾਨ, ਤੇ ਉਹਦੀਆਂ ਬਖਸ਼ਿਸ਼ਾਂ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਦੀ ਵੀ ਕੀਮਤ ਕੋਈ ਨਹੀਂ। ਬਖਸ਼ਿਸ਼ਾਂ ਦੇ ਨਿਸ਼ਾਨ ਕਿਹੜੇ ਨੇ ਮਹਾਰਾਜ ਜੀ? ਕਹਿੰਦੇ ਆਪਣੇ ਬੱਚੇ ਨੂੰ ਦੇਖ, ਆਪਣੀ ਧੀ ਨੂੰ ਦੇਖ, ਆਪਣੀ ਪਤਨੀ ਨੂੰ ਦੇਖ, ਆਪਣੇ ਮਾਤਾ ਪਿਤਾ ਨੂੰ ਦੇਖ, ਆਪਣੇ ਆਪ ਨੂੰ ਦੇਖ ਮਿਰਰ ਦੇ ਵਿੱਚ, ਸ਼ੀਸ਼ੇ ਦੇ ਵਿੱਚ। ਫਿਰ ਤੂੰ ਆਪਣੇ ਘਰ ਦੇ ਵਿੱਚ ਹਰ ਇੱਕ ਚੀਜ਼ ਨੂੰ ਦੇਖ। ਗਰਮੀ ਲੱਗੀ, ਤੇਰੇ ਕੋਲ ਏਸੀ ਅਵੇਲੇਬਲ ਆ, ਕੂਲਰ ਅਵੇਲੇਬਲ ਆ, ਠੰਡੀ ਥਾਂ ਅਵੇਲੇਬਲ ਆ, ਠੰਡੇ ਖਾਣ ਵਾਲੇ ਪਦਾਰਥ ਅਵੇਲੇਬਲ ਆ। ਮਹਾਰਾਜ ਜੀ ਕਹਿੰਦੇ ਨੇ ਕਿਸੇ ਵੀ ਚੀਜ਼ ਦੀ ਕੀਮਤ ਨਹੀਂ ਪਾਈ ਜਾ ਸਕਦੀ। ਤੇ ਜੇ ਅਸੀਂ ਕਹੀਏ ਦਾਤਾਂ ਤੇ ਸਾਰੀਆਂ ਨੇ, ਤੇ ਦੇਖੋ ਜੀ ਬੰਦੇ ਦਾ ਮੂੰਹ ਸੀਤਾ ਹੋਇਆ ਹੈ, ਖਾਣ ਵਾਲੇ ਪੀਣ ਵਾਲੇ ਪਦਾਰਥ ਸਾਰੇ ਨੇ, ਤੇ ਰੱਬ ਨੇ ਮੂੰਹ ਸੀਤਾ ਹੋਇਆ। ਪਤਾ ਨਹੀਂ ਉਹਨੇ ਮੂੰਹ ਦੇ ਵਿੱਚ ਕੱਟ ਹੀ ਨਹੀਂ ਮਾਰਿਆ, ਬਸ ਅੱਖਾਂ ਦੇ ਵਿੱਚ ਕੱਟ ਮਾਰਤਾ, ਕੰਨਾਂ 'ਤੇ ਕੱਟ ਮਾਰਤਾ, ਮੂੰਹ ਨੂੰ ਸੀਤਾ ਹੋਇਆ। ਬੰਦਾ ਖਾ ਹੀ ਕੁਝ ਨਹੀਂ ਸਕਦਾ। ਪਰਮੇਸ਼ਵਰ ਨੇ ਬਖਸ਼ਿਸ਼ ਕੀਤੀ, ਅਸੀਂ ਮੂੰਹ ਖੋਲ ਲੈਂਦੇ ਆ, ਇਹ ਇਹਦੀ ਬੜੀ ਵੱਡੀ ਬਖਸ਼ਿਸ਼ ਆ। ਜੇ ਮੂੰਹ ਨਾ ਖੁੱਲੇ ਅਸੀਂ ਪੀਵਾਂਗੇ ਕੀ, ਖਾਵਾਂਗੇ ਕੀ? ਜੇ ਅਸੀਂ ਬਰੀਕੀ ਵਿੱਚ ਜਾਈਏ ਤਾਂ ਅਸੀਂ ਬਹੁਤ ਬਰੀਕੀ 'ਚ ਪਹੁੰਚ ਜਾਈਏ ਤੇ ਫਿਰ ਸਾਨੂੰ ਲੱਗਣਾ ਅਸੀਂ ਤੇ ਹੈ ਹੀ ਕੁਝ ਨਹੀਂ ਜੀ। ਬੜੀ ਉਹਦੀ ਬਖਸ਼ਿਸ਼ ਹੈ ਦਾਤੇ ਦੀ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਹਦੀਆਂ ਦਾਤਾਂ ਦੇ ਨਿਸ਼ਾਨ ਅਮੋਲਕ ਨੇ। ਸਾਰੀ ਸ੍ਰਿਸ਼ਟੀ ਉਹਦੀਆਂ ਦਾਤਾਂ ਦੇ ਬਖਸ਼ਿਸ਼ ਦੇ ਨਿਸ਼ਾਨਾਂ ਨਾਲ ਹੀ ਭਰੀ ਹੋਈ ਹੈ। ਸ਼ੁਕਰਾਨੇ ਵਿੱਚ ਜੁੜ ਜਾ, ਤੂੰ ਕੀਮਤ ਨਹੀਂ ਪਾ ਸਕਦਾ। ਹੁਣ ਆਪਣੇ ਬੱਚੇ ਦੀ ਕੀ ਕੀਮਤ ਪਾਏਗਾ? ਆਪਣੀ ਬੱਚੀ ਦੀ ਕੀ ਕੀਮਤ ਪਾਏਗਾ? ਅਸੀਂ ਕਹਾਂਗੇ ਕਿ ਮੈਂ ਜਾ ਰਿਹਾ ਸੀ ਸੱਚਖੰਡ ਤੇ ਰਸਤੇ 'ਚ ਕਰਮਖੰਡ ਆਇਆ ਤੇ ਮਹਾਰਾਜ ਉੱਥੇ ਮਿਲ ਗਏ ਤੇ ਮੈਂ ਕਿਹਾ ਮਹਾਰਾਜ ਪਲੀਜ਼ ਗਿਵ ਮੀ ਵਨ ਚਾਈਲਡ, ਮੈਨੂੰ ਇੱਕ ਬੱਚਾ ਦੇ ਦੇ, ਦੱਸ ਤੈਨੂੰ ਕਿੰਨੇ ਡਾਲਰ ਚਾਹੀਦੇ ਆ, ਆ ਲੈ ਡਾਲਰ ਤੇ ਬੱਚਾ ਦੇ ਦੇ। ਰੱਬ ਨੇ ਫ੍ਰੀ ਦਿੱਤਾ ਨਾ, ਜਿਹੜੀ ਸ਼ਕਤੀ ਨਾਲ ਬੱਚੇ ਦਾ ਨਿਰਮਾਣ ਹੋਇਆ ਉਹ ਵੀ ਸਾਨੂੰ ਫ੍ਰੀ ਦਿੱਤੀ। ਹਾਂਜੀ ਫ੍ਰੀ ਦਿੱਤੀ। ਤੇ ਫਿਰ ਬੱਚਾ ਅੰਦਰ ਪਲਦਾ ਪਿਆ ਆ, ਉਹ ਵੀ ਰੱਬ ਫ੍ਰੀ ਪਾਲਦਾ ਪਿਆ। ਕਦੀ ਕਿਸੇ ਮਾਂ ਨੇ ਇਹ ਸੋਚਿਆ ਕਿ ਉਹ ਪਤਾ ਨਹੀਂ ਬੱਚਾ ਮੂਵਮੈਂਟ ਨਹੀਂ ਕਰ ਰਿਹਾ ਤੇ ਮੈਂ ਆਪਣੇ ਮੂੰਹ ਰਾਹੀਂ ਹੱਥ ਪਾ ਕੇ ਜਾਂ ਫਿਰ ਪੇਟ ਦਾ ਢੱਕਣ ਖੋਲ ਕੇ ਤੇ ਮੈਂ ਵੇਖਾਂ ਵੀ ਬੱਚਾ ਠੀਕ ਠਾਕ ਆ, ਇਹਨੂੰ ਡਾਈਟ ਸਹੀ ਮਿਲਦੀ ਪਈ ਆ, ਇਹਦੇ ਨਹੁੰ ਬਣਦੇ ਪਏ ਕਿ ਨਹੀਂ। ਮੈਂ ਹੁਣ ਬਾਹਰੋਂ ਨਹੁੰ ਲਿਆ ਕੇ ਜਿਹੜੇ ਡੁਪਲੀਕੇਟ ਨੇਲ ਮਿਲਦੇ ਨੇ ਨਾ,
ਉਹ ਮੈਂ ਬੱਚੇ ਦੇ ਲਾ ਦੇਵਾਂ, ਜਾਂ ਦੰਦ ਬਾਹਰੋਂ ਲਿਆ ਕੇ ਤੇ ਮੈਂ ਬੱਚੇ ਦੇ ਮੈਂ ਅੰਦਰ ਫਿਕਸ ਕਰ ਦਿਆਂ, ਹੌਲੀ ਹੌਲੀ ਆਪੇ ਪੁੰਗਰਦੇ ਫਿਰਨਗੇ ਮੱਕੀ ਦੇ ਦਾਣਿਆਂ ਵਾਂਗੂ। ਕਦੀ ਕਿਸੇ ਮਾਂ ਨੇ ਸੋਚਿਆ ਉਹ ਅੰਦਰ ਪਤਾ ਨਹੀਂ ਲੀਵਰ ਪਤਾ ਨਹੀਂ ਬਣੇ ਕਿ ਨਾ ਬਣੇ, ਇਹਦੇ ਅੰਦਰ ਲੀਵਰ ਫਿਕਸ ਕਰ ਦਈਏ, ਉਹ ਲੰਗਸ ਫਿਕਸ ਕਰ ਦਈਏ, ਅਸੀਂ ਗੁਰਦਾ ਫਿਕਸ ਕਰ ਦਈਏ, ਇੰਟੈਸਟਾਈਨ ਫਿਕਸ ਕਰ ਦਈਏ। ਇਹਦੇ ਅੰਦਰ ਅੰਤੜੀਆਂ ਚਾਹੀਦੀਆਂ, ਅੰਤੜੀਆਂ ਬਾਹਰੋਂ ਲਿਆਓ ਤੇ ਬੱਚੇ 'ਚ ਫਿਕਸ ਕਰ ਦਈਏ। ਮਾਂ ਕੁਝ ਵੀ ਕਰ ਨਹੀਂ ਸਕਦੀ, ਪਰਮੇਸ਼ਵਰ ਹੀ ਕਰਦਾ ਹੈ। ਮਹਾਰਾਜ ਜੀ ਕਹਿੰਦੇ ਨੇ ਜਿੰਨੇ ਵੀ ਨਿਸ਼ਾਨ ਨੇ ਪਾਈ ਉਹਦੀਆਂ ਦਾਤਾਂ ਨੇ। ਕਦੇ ਅਸੀਂ ਸੋਚਿਆ ਕਿ ਸਾਡੇ ਹੱਥਾਂ ਦੀ ਬਣਤਰ ਦੇਖੋ ਆਪ ਜੀ, 9 ਵਿਚਕਾਰ ਨਹੀਂ ਲੱਗੇ ਹੋਏ। ਜਿਹੜੇ ਸਾਡੇ ਨੇਲ ਨੇ ਨਾ, ਇਹ ਵਿਚਕਾਰ ਨਹੀਂ ਲੱਗੇ, ਇਹ ਗੁੱਟ ਤੇ ਨਹੀਂ ਲੱਗੇ, ਇਹ ਅਗਲੇ ਪਾਸੇ ਕਿਉਂ ਲੱਗੇ ਜੀ? ਇਹ ਅਗਲੇ ਪਾਸੇ ਕਿਉਂ ਲੱਗੇ? ਜੇ ਨਾ ਲੱਗੇ ਹੁੰਦੇ ਤੇ ਹੁਣ ਨੂੰ ਇੱਕ ਦਿਨ 'ਚ ਕਈ ਵਾਰੀ ਤੇਰਾ ਜਿਹੜਾ ਮਾਸ ਸੀ ਨਾ ਉਹ ਕੱਟਿਆ ਜਾਣਾ ਸੀ, ਹੱਡੀਆਂ ਨੰਗੀਆਂ ਹੋ ਜਾਣੀਆਂ ਸੀ। ਜਿਹੜੇ ਨੇਲ ਲੱਗੇ ਨੇ ਨਾ, 9 ਲੱਗੇ ਨੇ, ਇਹਨਾਂ ਨੇ ਤੇ ਤੇਰੇ ਹੱਥਾਂ ਨੂੰ ਸੁਰੱਖਿਅਤ ਰੱਖਿਆ ਆ। ਇੱਕ ਇੱਕ ਚੀਜ਼ ਵੱਲ ਝਾਤ ਮਾਰੋ। ਆਪ ਜੀ ਅੱਖਾਂ ਨੂੰ ਝਮਕੋ ਨਾ, ਤੁਹਾਡੀਆਂ ਅੱਖਾਂ ਡਰਾਈ ਹੋ ਜਾਣਗੀਆਂ। ਇਹ ਝਮਕਣ ਵਾਲੀ ਦਾਤ ਪਰਮੇਸ਼ਵਰ ਨੇ, ਜਿਵੇਂ ਇੱਕ ਹੁੰਦਾ ਹੈ ਨਾ ਜੀ, ਕਾਰਾਂ ਤੇ ਹੁਣ ਚੱਲੀਆਂ ਕਿ ਟੈਸਲਾ ਦੀ ਕਾਰ ਹੈ ਜੀ, ਆਟੋ ਪਾਇਲਟ ਮੋਡ ਤੇ ਲੱਗ ਜਾਂਦੀ ਆ। ਪਰਮੇਸ਼ਵਰ ਨੇ ਸਾਨੂੰ ਆਟੋ ਪਾਇਲਟ ਮੋਡ ਤੇ 24 ਘੰਟੇ ਲਾਇਆ। ਉਹ ਜੇ ਟੈਸਲਾ ਦੀ ਕਾਰ ਤੇ ਇੱਕ ਥਾਂ ਤੇ ਆ ਕੇ ਤੇ ਬੰਦਾ ਰੋਕ ਦਿੰਦਾ ਹੈ, ਰੱਖ ਦਿੰਦਾ ਹੈ, ਤੇ ਇਹ ਪਰਮੇਸ਼ਵਰ ਨੇ ਸਾਡੀ ਸਰੀਰ ਦੀ ਕਾਰ ਐਸੀ ਬਣਾਈ ਹੈ, ਕਦੀ ਰੁਕਦੀ ਨਹੀਂ। ਬੰਦਾ ਸੁੱਤਾ ਹੈ ਫੇਰ ਵੀ ਇਹ ਕਾਰ ਚੱਲੀ ਜਾਂਦੀ ਹੈ ਖਿਆਲਾਂ ਰਾਹੀਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਖਾਂ ਤੇਰੀਆਂ ਆਪਣੇ ਆਪ ਝਮਕੀਆਂ ਜਾ ਰਹੀਆਂ ਨੇ, ਤਾਂ ਜੋ ਅੰਦਰ ਜੋ ਲਿਕੁਇਡ ਹੈ ਨਾ, ਜੋ ਤਰਲ ਪਦਾਰਥ ਹੈ, ਉਹ ਉਸੇ ਤਰ੍ਹਾਂ ਬਰਕਰਾਰ ਰਹੇ, ਅੱਖਾਂ ਖੁਸ਼ਕ ਨਾ ਹੋਣ, ਅੱਖਾਂ ਚੰਗੀ ਤਰ੍ਹਾਂ ਫਲਰਿਸ਼ ਰਹਿਣ। ਇਹ ਆਟੋ ਪਾਇਲਟ ਮੋਡ ਤੇ ਲੱਗਾ ਹੈ। ਫਿਰ ਜਦੋਂ ਵੀ ਤੈਨੂੰ ਉਬਾਸੀ ਆਉਂਦੀ ਹੈ, ਆਟੋ ਪਾਇਲਟ ਮੋਡ ਤੇ ਆਪਣੇ ਆਪ ਆਉਂਦੀ ਹੈ। ਇਹ ਤੂੰ ਲਿਆਉਂਦਾ ਨਹੀਂ ਕਿ 5-6 ਦਿਨ ਹੋ ਗਏ ਉਬਾਸੀ ਨਹੀਂ ਲਈ, ਲੈ ਲਈਏ। ਮਾੜਾ ਜਿਹਾ ਮੈਸੇਜ ਕਰਨਾ ਪੈਣਾ ਰੱਬ ਨੂੰ, ਪਲੀਜ਼ ਉਬਾਸੀ ਭੇਜੋ ਜੀ, 5-7 ਇਕੱਠੀਆਂ ਹੀ ਲੈ ਲਈਏ। ਵੇਖੋ ਹਰ ਚੀਜ਼ ਆਟੋਮੈਟਿਕਲੀ ਚੱਲ ਰਹੀ ਆ। ਕਦੀ ਅਸੀਂ ਇੰਝ ਸੋਚਿਆ ਵੀ ਉਹ ਕਿਡਨੀ ਵਰਕ ਨਹੀਂ ਕਰ ਰਹੀ ਤੇ ਆਪਾਂ ਮੈਸੇਜ ਕਨਵੇ ਕਰੀਏ ਵੀ ਕਿਡਨੀ 'ਚ ਵਰਕ ਕਿਉਂ ਨਹੀਂ ਕਰਦੀ, ਕੀ ਗੱਲ ਹੋ ਗਈ, ਨਾਰਾਜ਼ ਹੋ ਗਈ? ਪ੍ਰਸ਼ਾਦਾ ਛਕ ਲਿਆ, ਹੁਣ ਟੈਨਸ਼ਨ ਪਈ ਹੋਈ ਹੈ ਕਿ ਅੰਦਰ ਤੇ ਭੇਜਦਾ, ਹੁਣ ਇਹਨੂੰ ਪਹੁੰਚਾਉਣਾ ਵਾ ਇੰਟੈਸਟਾਈਨ ਤੱਕ, ਇਹਨੂੰ ਕਿਵੇਂ ਪਹੁੰਚਾਉਣਾ ਆ, ਫਿਰ ਇਹਨੂੰ ਕਿਵੇਂ ਨਿਚੋੜਨਾ ਆ, ਫਿਰ ਇਹਨੂੰ ਕਿਵੇਂ ਗਾਲਣਾ ਆ। ਅੰਦਰ ਐਸਿਡ ਜਿਹੜੇ ਇੱਕ ਸਾਈਡ ਤੇ ਹੋਣੇ ਆ, ਇਹ ਚੰਗੀ ਤਰ੍ਹਾਂ ਉਹਨੂੰ ਜਜ਼ਬ ਕਰ ਵੀ ਲੈਣਗੇ ਕਿ ਨਹੀਂ। ਐਸਿਡ ਅਸੀਂ ਪੀ ਕੇ ਅੰਦਰ ਉਹ ਪਹਿਲਾਂ ਪ੍ਰਸ਼ਾਦਾ ਛਕੀਏ, ਬਾਅਦ 'ਚ ਐਸਿਡ ਪੀ ਕੇ ਤੇ ਅਸੀਂ ਇਸ ਪ੍ਰਸ਼ਾਦੇ ਨੂੰ ਪਚਾਈਏ, ਅੰਦਰ ਹੀਟ ਵੀ ਪੈਦਾ ਕਰਨੀ ਆ। ਸੋ ਕਹਿਣ ਦਾ ਅਰਥ ਇਹ ਹੈ ਜੀ, ਪਰਮੇਸ਼ਵਰ ਦੀਆਂ ਦਾਤਾਂ ਬੇਅੰਤ ਨੇ। ਅਸੀਂ ਨਾ ਬੇਹੋਸ਼ੀ ਵਿੱਚ ਹੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਪਰਮੇਸ਼ਵਰ ਦੀਆਂ ਜਿਹੜੀਆਂ ਦਾਤਾਂ ਨੇ, ਉਹਦੀਆਂ ਬਖਸ਼ਿਸ਼ਾਂ, ਉਹਦੀ ਕੀਮਤ ਕੋਈ ਨਹੀਂ ਸੱਜਣਾ। ਤੇ ਉਹਦੀਆਂ ਦਾਤਾਂ ਦੀ ਜਿਹੜੀ ਨਿਸ਼ਾਨੀ ਆ, ਉਹਨਾਂ ਨੂੰ ਦੇਖ ਤੇ ਉਹਦੀ ਵੀ ਕੀਮਤ ਤੂੰ ਕੋਈ ਨਹੀਂ ਪਾ ਸਕਦਾ। ਉਹਦੀ ਵੀ ਕੀਮਤ ਕੋਈ ਨਹੀਂ ਪਾ ਸਕਦਾ। ਤੂੰ ਆਪਣੇ ਹਿਸਾਬ ਨਾਲ ਜ਼ਿੰਦਗੀਆਂ ਦੇ ਵਿੱਚ ਤੂੰ ਹੋਰ ਹੀ ਕੁਝ ਕਰੀ ਜਾਂਦਾ। ਨੋਹਾਂ ਦੇ ਘਰਾਂ ਦੇ ਉੱਤੇ ਪੇਂਟ, ਤੇ ਸੁਣਿਆ ਸੀ ਨੋਹਾਂ ਉੱਤੇ ਪੇਂਟ ਸ਼ੁਰੂ ਹੋ ਗਿਆ ਜੀ। ਨਕਲੀ ਨੋਹ, ਜਿਹੜੀ ਚੀਜ਼ ਹੈ ਹੀ ਨਕਲੀ ਆ, ਉਹਨਾਂ ਦੇ ਉੱਤੇ ਇੰਨਾ ਪੈਸਾ ਖਰਚ ਕਰਨ ਦੀ ਲੋੜ ਕੀ ਆ? ਸਗੋਂ ਨੋਹ ਤੇ ਕਤਲ ਕਰਕੇ ਰੱਖਣੇ ਚਾਹੀਦੇ ਆ ਵੀ ਕੋਈ ਡਸਟ ਵਗੈਰਾ ਫਸ ਨਾ ਜਾਏ। ਪੁਰਾਣੇ ਸਮੇਂ 'ਚ ਬੀਬੀਆਂ ਬਹੁਤ ਸਿਆਣੀਆਂ ਸੀ, ਉਹਨਾਂ ਨੇ ਹਰ ਤੀਜੇ ਦਿਨ ਨਹੁੰ ਕੱਟਣੇ। ਉਹਨਾਂ ਨੇ ਕਹਿਣਾ ਅਸੀਂ ਆਟਾ ਗੁੰਨਦੀਆਂ ਆ ਤੇ ਕਿਤੇ ਅਸੀਂ ਗੋਹਾ ਕੂੜਾ ਕਰਦੇ, ਕਿਤੇ ਨਹੁੰਆਂ 'ਚ ਫਸ ਨਾ ਜਾਏ ਤੇ ਅਸੀਂ ਬਾਅਦ 'ਚ ਪ੍ਰਸ਼ਾਦੇ ਦੇ ਵਿੱਚ ਕਿਤੇ ਬੱਚਿਆਂ ਨੂੰ ਉਹੀ ਨਾ ਖਵਾ ਛੱਡੀਏ। ਤੇ ਫਿਰ ਮਾਵਾਂ ਭੈਣਾਂ ਬੱਚੀਆਂ ਨਹੁੰ ਕੱਟਦੀਆਂ ਸਨ ਹਰ ਤੀਜੇ ਦਿਨ। ਹੁਣ ਤੇ ਮਹਾਰਾਜ ਦੀ ਬੜੀ ਚੜ੍ਹਦੀ ਕਲਾ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਦੀ। ਅੱਬਲ ਤੇ 9 ਵਧਾਏ ਹੁੰਦੇ ਨੇ, ਤੇ ਫਿਰ 9 ਵਧਾਏ ਆ, ਉਸ ਤੋਂ ਬਾਅਦ ਇਹ ਕਹਿੰਦੀਆਂ ਅਸੀਂ ਚੜੇਲਾਂ ਘੱਟ ਲੱਗ ਰਹੀਆਂ, ਇਸ ਕਰਕੇ ਨਾ ਆਪਾਂ ਹੁਣ ਨਕਲੀ 9 ਲਾ ਕੇ ਨਾ ਤੇ ਚੰਗੀ ਤਰ੍ਹਾਂ ਦੱਸੀਏ ਕਿ ਅਸੀਂ ਲੱਗਦੀਆਂ ਡਰਾਵਣੀਆਂ। 9 ਜਿਹੜੇ ਆ ਵਧੇ ਹੋਣ ਤੇ ਬੰਦਾ ਵੈਸੇ ਹੀ ਭੈੜਾ ਲੱਗਦਾ ਹੈ ਕਿ ਲੈ ਆ ਇੱਕ ਤੇ ਨੇ ਲਾਏ ਵੀ ਨਕਲੀ, ਦੂਜੇ ਨੰਬਰ ਤੇ ਜਿਹੜਾ
ਪਰਮੇਸ਼ਵਰ ਨੇ ਸਾਡੇ ਸਰੀਰ ਦੀ ਬਣਤਰ ਦਿੱਤੀ ਆ, ਇਹਦੇ ਵਿੱਚ ਜੇ ਤੁਹਾਡੇ ਸਰੀਰ ਦੀ ਕਿਸੇ ਵੀ ਅੰਗ ਦੀ ਬਣਤਰ ਕਿਸੇ ਦੂਜੇ ਨੂੰ ਚੋਟ ਪਹੁੰਚਾਵੇ ਤੇ ਫਿਰ ਉਹ ਚੰਗੀ ਚੀਜ਼ ਨਹੀਂ ਹੁੰਦੀ। ਤੇ ਪਰ ਅਸੀਂ ਡੁਪਲੀਕੇਟ ਜਿਹਾ ਜੀਵਨ ਜਿਉਂਦੇ ਪਏ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੀਆਂ ਦਾਤਾਂ ਨੂੰ ਦੇਖ, ਉਹਦੀਆਂ ਨਿਸ਼ਾਨੀਆਂ ਨੂੰ ਦੇਖ, ਇਹ ਸਾਰੀਆਂ ਮੋਲਕ ਨੇ। ਅਮੁੱਲ ਕਰਮ ਅਮੁੱਲ ਫੁਰਮਾਨ। ਆਓ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਪਾਂ ਅੱਗੇ ਸ਼ਰਵਣ ਕਰੀਏ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਅਮੁੱਲ ਕਰਮ ਅਮੁੱਲ ਫੁਰਮਾਨ। ਪਰਮੇਸ਼ਵਰ ਦੀ ਜੋ ਰਹਿਮਤ ਹੈ, ਜੋ ਸਾਡੇ ਮਾੜੇ ਕਰਮਾਂ ਨੂੰ ਦਗਤ ਕਰਦੀ ਹੈ, ਉਹਦੀ ਵੀ ਕੀਮਤ ਕੋਈ ਨਹੀਂ। ਅਸੀਂ ਧੱਕੇ ਨਾਲ ਨਹੀਂ ਕਹਿ ਸਕਦੇ ਕਿ ਗੁਰੂ ਨਾਨਕ ਦੇਵ ਜੀ ਜੇ ਤੁਸੀਂ ਸਾਡੇ ਤੇ ਕਿਰਪਾ ਨਾ ਕੀਤੀ, ਤੁਹਾਡੇ ਤੇ ਕੇਸ ਕਰ ਦੇਣਾ, ਤੁਹਾਨੂੰ ਸੰਮਨ ਭੇਜ ਦੇਣੇ ਆ ਤੇ ਤੁਹਾਨੂੰ ਕੋਰਟ ਵਿੱਚ ਘੜੀਸਾਂਗੇ, ਕਰ ਦਿਓ ਕਿਰਪਾ। ਤੇ ਮਹਾਰਾਜ ਜੀ ਡਰਦੇ ਮਾਰੇ ਕਹਿਣ ਠੀਕ ਆ ਜਾ, ਗਲੋਂ ਲੱਥ, ਹੋ ਗਈ ਤੇਰੇ ਤੇ ਕਿਰਪਾ। ਇੰਜ ਨਹੀਂ ਹੈ। ਉਹਦੀ ਬਖਸ਼ਿਸ਼, ਉਹਦਾ ਤਰਸ, ਉਹਦੀ ਰਹਿਮਤ, ਇਹ ਦਾਤੇ ਦਾ ਪਿਆਰ ਹੈ। ਉਸ ਦਾਤੇ ਦੇ ਪਿਆਰ ਦਾ ਅਸੀਂ ਕੀ ਮੁੱਲ ਤਾਰਾਂਗੇ? ਅਮੁੱਲ ਨਿਸ਼ਾਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦੀਆਂ ਨਿਸ਼ਾਨੀਆਂ ਨੂੰ ਦੇਖ ਕੇ ਧੰਨਵਾਦ ਕਰ। ਅਮੁੱਲ ਕਰਮ ਅਮੁੱਲ ਫੁਰਮਾਨ। ਤੇ ਜੋ ਪਰਮੇਸ਼ਵਰ ਦਾ ਹੁਕਮ ਹੈ ਉਹ ਵੀ ਸਮਝ ਨਹੀਂ ਆ ਸਕਦਾ ਆਮ ਬੰਦੇ ਨੂੰ, ਬ੍ਰਹਮ ਗਿਆਨੀ ਦੀ ਸਮਝ ਵਿੱਚ ਆ ਜਾਂਦਾ ਹੈ ਕਿ ਪਰਮੇਸ਼ਵਰ ਦਾ ਹੁਕਮ ਹੈ। ਤੇ ਜੋ ਬ੍ਰਹਮ ਗਿਆਨੀ ਹੈ, ਕਿਸੇ ਦੇ ਉੱਤੇ ਮੌਤ ਦਾ ਸਾਇਆ ਹੋਵੇ, ਬ੍ਰਹਮ ਗਿਆਨੀ ਆਪਣੇ ਉੱਤੇ ਲੈ ਕੇ ਦੂਜੇ ਦਾ ਦੁੱਖ ਦੂਜੇ ਨੂੰ ਠੀਕ ਕਰ ਦਿੰਦਾ ਹੈ। ਤੇ ਆਪਣੀ ਕਮਾਈ ਦੂਜੇ ਨੂੰ ਦੇ ਸਕਦਾ ਹੈ। ਬ੍ਰਹਮ ਗਿਆਨੀ ਆਪਣੀ ਉਮਰ ਦੂਜੇ ਨੂੰ ਦੇ ਸਕਦਾ ਹੈ, ਪਰ ਦੂਜੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਇਹ ਸਾਡੇ ਨਾਲ ਵਰਤਿਆ ਕੀ, ਵੀ ਪਰਮੇਸ਼ਵਰ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ। ਇਸ ਚੀਜ਼ ਦੀ ਸਮਝ ਸਿਰਫ ਬ੍ਰਹਮ ਗਿਆਨੀ ਨੂੰ, ਪਰਮੇਸ਼ਵਰ ਨੂੰ, ਗੁਰੂ ਨੂੰ ਹੁੰਦੀ ਹੈ, ਚੌਥੇ ਪਰਸਨ ਨੂੰ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਨੇ ਅਮੁੱਲ ਫੁਰਮਾਨ। ਫੁਰਮਾਨ ਕਹੀਏ ਫਰਮਾਈ ਹੋਈ ਚੀਜ਼, ਫਰਮਾਈ ਹੋਈ ਚੀਜ਼, ਬੋਲੀ ਹੋਈ ਚੀਜ਼, ਬੋਲੀ ਹੋਈ ਚੀਜ਼ ਨੂੰ ਅਸੀਂ ਕਹਿੰਦੇ ਹਾਂ ਹੁਕਮ। ਹੁਕਮ ਦਾ ਅਰਥ ਜਿਹੜਾ ਵੱਡਾ ਬੰਦਾ ਹੁੰਦਾ ਉਹਦਾ ਬੋਲਿਆ ਹੋਇਆ ਹਰ ਇੱਕ ਬੋਲ ਸਾਡੇ ਵਾਸਤੇ ਆਰਡਰ ਹੁੰਦਾ ਹੈ, ਹੁਕਮ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਵਰ ਦੇ ਹੁਕਮ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਅਸੀਂ ਸਮਝ ਨਹੀਂ ਸਕਦੇ, ਅਸੀਂ ਪਾਰ ਨਹੀਂ ਪਾ ਸਕਦੇ ਕਿ ਉਹਦਾ ਹੁਕਮ ਕਿਤਨਾ ਕੁ ਹੈ, ਕਿੰਨੇ ਫੁੱਟ ਹੈ, ਕਿੰਨੇ ਮੀਲ ਹੈ, ਕਿੰਨੇ ਕਿਲੋਮੀਟਰ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਤਾਂ ਬੜੀ ਸਾਡੇ ਤੇ ਬਖਸ਼ਿਸ਼ ਕੀਤੀ, ਸਾਨੂੰ ਹੁਕਮ ਕੀਤਾ ਅੰਮ੍ਰਿਤ ਵੇਲੇ ਉੱਠ, ਸਾਡੀ ਸਮਝ ਵਿੱਚ ਆ ਗਿਆ। ਫਿਰ ਹੁਕਮ ਕੀਤਾ 7 ਬਾਣੀਆਂ ਦਾ ਨਿਤਨੇਮ ਕਰ, ਸਾਡੀ ਸਮਝ ਵਿੱਚ ਆ ਗਿਆ। ਫਿਰ ਹੁਕਮ ਕੀਤਾ ਵਾਹਿਗੁਰੂ ਵਾਹਿਗੁਰੂ ਕਰ, ਫਿਰ ਸਾਡੀ ਸਮਝ ਵਿੱਚ ਆ ਗਿਆ। ਜਦੋਂ ਅਸੀਂ ਸਾਰਾ ਕੁਝ ਕਰਦੇ ਹਾਂ ਫਿਰ ਅੰਦਰੋਂ ਇੱਕ ਸ਼ਕਤੀ ਦਾ ਆਗਾਜ਼ ਹੁੰਦਾ ਹੈ, ਸ਼ਕਤੀ ਪ੍ਰਗਟ ਹੁੰਦੀ ਹੈ। ਕਹਿੰਦੇ ਨੇ ਫਿਰ ਉਸ ਹੁਕਮ ਨੂੰ ਸਮਝਣਾ ਔਖਾ ਹੈ, ਫਿਰ ਉਸ ਵਿੱਚ ਲੀਨ ਹੋਇਆ ਜਾਂਦਾ ਹੈ। ਔਰ ਉਹਦੇ ਵਿੱਚ ਲੀਨ ਹੋਏ ਬਿਨਾ ਕੋਈ ਦੂਜਾ ਆਪਸ਼ਨ ਨਹੀਂ ਹੁੰਦਾ। ਤੇ ਉਹ ਸ਼ਕਤੀ ਸਾਨੂੰ ਖਿੱਚਦੀ ਹੈ, ਅਸੀਂ ਲੀਨ ਹੋ ਨਹੀਂ ਸਕਦੇ, ਸਾਡੇ 'ਚ ਇੰਨੀ ਸਮਰੱਥਾ ਨਹੀਂ। ਜਿਸ ਵੇਲੇ ਪ੍ਰਕਾਸ਼ ਪ੍ਰਗਟ ਹੁੰਦਾ ਹੈ ਉਹ ਸਾਨੂੰ ਆਪਣੇ ਵੱਲ ਖਿੱਚਦਾ ਹੈ, ਅਸੀਂ ਨਾ ਚਾਹੁੰਦੇ ਹੋਏ ਵੀ ਉਹਦੇ ਵੱਲ ਜਾਂਦੇ ਹਾਂ। ਅਸੀਂ ਆਪਣੀ ਈਗੋ ਨੂੰ ਬਚਾਉਂਦੇ ਹਾਂ, ਮੈਲ ਨੂੰ ਬਚਾਉਂਦੇ ਹਾਂ, ਪਰ ਉਹ ਸ਼ਕਤੀ ਸਾਡੀ ਈਗੋ ਦਾ ਨਾਸ਼ ਕਰ ਦਿੰਦੀ ਹੈ। ਤੇ ਫਿਰ ਉਹ ਅਵਸਥਾ ਮਿਲਦੀ ਹੈ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਸੰਪੂਰਨ ਹੋ ਜਾਈਦਾ। ਤੇ ਮਹਾਰਾਜ ਜੀ ਸੰਪੂਰਨ ਦਾ ਅਰਥ ਹੈ ਪੂਰਾ। ਤੇ ਪੂਰਾ ਕਿਵੇਂ ਹੋਣਾ, ਕਿਰਪਾ ਕਰਕੇ ਦੱਸੋ। ਤੇ ਮਹਾਰਾਜ ਜੀ ਕਹਿੰਦੇ ਨੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਤੈਨੂੰ ਗੁਰੂ ਪੂਰਾ ਮਿਲ ਗਿਆ, ਪੂਰੇ ਗੁਰੂ ਨੇ ਪੂਰਾ ਗੁਰਮੰਤਰ, ਪੂਰੇ ਗੁਰੂ ਨੇ ਪੂਰਾ ਹੁਕਮ ਕਰ ਦਿੱਤਾ ਨਿਤਨੇਮ ਦਾ। ਤੇ ਹੁਣ ਤੂੰ ਨਿਤਨੇਮ ਕਰ, ਗੁਣ ਗਾ, ਤੈਨੂੰ ਗੁਰੂ ਨੇ ਆਪਣੇ ਵਿੱਚ ਸੰਪੂਰਨ ਕਰ ਹੀ ਲੈਣਾ, ਪੂਰਾ ਕਰ ਹੀ ਦੇਣਾ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਉਸ ਪਰਮੇਸ਼ਵਰ ਦਾ ਜੋ ਪ੍ਰਕਾਸ਼ ਸਵਰੂਪ ਹੁਕਮ ਹੈ ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾ
ਇੱਥੇ ਅਮੁੱਲੋ ਅਮੁੱਲ ਦੋ ਸ਼ਬਦ ਵਰਤੇ। ਇਹਦਾ ਅਰਥ ਇਹ ਹੈ ਕਿ ਪਰਮੇਸ਼ਵਰ ਦਾ ਕੋਈ ਐਸਟੀਮੇਟ ਵੀ ਨਹੀਂ ਲਾ ਸਕਦਾ। ਕੀ ਐਸਟੀਮੇਟ ਲਾਵਾਂਗੇ ਪਰਮੇਸ਼ਵਰ ਦਾ? ਕਹਿੰਦੇ ਨੇ ਪਰਮੇਸ਼ਵਰ ਸਾਡੀ ਮਨ, ਬੁੱਧ, ਬਿਰਤੀ, ਖਿਆਲਾਤ, ਇੰਦਰੀਆਂ ਤੋਂ ਪਰੇ ਹੈ। ਇਸ ਕਰਕੇ ਉਹਦੇ ਪ੍ਰਤੀ ਕੋਈ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਤੇ ਜੇਕਰ ਕੋਈ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰੇ ਅੰਤ ਨੂੰ ਖੁਆਰ ਹੀ ਹੁੰਦਾ ਹੈ। ਅਮੁੱਲੋ ਅਮੁੱਲ ਇਹਦਾ ਅਰਥ ਹੈ ਪਰਮੇਸ਼ਵਰ ਜੋ ਅਮੋਲਕ ਤੋਂ ਵੀ ਅਮੋਲਕ ਹੈ, ਜੋ ਕੀਮਤੀ ਤੋਂ ਵੀ ਕੀਮਤ ਹੈ, ਕੀਮਤੀ ਤੋਂ ਕੀਮਤੀ ਹੈ, ਆਖਿਆ ਨਾ ਜਾਏ। ਕਹਿੰਦੇ ਉਹ ਆਖਿਆ ਨਹੀਂ ਜਾ ਸਕਦਾ ਕਿ ਉਹ ਕਿੰਨਾ ਵੱਡਾ ਹੈ, ਕਿੰਨਾ ਉੱਚਾ ਹੈ, ਕਿੰਨਾ ਚੌੜਾ ਹੈ, ਕਿੰਨਾ ਵੱਧ ਤਾਕਤ ਵਾਲਾ ਹੈ, ਉਹਦੇ ਵਿੱਚ ਕਿੰਨੀਆਂ ਕਲਾਵਾਂ ਹਨ। ਅਵਤਾਰਾਂ ਵਿੱਚ ਤੇ ਕਲਾ ਦਾ ਅਸੀਂ ਗਿਣਤੀ ਮਿਣਤੀ ਦਾ ਸਤਰ ਦੇਖ ਸਕਦੇ ਹਾਂ, ਪਰ ਪਰਮੇਸ਼ਵਰ ਵਿੱਚ ਕਿੰਨੀਆਂ ਕਲਾਵਾਂ ਹਨ ਉਹ ਅਸੀਂ ਦੇਖ ਹੀ ਨਹੀਂ ਸਕਦੇ। ਮਹਾਰਾਜ ਜੀ ਕਹਿੰਦੇ ਨੇ ਆਖ ਆਖ ਰਹੇ ਲਿਵਲਾਏ। ਬਹੁਤ ਸਾਰੇ ਐਸੇ ਬੰਦੇ ਨੇ ਜਿਹੜੇ ਸੁਰਤ ਜੋੜ ਕੇ ਅਗੰਮੀ ਰਸਤੇ ਤੇ ਤੁਰਦੇ ਨੇ, ਰੂਹਾਨੀ ਰਸਤੇ ਤੇ, ਜੋ ਸਾਡੇ ਸਰੀਰ ਵਿੱਚ ਹੈ। ਫਿਰ ਉਸ ਰਸਤੇ ਤੇ ਜਾ ਜਾ ਕੇ ਫਿਰ ਮੰਡਲਾਂ ਨੂੰ ਤੈਅ ਕਰਦੇ ਨੇ, ਖੰਡਾਂ ਨੂੰ ਤੈਅ ਕਰਦੇ ਨੇ, ਤੇ ਫਿਰ ਅੰਦਾਜ਼ਾ ਲਾਉਂਦੇ ਨੇ ਕਿ ਇਹ ਹੁਣ ਲਾਲ ਧਰਤੀ ਆ ਗਈ, ਇੱਥੇ ਲਾਲ ਹੀ ਸੂਰਜ ਹੈ, ਲਾਲ ਹੀ ਪ੍ਰਕਾਸ਼ ਹੈ, ਅਸਮਾਨ ਵੀ ਲਾਲ ਹੈ। ਇਹਦਾ ਅਰਥ ਇਹ ਹੈ ਕਿ ਪਰਮੇਸ਼ਵਰ ਦਾ ਰੰਗ ਲਾਲ ਹੈ। ਫਿਰ ਸੁਰਤ ਆਤਮਾ ਅੱਗੇ ਜਾਂਦੀ ਹੈ, ਫਿਰ ਉੱਥੇ ਨੀਲੇ ਰੰਗ ਦਾ ਆਕਾਸ਼, ਨੀਲੇ ਰੰਗ ਦੀ ਧਰਤੀ, ਨੀਲੇ ਰੰਗ ਦਾ ਮੰਡਲ। ਫਿਰ ਮਨ ਕਹਿੰਦਾ ਅੱਛਾ ਪਰਮੇਸ਼ਵਰ ਇੱਥੇ ਰਹਿੰਦਾ, ਪਰਮੇਸ਼ਵਰ ਦਾ ਰੰਗ ਇਹ ਹੈ। ਫਿਰ ਹੋਰ ਅੱਗੇ ਜਾਈਦਾ, ਉੱਥੇ ਚਿੱਟੇ ਰੰਗ ਦਾ। ਕਹਿਣ ਦਾ ਅਰਥ ਇਹ ਹੈ ਕਿ ਸੁਰਤ ਜੋੜ ਕੇ ਕਈ ਲੋਕ ਐਸੇ ਨੇ ਕਹਿੰਦੇ ਨੇ ਅੱਛਾ ਜਿੱਥੇ ਪਹੁੰਚ ਗਏ ਪਰਮੇਸ਼ਵਰ ਐਸਾ ਹੀ ਹੈ, ਪਰਮੇਸ਼ਵਰ ਦਾ ਰੰਗ ਐਸਾ ਹੈ, ਅੱਛਾ ਇਹ ਮੰਡਲ ਆਖਰੀ ਮੰਡਲ ਹੈ। ਮਹਾਰਾਜ ਜੀ ਕਹਿੰਦੇ ਨੇ ਨਹੀਂ ਸੱਜਣਾ, ਆਖਰੀ ਮੰਡਲ ਤੇ ਸੱਚਖੰਡ ਹੈ, ਜਿੱਥੇ ਪਰਮੇਸ਼ਵਰ ਵਸਦਾ ਹੈ। ਇਸ ਕਰਕੇ ਲੋਕ ਉਸ ਦੀ ਸਿਫਤ ਕਰ ਕਰਕੇ, ਅੰਦਾਜ਼ਾ ਲਾ ਲਾ ਕੇ, ਗੁਣਾਂ ਦਾ ਗਾਇਨ ਕਰ ਕਰਕੇ ਲਿਵ ਜੋੜ ਕੇ ਬੈਠੇ ਨੇ, ਪਰ ਕੋਈ ਵੀ ਉਹਦੀ ਸਿਫਤ ਸਲਾਹ ਦੇ ਅੰਤ ਨੂੰ, ਉਹਦੀ ਕਾਇਨਾਤ ਨੂੰ, ਉਹਦੀ ਸ੍ਰਿਸ਼ਟੀ ਦੇ ਅੰਤ ਨੂੰ ਦੇਖ ਕੇ ਕੀਮਤ ਨਹੀਂ ਪਾ ਸਕਦਾ, ਮੁੱਲ ਨਹੀਂ ਪਾ ਸਕਦਾ, ਕਹਿ ਨਹੀਂ ਸਕਦਾ ਕਿ ਜੋ ਮੈਂ ਤੁਹਾਨੂੰ ਦੱਸਿਆ ਇਹ ਅਖੀਰ ਹੈ, ਇਹ ਅਖੀਰ ਹੈ। ਇਸ ਕਰਕੇ ਤੁਸੀਂ ਮੇਰੀ ਗੱਲ ਨੂੰ ਸੱਚ ਕਰਕੇ ਮੰਨੋ। ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ। ਮਹਾਰਾਜ ਜੀ ਫਰਮਾਉਂਦੇ ਹਨ ਜੋ ਹਿੰਦੂ ਧਰਮ ਦੇ ਗ੍ਰੰਥ ਨੇ ਉਹਨਾਂ ਨੇ ਪਰਮੇਸ਼ਵਰ ਦੀ ਸਿਫਤ ਸਲਾਹ ਦੇ ਵਿੱਚ ਕਈ ਤਰ੍ਹਾਂ ਦੇ ਮੰਤਰ ਉਚਾਰਨ ਕੀਤੇ, ਕਈ ਤਰ੍ਹਾਂ ਦੇ ਸ਼ਲੋਕ ਉਚਾਰਨ ਕੀਤੇ, ਕਈ ਤਰ੍ਹਾਂ ਦਾ ਕਾਵਿ ਰਚਨਾ ਕੀਤਾ। ਕਹਿੰਦੇ ਨੇ ਫੇਰ ਵੀ ਉਹ ਪਰਮੇਸ਼ਵਰ ਦਾ ਅੰਦਾਜ਼ਾ ਲਾਉਣ ਦੇ ਵਿੱਚ ਅਸਮਰੱਥ ਹੀ ਰਹੇ। ਕੋਈ ਵੀ ਪਰਮੇਸ਼ਵਰ ਦੀ ਸੰਪੂਰਨ ਵਿਆਖਿਆ ਨਹੀਂ ਕਰ ਸਕਦਾ, ਕਿਉਂਕਿ ਉਹ ਵਿਆਖਿਆ ਵਿੱਚ ਆਉਂਦਾ ਹੀ ਨਹੀਂ। ਹੁਣ ਇੱਕ ਮਾਂ ਬੱਚੇ ਦੀ ਕੀ ਵਿਆਖਿਆ ਕਰੇਗੀ? ਆਪਣੀ ਬੱਚੀ ਦੀ ਕੀ ਵਿਆਖਿਆ ਕਰੇਗੀ? ਬਸ ਇੰਨਾ ਹੀ ਕਹਿ ਸਕਦੀ ਹੈ ਕਿ ਮੇਰੀ ਜਿੰਦ ਜਾਨ ਵਸਦੀ ਆ, ਮੈਨੂੰ ਮੇਰੀ ਬੱਚੀ ਪਿਆਰੀ ਆ, ਮੈਨੂੰ ਮੇਰੀ ਬੱਚੀ 'ਚ ਰੱਬ ਦਿਸਦਾ। ਮਾਂ ਇਸ ਤੋਂ ਵੱਧ ਕੀ ਵਿਆਖਿਆ ਕਰੇਗੀ? ਜੇ ਤੁਸੀਂ ਕਹੋ ਤੁਸੀਂ ਆਪਣੀ ਬੱਚੀ ਦੀ ਵਿਆਖਿਆ 100 ਸਾਲ ਕਰੋ ਜੀ, ਤਾਂ ਮਾਂ ਨੇ ਕਹਿਣਾ ਵਿਆਖਿਆ ਦੀ ਲੋੜ ਹੀ ਨਹੀਂ, ਕੀ ਕਰੋਗੇ ਵਿਆਖਿਆ? ਜੇ ਸੰਸਾਰੀ ਰਿਸ਼ਤੇ ਦੀ ਵਿਆਖਿਆ ਨਹੀਂ ਹੋ ਸਕਦੀ ਤੇ ਰੱਬ ਦੀ ਵਿਆਖਿਆ ਕਿੱਥੋਂ ਹੋ ਜਾਏਗੀ? ਇਹ ਤਾਂ ਵਿਆਖਿਆ ਇਸ ਕਰਕੇ ਹੈ ਸਾਡੇ ਅੰਦਰ ਪ੍ਰੇਮ ਪੈਦਾ ਹੋਵੇ, ਚਾਓ ਪੈਦਾ ਹੋਵੇ, ਅਸੀਂ ਭਗਤੀ ਵਾਲੇ ਪਾਸੇ ਚੱਲੀਏ, ਅਸੀਂ ਆਪਣਾ ਜੀਵਨ ਸਫਲਾ ਕਰੀਏ, ਜਿਸ ਕਾਰਜ ਵਾਸਤੇ ਅਸੀਂ ਧਰਤੀ ਤੇ ਆਏ ਹਾਂ। ਜਦੋਂ ਕੋਈ ਬਾਹਰਲੇ ਦੇਸ਼ ਜਾਵੇ ਨਾ, ਵਿਦੇਸ਼ਾਂ ਦੇ ਵਿੱਚ, ਤੇ ਜੇ ਮਾਂ ਇੰਡੀਆ ਵਿੱਚ ਬੈਠੀ ਤੇ ਬੱਚਾ ਕਹਿੰਦਾ ਕਿ ਮਾਤਾ ਪੈਸੇ ਭੇਜ, ਮਾਂ ਕਰਜ਼ਾ ਲੈ ਕੇ ਪੈਸੇ ਭੇਜਦੀ ਆ, ਬਾਪੂ ਪੈਸੇ ਭੇਜ। 5-6 ਸਾਲ ਮਾਂ ਪਿਓ ਨੇ ਪੈਸੇ ਭੇਜੇ, ਮਾਂ ਪਿਓ ਖਿੱਚ ਕੇ ਕਹਿੰਦਾ ਤੈਨੂੰ ਜਿਹੜੇ ਕੰਮ ਭੇਜਿਆ ਸੀ ਉਹ ਕੰਮ ਤੇ ਤੂੰ ਕੀਤਾ ਨਹੀਂ। ਜੇ ਉੱਥੇ ਬਹਿ ਕੇ ਤੂੰ ਆਰਾਮ ਦੇ ਨਾਲ ਹੱਡ ਹਰਾਮੀ ਬਣ ਕੇ ਤੂੰ ਖਾਣਾ ਪੀਣਾ ਤੇ ਆਸੇ-ਪਾਸੇ ਮौज ਮਸਤੀ ਕਰਨੀ ਸੀ, ਫਿਰ ਇੱਥੇ ਹੀ ਰਹਿੰਦਾ। ਜਿਹੜਾ ਕੰਮ ਪੁੱਤ ਤੂੰ ਕਰਨ ਗਿਆ ਸੀ ਉਹਦੇ ਕੰਮ ਕੀਤਾ ਨਹੀਂ, ਫਿਰ ਜਾਣ ਦਾ ਫਾਇਦਾ ਕੀ? ਇਸੇ ਤਰ੍ਹਾਂ ਹੀ ਪਰਮੇਸ਼ਵਰ ਨੇ ਜਿਹੜੇ ਕੰਮ ਲਈ ਭੇਜਿਆ, ਜੇ ਉਹ ਕੰਮ ਕੀਤਾ ਨਹੀਂ ਫਿਰ ਆਉਣ ਦਾ ਫਾਇਦਾ ਕੀ? ਹਾਂਜੀ, ਇੱਥੇ ਤਾਂ ਭਾਵੇਂ ਕੋਈ ਡੱਕਾ ਤੋੜ ਕੇ ਤੇ
ਦੂਰਾ ਨਾ ਕਰੇ ਭੰਨੇ ਨਾ। ਬਾਹਰ ਜਾ ਕੇ ਤੇ ਹਰ ਇੱਕ ਬੰਦਾ ਜੋਬ ਲੱਭਦਾ ਹੈ, ਜਾਂਦਾ ਬਾਅਦ ਚੋਂ ਆ, ਪਹਿਲਾਂ ਹੀ ਇੱਥੋਂ ਜਾਣ ਤੋਂ ਪਹਿਲਾਂ ਹੀ ਜੋਬ ਸੋਚਣ ਲੱਗ ਪੈਂਦਾ ਹੈ, ਜੋਬ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ, ਫਿਰ ਕਰਦੇ ਵੀ ਨੇ ਕਿਉਂਕਿ ਜ਼ਰੂਰੀ ਸਮਝਦੇ ਨੇ, ਸਰਨਾ ਨਹੀਂ। ਇਸੇ ਤਰ੍ਹਾਂ ਭਗਤੀ ਵਾਲਾ ਕਹਿੰਦਾ ਭਾਈ ਮੇਰਾ ਸਰਦਾ ਨਹੀਂ ਜਿੰਨਾ ਚਿਰ ਮੈਂ 10-12 ਘੰਟੇ ਸਿਮਰਨ ਨਾ ਕਰ ਲਵਾਂ, ਮੇਰਾ ਸਰਦਾ ਨਹੀਂ ਜਿੰਨਾ ਚਿਰ ਮੈਂ ਗੁਰੂ ਕੀ ਬਾਣੀ ਨਾਲ ਬਾਤਾਂ ਨਾ ਕਰ ਲਵਾਂ। ਮਹਾਰਾਜ ਜੀ ਕਹਿੰਦੇ ਨੇ ਆਖਿਆ ਹੈ ਪੜ੍ਹੇ ਕਰੇ ਵਖਿਆਨ, ਤੇ ਅਨੇਕਾਂ ਵਿਦਵਾਨ, ਅਨੇਕਾਂ ਸਿਆਣੇ, ਅਨੇਕਾਂ ਕਥਾਵਾਚਕ, ਅਨੇਕਾਂ ਵਖਿਆਨ ਕਰਨ ਵਾਲੇ ਪਰਮੇਸ਼ਵਰ ਦੀ ਸਿਫਤ ਸਲਾਹ ਦੀ ਕਥਾ ਕਰਦੇ ਨੇ, ਉਪਦੇਸ਼ ਕਰਦੇ ਨੇ, ਦੂਜੇ ਨੂੰ ਸੁਣਾਉਂਦੇ ਨੇ, ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੋ ਮਰਜ਼ੀ ਕਰੀ ਜਾਣ, ਕੋਈ ਵੀ ਪਰਮੇਸ਼ਵਰ ਦੀ ਸਿਫਤ ਦਾ ਪਾਰ ਨਹੀਂ ਪਾ ਸਕਦਾ। ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ। ਸਿਰਫ ਇੱਕ ਵਿਦਵਾਨ ਬੰਦਾ, ਸਿਆਣਾ ਪੜ੍ਹਿਆ ਲਿਖਿਆ ਬੰਦਾ ਹੀ ਵਿਆਖਿਆ ਨਹੀਂ ਕਰਦਾ। ਕਹਿੰਦੇ ਨੇ ਕਿ ਲੋਕੀ ਕਹਿੰਦੇ ਨੇ ਇੱਕ ਬ੍ਰਹਮਾ 'ਚ ਬੜੀ ਸ਼ਕਤੀ, ਪਰਮੇਸ਼ਵਰ ਦੀ ਸਿਫਤ ਸਲਾਹ ਦੇ ਵਿੱਚ ਇੱਕ ਨਹੀਂ, ਹਜ਼ਾਰ ਨਹੀਂ, ਲੱਖਾਂ ਨਹੀਂ, ਕਰੋੜਾਂ ਨਹੀਂ, ਅਰਬਾਂ ਨਹੀਂ, ਖਰਬਾਂ ਨਹੀਂ। ਮਹਾਰਾਜ ਜੀ ਕਹਿੰਦੇ ਨੇ ਗਿਣਤੀ ਕੋਈ ਨਹੀਂ, ਇੰਨੇ ਬ੍ਰਹਮਾ ਸਿਫਤ ਕਰਦੇ ਨੇ। ਤੇ ਇੱਕ ਨਹੀਂ, ਦੋ ਨਹੀਂ, ਕਰੋੜਾਂ ਅਰਬਾਂ ਨਹੀਂ, ਅਨੇਕਾਂ ਹੀ ਇੰਦਰ ਦੇਵਤੇ ਨੇ ਜੋ ਸਿਫਤ ਸਲਾਹ ਕਰਦੇ ਨੇ, ਪਰ ਕੋਈ ਅੰਤ ਨਹੀਂ ਪਾ ਸਕਿਆ। ਆਖੈ ਗੋਪੀ ਤੈ ਗੋਵਿੰਦ। ਗੋਪੀ ਕਹੀਏ ਜੀ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਸੇਵਾ ਦੇ ਵਿੱਚ ਰਹਿੰਦੇ ਨੇ, ਉਹ ਜੀਵ ਰੂਪ ਇਸਤਰੀਆਂ, ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ ਗੋਪੀਆਂ ਰਹਿੰਦੀਆਂ ਸਨ ਸੇਵਾ ਦੇ ਵਿੱਚ। ਆਖਿਆ ਗੋਪੀ, ਪਰਮੇਸ਼ਵਰ ਦੀ ਸਿਫਤ ਸਲਾਹ ਗੋਪੀਆਂ ਕਰਦੀਆਂ ਨੇ। ਇੱਕ ਗੋਪੀ ਨਹੀਂ, ਅਨੇਕਾਂ ਹੀ ਗੋਪੀਆਂ ਨੇ। ਤੇ ਕਹਿੰਦੇ ਨੇ ਇੱਕ ਸ਼੍ਰੀ ਕ੍ਰਿਸ਼ਨ ਜੀ ਦੇ ਵਿੱਚ 16 ਕਲਾ ਸਨ, ਇੰਨੀਆਂ ਸ਼ਕਤੀਆਂ ਸਨ। ਤੇ ਇੱਕ ਸ਼੍ਰੀ ਕ੍ਰਿਸ਼ਨ ਜੀ ਨਹੀਂ, ਇੱਥੇ ਗੋਵਿੰਦ ਦਾ ਅਰਥ ਹੈ ਸ਼੍ਰੀ ਕ੍ਰਿਸ਼ਨ ਜੀ। ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਗੋਵਿੰਦ ਵੀ ਕਰਕੇ ਸਾਨੂੰ ਕਈ ਗ੍ਰੰਥਾਂ 'ਚ ਮਿਲਦਾ ਹੈ। ਕਹਿੰਦੇ ਨੇ ਕਿ ਇੱਕ ਸ਼੍ਰੀ ਕ੍ਰਿਸ਼ਨ ਨਹੀਂ, ਅਨੇਕਾਂ ਹੀ ਸ਼੍ਰੀ ਕ੍ਰਿਸ਼ਨ ਨੇ ਜੋ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਨੇ, ਪਰਮੇਸ਼ਵਰ ਦੀ ਵਡਿਆਈ ਕਰਦੇ ਨੇ, ਪਰ ਪਾਰ ਨਹੀਂ ਪਾ ਸਕਦੇ। ਆਖੈ ਈਸਰ ਆਖੈ ਸਿੱਧ ਆਖੈ ਕੀਤੇ ਬੁੱਧ। ਅਨੇਕਾਂ ਹੀ ਸ਼ਿਵ ਜੀ ਨੇ, ਅਨੇਕਾਂ ਹੀ ਮਹਾਦੇਵ ਹਨ, ਅਨੇਕਾਂ ਹੀ ਸਿੱਧ ਪੁਰਸ਼ ਹਨ ਜੋ ਪਰਮੇਸ਼ਵਰ ਦੀ ਸਿਫਤ ਸਲਾਹ ਕਰੀ ਜਾਂਦੇ ਹਨ। ਉਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਦਾ ਤੀਜਾ ਨੇਤਰ ਖੁੱਲ ਗਿਆ ਕਿ ਸਭ ਤੋਂ ਵੱਡੀ ਸ਼ਕਤੀ, ਸਭ ਤੋਂ ਵੱਡੀ ਦਾਤ, ਸਭ ਤੋਂ ਵੱਡੀ ਕਿਰਪਾ, ਸਭ ਤੋਂ ਵੱਡਮੁੱਲੀ ਚੀਜ਼ ਸਿਰਫ ਪਰਮੇਸ਼ਵਰ ਦੀ ਵਡਿਆਈ ਹੈ, ਪਰਮੇਸ਼ਵਰ ਦਾ ਨਾਮ ਹੈ। ਆਖੈ ਹੈ, ਇਹ ਅਲਫਾਜ਼ ਨੂੰ ਆਖੈ ਕਹਿਣਾ, ਹਾਹਾ ਕਲੀਅਰ ਹੋਵੇ, ਹਾਹੇ ਨੂੰ ਅੱਧੀ ਲਾਂ ਪਏਗੀ। ਕਈ ਆਖੇ ਗਈ ਜਾਂਦੇ, ਆਖੇ ਈਸਰ, ਆਖੇ ਸਿੱਧ, ਆਖੇ ਕੀਤੇ ਬੁੱਧ। ਇਸ ਨੂੰ ਕਹਿਣਾ ਆਖੈ। ਕੀ ਕਹਿਣਾ ਹੈ? ਆਖੈ। ਕਹਿੰਦੇ ਨੇ ਅਨੇਕਾਂ ਹੀ ਪਰਮੇਸ਼ਵਰ ਨੇ ਜੋ ਆਖੈ ਕੀਤੇ ਜੋ ਪਰਮੇਸ਼ਵਰ ਜੀ ਨੇ ਪੈਦਾ ਕੀਤੇ ਨੇ, ਦ੍ਰਿਸ਼ਟ ਅੰਦ੍ਰਿਸ਼ਟ, ਉਹ ਵੀ ਸਿਫਤ ਕਰਦੇ ਨੇ। ਕੀਤੇ ਬੁੱਧ, ਅਸੀਂ ਕਹਿੰਦੇ ਇੱਕ ਮਹਾਤਮਾ ਬੁੱਧ ਮਹਾਨ ਹੈ। ਪਰਮੇਸ਼ਵਰ ਨੇ ਕਿਤਨੇ ਕੁ ਮਹਾਤਮਾ ਬੁੱਧ ਪੈਦਾ ਕੀਤੇ, ਇਹਦੀ ਗਿਣਤੀ ਕੋਈ ਨਹੀਂ। ਤੇ ਮਹਾਰਾਜ ਜੀ ਕਹਿੰਦੇ ਨੇ ਅਨੇਕਾਂ ਹੀ ਮਹਾਤਮਾ ਬੁੱਧ, ਅਨੇਕਾਂ ਹੀ ਬ੍ਰਹਮ ਗਿਆਨੀ, ਅਨੇਕਾਂ ਹੀ ਪਰਮੇਸ਼ਵਰ ਦੇ ਪੈਦਾ ਕੀਤੇ ਰੱਬ ਦੀ ਸਿਫਤ ਸਲਾਹ ਕਰਦੇ ਨੇ। ਅਜੇ ਤੱਕ ਪਰਮੇਸ਼ਵਰ ਦੀ ਸਿਫਤ ਸਲਾਹ ਦੀ ਕੋਈ ਵੀ ਵਡਿਆਈ ਦਾ ਪਾਰ ਨਹੀਂ ਪਾ ਸਕਿਆ। ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ। ਕਹਿੰਦੇ ਨੇ ਕਿ ਜਦੋਂ ਦੈਂਤਾਂ ਨੂੰ ਵੀ ਰੱਬ ਦੀ ਕਿਰਪਾ ਦੀ ਲੋੜ ਹੋਵੇ, ਉਹ ਵੀ ਭਗਤੀ ਕਰਦੇ ਨੇ। ਆਪ ਜੀ ਕਿਤੇ ਵੇਖੋ, ਭਸਮਾਸੁਰ ਨੇ ਭਗਤੀ ਕੀਤੀ, ਉਹਨੂੰ ਪਤਾ ਭਗਤੀ ਕਰਕੇ ਹੀ ਮਿਲੇਗਾ। ਹੈ ਉਹਨਾਂ ਦੀ ਬਿਰਤੀ ਮਾੜੀ। ਜਲੰਧਰ ਰਾਖਸ਼, ਜਿਹਦੇ ਨਾਂ ਤੇ ਜਲੰਧਰ ਸ਼ਹਿਰ ਦਾ ਵਾਸਾ ਹੋਇਆ, ਤੇ ਕਹਿੰਦੇ ਨੇ ਜਲੰਧਰ ਰਾਖਸ਼ ਨੇ ਵੀ ਭਗਤੀ ਕੀਤੀ, ਤੇ ਵੇਖੋ ਬ੍ਰਹਮਪੁਰੀ ਨੂੰ ਜਿੱਤ ਲਿਆ, ਇੰਦਰਪੁਰੀ ਨੂੰ ਜਿੱਤ ਲਿਆ ਅਗਲੇ ਨੇ। ਦਾਨਵਾਂ ਨੂੰ, ਦੈਂਤਾਂ ਨੂੰ, ਰਾਖਸ਼ਾਂ ਨੂੰ ਸਮਝ ਲੱਗ ਗਈ ਕਿ ਉਹਦੀ ਸਿਫਤ ਸਲਾਹ ਕਰਕੇ, ਜਪ ਤਪ ਕਰਕੇ ਵਰ ਮਿਲਦਾ। ਸਾਨੂੰ ਅਜੇ ਤੱਕ ਸਮਝ ਨਹੀਂ ਲੱਗੀ। ਅਸੀਂ ਦੈਂਤਾਂ ਤੋਂ ਗਏ ਗੁਜ਼ਰੇ ਹਾਂ ਜੀ, ਅਸੀਂ ਰਾਖਸ਼ਾਂ ਤੋਂ ਗਏ ਗੁਜ਼ਰੇ ਹਾਂ। ਤੇ ਮਹਾਰਾਜ ਜੀ ਕਹਿੰਦੇ ਨੇ ਉਹ ਵੇਖ, ਉਹ ਦਾਨਵ ਜਿਹੜੇ ਨੇ, ਦੈਂਤ ਜਿਹੜੇ ਨੇ, ਰਾਖਸ਼ ਨੇ, ਉਹਨਾਂ ਨੂੰ ਕਿੰਨਾ ਭਰੋਸਾ ਹੈ ਕਿ ਭਗਤੀ ਦੇ ਨਾਲ ਹੀ ਮਿਲਦਾ। ਤੈਨੂੰ ਅਜੇ ਤੱਕ ਭਰੋਸਾ ਨਹੀਂ ਬੱਝਾ। ਉਹ ਵੀ ਸਿਫਤ ਸਲਾਹ ਕਰਦੇ ਨੇ, ਦੇਵਤੇ ਵੀ ਸਿਫਤ ਸਲਾਹ ਕਰਦੇ ਨੇ।
ਫਿਰ ਕਹਿਣ ਲੱਗੇ, ਆਖੈ ਸੁਰ ਨਰ ਮੁਨ ਜਨ ਸੇਵ। ਅਨੇਕਾਂ ਹੀ ਐਸੇ ਦੇਵੀ ਦੇਵਤੇ ਨੇ ਜੋ ਕਿ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਨੇ। ਅਨੇਕਾਂ ਹੀ ਮਨੁੱਖ ਐਸੇ ਨੇ, ਅਨੇਕਾਂ ਹੀ ਰਿਸ਼ੀ ਮੁਨੀ ਐਸੇ ਨੇ, ਅਨੇਕਾਂ ਹੀ ਸੇਵਾਦਾਰ ਐਸੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਚਲਾ ਛੱਡੀ। 1% ਵੀ ਮਾਇਆ ਦਾ ਖਿਆਲ ਨਹੀਂ ਆਇਆ ਕਿ ਕੁਝ ਕਮਾ ਲਈਏ। ਮਹਾਰਾਜ ਜੀ ਕਹਿੰਦੇ ਨੇ ਸਾਰੇ ਹੀ ਉਹਦੀ ਵਡਿਆਈ ਕਰ ਰਹੇ ਨੇ, ਸਿਫਤ ਸਲਾਹ ਕਰ ਰਹੇ ਨੇ, ਪਰ ਉਹਦਾ ਕਿਸੇ ਨੇ ਪਾਰ ਨਹੀਂ ਪਾਇਆ। ਕੀਤੇ ਆਖੈ ਆਖਣ ਪਾਹੇ, ਕੀਤੇ ਕਹਿ ਕਹਿ ਉਠ ਉਠ ਜਾਹੇ। ਤੇ ਮਹਾਰਾਜ ਜੀ ਕਹਿੰਦੇ ਨੇ ਕੇਤੇ ਆਖੈ ਹੈ, ਕਈਆਂ ਦੀ ਤੇ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਵੀ ਕਿੰਨੇ ਕੁ ਉਹਦੀ ਸਿਫਤ ਸਲਾਹ ਕਰਦੇ ਨੇ। ਆਖਣ ਪਾਹੇ, ਆਖਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹਦੀ ਸਿਫਤ ਸਲਾਹ ਕਰ ਸਕੀਏ, ਪਰ ਕਹਿੰਦੇ ਨੇ ਉਹ ਕਰੀ ਜਾਂਦੇ ਨੇ, ਪਰ ਮਹਿਸੂਸ ਹੁੰਦਾ ਬਾਅਦ ਚ ਸਿਫਤ ਸਲਾਹ ਤੇ ਹੋਈ ਕੋਈ ਨਹੀਂ। ਸਾਡੀ ਤੇ ਜੀਭ ਹੀ ਇੱਕ ਆ ਜੀ, ਸਾਡੀਆਂ ਤੇ ਅਰਬਾਂ ਖਰਬਾਂ ਜੀਬਾਂ ਹੋਣ ਤੇ ਅਰਬਾਂ ਖਰਬਾਂ ਜੀਬਾਂ ਦੇ ਨਾਲ ਅਸੀਂ ਇੱਕ ਇੱਕ ਜੀਭ ਨਾਲ ਵੱਖੋ ਵੱਖਰਾ ਪਰਮੇਸ਼ਵਰ ਦਾ ਨਾਮ ਲਈਏ ਤਾਂ ਵੀ ਉਹਦੇ ਨਾਵਾਂ ਦਾ ਅੰਤ ਨਹੀਂ। ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਤੇ ਬੇਅੰਤ ਲੋਕ ਐਸੇ ਨੇ ਜਿਹੜੇ ਸਿਫਤ ਸਲਾਹ ਕਰਦੇ ਕਰਦੇ ਉਹਦਾ ਐਸਟੀਮੇਟ ਲਾਉਂਦੇ ਲਾਉਂਦੇ, ਅੰਦਾਜ਼ਾ ਲਾਉਂਦੇ ਲਾਉਂਦੇ ਕਿ ਰੱਬ ਇੰਨਾ ਕੁ ਹੀ ਹੈ। ਕਹਿੰਦੇ ਨੇ ਸੰਸਾਰ ਤੋਂ ਚਲੇ ਗਏ ਪਰ ਕੋਈ ਵੀ ਅਜੇ ਤੱਕ ਅੰਦਾਜ਼ਾ ਨਹੀਂ ਲਾ ਸਕਿਆ। ਕੀਤੇ ਕੀਤੇ ਹੋਰ ਕਰੇ, ਤਾ ਆਖ ਨ ਸਕੈ ਕੇਈ ਕੇ। ਹੇ ਪ੍ਰਭੂ, ਹੇ ਪਰਮੇਸ਼ਵਰ ਜੀਓ, ਜਿੰਨੇ ਤੂੰ ਜੀਵ ਪੈਦਾ ਕੀਤੇ, ਦ੍ਰਿਸ਼ਟ ਅਨਦ੍ਰਿਸ਼ਟ, ਮਾਲਕ ਜੀ ਜਿਤਨੇ ਵੀ ਤੁਸੀਂ ਸਾਨੂੰ ਸਮਝ ਵਿੱਚ ਆਉਣ ਵਾਲੇ ਜੀਵ ਪੈਦਾ ਕੀਤੇ, ਜੇ ਤੂੰ ਹੋਰ ਵੀ ਜੀਵ ਪੈਦਾ ਕਰ ਦੇਵੇਂ ਸ੍ਰਿਸ਼ਟੀ 'ਚ, ਹੋਰ ਵੀ ਲੋਕਾਂ ਦਾ ਪਸਾਰਾ ਪਸਾਰ ਦੇਵੇਂ, ਹੋਰ ਵੀ ਅਨੇਕਾਂ ਨੂੰ ਜਨਮ ਦੇ ਦੇਵੇਂ, ਉਹ ਸਾਰੇ ਤੇਰੀ ਸਿਫਤ ਸਲਾਹ ਕਰਨ ਤਾਂ ਵੀ ਉਹ ਤੇਰੀ ਸਿਫਤ ਸਲਾਹ ਤਾਂ ਆਖ ਨਾ ਸਕੈ ਹੈ ਕੇਈ ਕੇ। ਇਸ ਕੇ ਨੂੰ ਕੇ ਨਹੀਂ ਕਹਿਣਾ, ਅੱਗੇ ਨੂੰ ਲਾਂ ਈੜੀ ਨੂੰ ਸਿਹਾਰੀ ਹੈ, ਇਸ ਨੂੰ ਲੰਮਾ ਕਰਾਂਗੇ। ਤਾ ਆਖ ਨਾ ਸਕੈ ਹੈ ਕੇਈ ਕੇ। ਤਾਂ ਵੀ ਹੇ ਪਰਮੇਸ਼ਵਰ ਜੀ ਤੁਸੀਂ ਹੋਰ ਵੀ ਪਸਾਰਾ ਵਧਾ ਦਿਓ ਤਾਂ ਵੀ ਤੁਹਾਡੀ ਸਿਫਤ ਸਲਾਹ ਦਾ, ਤੁਹਾਡੇ ਹੁਕਮ ਦਾ, ਤੁਹਾਡੀ ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਹੇ ਪ੍ਰਭੂ ਜੀਓ, ਹੇ ਪਰਮੇਸ਼ਵਰ ਜੀਓ, ਹੇ ਦਾਤਾ ਜੀ, ਜੈਸਾ ਤੁਸੀਂ ਚਾਹੁੰਦੇ ਹੋ ਉਤਨਾ ਹੀ ਵੱਡਾ ਆਪ ਜੀ ਪਸਾਰਾ ਪਸਾਰ ਦਿੰਦੇ ਹੋ। ਜੇ ਵੱਡ ਭਾਵ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ, ਤੇ ਵੱਡ ਹੋਏ, ਉਸੇ ਤਰ੍ਹਾਂ ਹੀ ਤੁਸੀਂ ਕੁਦਰਤ ਨੂੰ ਵਧਾ ਦਿੰਦੇ ਹੋ। ਇਹਦਾ ਅਰਥ ਇਹ ਹੈ ਕਿ ਪਰਮੇਸ਼ਵਰ ਦੇ ਵਿੱਚ ਸਾਰੀ ਸ਼ਕਤੀ ਹੈ, ਤੇ ਪਰਮੇਸ਼ਵਰ ਤੋਂ ਵੱਡਾ ਕੌਣ ਹੈ? ਉਹਦਾ ਨਾਮ। ਤੇ ਜੇ ਅਸੀਂ ਨਾਮ ਲਵਾਂਗੇ ਤੇ ਸਾਨੂੰ ਦੱਸੋ ਕਿਹੜੀ ਚੀਜ਼ ਦੀ ਘਾਟ ਰਹਿ ਜਾਏਗੀ? ਹਰ ਚੀਜ਼ ਮਿਲੇਗੀ। ਮਹਾਰਾਜ ਜੀ ਕਹਿੰਦੇ ਨੇ ਜੇ ਵੱਡ ਭਾਵ ਹੈ ਤੇ ਵੱਡ ਹੋਏ, ਇਹਨੂੰ ਭਾਵੇ ਨਹੀਂ ਕਹਿਣਾ, ਦਲਾਵਾਂ ਹੈ। ਜੇ ਵੱਡ ਭਾਵ ਹੈ ਤੇ ਵੱਡ ਹੋਏ, ਨਾਨਕ ਜਾਣੈ ਸਾਚਾ ਸੋਏ। ਉਹ ਪਰਮੇਸ਼ਵਰ ਸੱਚਾ ਹੈ, ਭਾਵ ਕਿ ਅਟਲ ਹੈ, ਟਿਕਿਆ ਹੋਇਆ ਹੈ, ਤੇ ਉਹ ਪਰਮੇਸ਼ਵਰ ਆਪ ਹੀ ਜਾਣਦਾ ਹੈ। ਨਾਨਕ ਜਾਣੈ, ਇੱਥੇ ਨਾਨਕ ਤੇ ਰੁਕ ਜਾਣਾ ਹੈ। ਨਾਨਕ ਜਾਣੈ ਸਾਚਾ ਸੋਏ, ਉਹ ਪਰਮੇਸ਼ਵਰ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਬੋਲ ਵਿਗਾੜ ਨੂੰ ਸਮਝਣਾ ਪਏਗਾ। ਜਿਹੜਾ ਬੋਲ ਵਿਗਾੜ ਸ਼ਬਦ ਹੈ, ਇਹਦਾ ਅਰਥ ਹੁੰਦਾ ਹੈ ਐਸਾ ਬੰਦਾ ਜਿਹਨੂੰ ਬੋਲਣ ਦੀ ਸਮਝ ਨਹੀਂ, ਉਹ ਵਿਗੜੇ ਹੋਏ ਬੋਲ ਬੋਲਦਾ ਹੈ। ਉਹ ਬੋਲੀ ਜਾਂਦਾ ਹੈ, ਬੋਲੀ ਜਾਂਦਾ ਹੈ, ਉਹਨੂੰ ਬੋਲਣਾ ਹੀ ਆਉਂਦਾ ਹੈ, ਪਰ ਉਹਦੇ ਬੋਲਾਂ ਵਿੱਚ ਕੋਈ ਮਿਠਾਸ ਨਹੀਂ, ਕੋਈ ਪਿਆਰ ਨਹੀਂ, ਕੋਈ ਕੋਮਲਤਾ ਨਹੀਂ। ਉਹਦਾ ਬੋਲਣਾ ਬੜਾ ਕਰਖਤ ਹੈ, ਕਾਂ ਵਾਂਗੂ ਬੋਲਦਾ ਹੈ। ਕਹਿੰਦੇ ਨੇ ਜਿਹੜਾ ਪਰਮੇਸ਼ਵਰ ਦੀ ਸਿਫਤ ਸਲਾਹ ਕਰਕੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰੇ, ਕਹਿੰਦੇ ਨੇ ਇੰਜ ਸਮਝ ਲਵੋ ਕਿ ਉਸ ਬੰਦੇ ਦਾ ਬੋਲ ਵਿਗੜਿਆ ਹੋਇਆ ਹੈ, ਉਸ ਬੰਦੇ ਦਾ ਸੁਭਾਅ ਵਿਗੜਿਆ ਹੋਇਆ ਹੈ, ਉਹ ਬੰਦਾ ਖੁਦ ਵੀ ਵਿਗੜਿਆ ਹੋਇਆ ਹੈ। ਜੇ ਕੋ ਆਖੇ ਬੋਲ ਵਿਗਾੜ, ਕੋਈ ਬੰਦਾ ਆਪਣੀ ਹਉਮੈ ਦੇ ਆਸਰੇ ਕਹੇ ਕਿ ਮੈਂ ਪਰਮੇਸ਼ਵਰ ਦੀ ਸਿਫਤ ਸਲਾਹ ਦਾ ਅੰਤ ਤੁਹਾਨੂੰ ਦੱਸਦਾ ਕਿ ਉਹ ਪਰਮੇਸ਼ਵਰ ਕਿੰਨੀ ਵੱਡੀ ਸ਼ਕਤੀ ਲੈ ਕੇ ਬੈਠਾ ਹੈ,
ਕਿੱਥੇ ਕੁ ਜਾ ਕੇ ਉਹਦੀ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਤਾ ਲਿਖੀਐ। ਇਸ ਨੂੰ ਤਾਂ ਨਹੀਂ ਕਹਿਣਾ, ਤਾ ਲਿਖੀਐ। ਮਹਾਰਾਜ ਜੀ ਕਹਿੰਦੇ ਨੇ ਫਿਰ ਇਹ ਲਿਖਿਆ ਜਾਏਗਾ ਕੀ ਜੀ? ਸਿਰ ਗਾਵਾਰਾ ਗਾਵਾਰ। ਉਹ ਬੰਦਾ ਮੂਰਖਾਂ ਦਾ ਮਹਾਮੂਰਖ, ਮੂਰਖਾਂ ਦਾ ਸਰਦਾਰ ਗਿਣਿਆ ਜਾਏਗਾ। ਇੱਥੇ ਗਾਵਾਰ ਨੂੰ ਸਮਝਣਾ ਪਏਗਾ। ਗਾਵਾਰ ਸ਼ਬਦ ਪੈਦਾ ਹੁੰਦਾ ਹੈ ਗਾਵ ਆਰ। ਗਾਂਵ ਕਹੀਏ ਜੀ ਪਿੰਡ ਨੂੰ, ਪਿੰਡ ਕਹੀਏ ਇੱਕ ਐਸਾ ਧਰਤੀ ਦਾ ਟੁਕੜਾ ਜੋ ਕਿਸੇ ਸੀਮਾ ਵਿੱਚ ਹੈ, ਜੋ ਸੀਮਤ ਦਾਇਰੇ ਵਿੱਚ ਹੈ। ਕਹਿੰਦੇ ਨੇ ਐਸਾ ਬੰਦਾ ਆਪਣੇ ਪਿੰਡ ਤੋਂ ਬਾਹਰ ਤੇ ਉਹਨੂੰ ਪਤਾ ਨਹੀਂ ਕਿ ਹੋਰ ਵੀ ਕੋਈ ਪਿੰਡ ਹੈ, ਹੋਰ ਵੀ ਕੋਈ ਸ਼ਹਿਰ ਹੈ, ਹੋਰ ਵੀ ਕੋਈ ਥਾਂ ਹੈ। ਉਹ ਬੰਦਾ ਆਪਣੀ ਸੋਚ ਸਮਝ ਦੇ ਦਾਇਰੇ ਵਿੱਚ ਸੀਮਤ ਹੈ। ਐਸਾ ਬੰਦਾ ਕਹਿੰਦੇ ਨੇ ਕਿ ਬਸ ਪਸ਼ੂ ਚਾਰਨ ਜੋਗਾ ਹੈ, ਉਹਨੂੰ ਕੋਈ ਸੂਝ ਸਮਝ ਨਹੀਂ ਹੈ। ਗਾਵਾਰ ਦਾ ਅਰਥ ਜੋ ਗਾਂ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਆਪਣੀ ਅਕਲ ਵਿੱਚ ਸੀਮਤ ਹੋਵੇ ਤੇ ਜਿਸ ਨੂੰ ਇਹ ਸਮਝ ਨਾ ਹੋਵੇ ਕਿ ਪਰਮੇਸ਼ਵਰ ਦੀ ਦਾਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਪਰਮੇਸ਼ਵਰ ਦਾ ਅੰਤ ਕਿਵੇਂ ਕੋਈ ਪਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਭਲੀ ਕਰਨ ਜੀ, ਮਹਾਰਾਜ ਜੀ ਕਿਰਪਾ ਕਰਨ। ਇਹ ਜੋ ਸ਼ਬਦ ਹੈ ਜੇ ਤੁਸੀਂ ਪੜ੍ਹਿਆ ਗਵਾਰ, ਇਹਦਾ ਅਰਥ ਹੋਰ ਹੋ ਜਾਏਗਾ ਤੇ ਇਸ ਨੂੰ ਪੜਾਂਗੇ ਗਾਵਾਰਾ ਗਾਵਾਰ। ਗੱਗੇ ਨੂੰ ਕੰਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ ਬਖਸ਼ ਲਿਓ। ਅੱਜ ਸਮਾਂ ਕਾਫੀ ਜ਼ਿਆਦਾ ਹੋ ਗਿਆ ਹੈ। ਅਸਲ ਵਿੱਚ ਮਹਾਰਾਜ ਜੀ ਕਈ ਵਾਰੀ ਇੰਜ ਬਖਸ਼ਿਸ਼ ਕਰਦੇ ਨੇ, ਦਾਸ ਨੂੰ ਇੰਜ ਮਹਿਸੂਸ ਹੁੰਦਾ ਪਿਆ ਕਿ ਅਜੇ 1 ਸੈਕਿੰਡ ਵੀ ਮਹਾਰਾਜ ਜੀ ਦੀ ਕਥਾ ਨਹੀਂ ਹੋ ਸਕੀ। ਇੰਜ ਲੱਗਦਾ ਜਿਵੇਂ ਹੁਣੇ ਹੀ ਮਾਈਕ ਅੱਗੇ ਔਨ ਕੀਤਾ ਹੈ, ਇੰਜ ਮਹਿਸੂਸ ਹੁੰਦਾ ਹੈ। ਜਦੋਂ ਮਹਾਰਾਜ ਜੀ ਕਿਰਪਾ ਕਰਦੇ ਨੇ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਅਸੀਂ 24 ਘੰਟੇ ਵੀ ਸਿਫਤ ਕਰੀ ਜਾਈਏ, ਨਾ ਸਰੀਰ ਥੱਕਦਾ ਹੈ, ਨਾ ਅੱਕਦਾ ਹੈ, ਨਾ ਸਮੇਂ ਦਾ ਪਤਾ ਲੱਗਦਾ ਹੈ। ਆਓ ਆਪਾਂ 1 ਮਿੰਟ ਵਾਸਤੇ ਗੁਰਮੰਤਰ ਕਰੀਏ। ਪਰਤ ਕੇ ਸਮਾਪਤੀ ਹੈ ਜੀ। ਵਾਹਿਗੁਰੂ ਪਾਤਸ਼ਾਹ ਜੀ ਬਖਸ਼ ਲਓ, ਬਖਸ਼ ਲਓ ਦਾਤਾ ਜੀ, ਬਖਸ਼ ਲਓ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਧੰਨ ਧੰਨ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਵਾਹਿਗੁਰੂ ਜੀ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।